ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਭਖ ਦੇ ਮੁੱਦੇ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਸ਼ਾਮ ਨੂੰ 8:30 ਤੋਂ 9:30 ਵਜੇ ਤੱਕ ਹੁੰਦਾ ਜੀ। ਤੇ ਇਸ ਵਿੱਚ ਆਪਣੇ ਨਾਲ ਹੁੰਦੇ ਨੇ ਪੰਜਾਬ ਭਰ ਤੋਂ ਪ੍ਰਸਿੱਧ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਆਪਣੀ ਲਾਈਨ ਜਿਹੜੀ ਇਸ ਟਾਈਮ ਪੰਜਾਬ ਜੁੜ ਚੁੱਕੀ ਹੈ ਜੀ ਬਠਿੰਡਾ ਸ਼ਹਿਰ ਦੇ ਵਿੱਚ। ਢਿੱਲੋਂ ਸਾਹਿਬ ਦਾ ਕਰਦੇ ਹਾਂ ਸਵਾਗਤ ਜੀ। ਢਿੱਲੋਂ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ शुक्रिया जी, मेहरबानी। सारे ही दर्शकों ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਪਹਿਲਾਂ ਆਮ ਕਈ ਫਿਲਮਾਂ ਆਉਂਦੀਆਂ ਹੁੰਦੀਆਂ ਸੀਗਾ, ਚੋਰ ਮਚਾਏ ਸ਼ੋਰ, ਕਿਤੇ ਕੁਛ, ਪਰ ਹੁਣ ਇਹੋ ਜਿਹੀ ਬਿਮਾਰੀ ਹੈ ਜਿਹਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਸ਼ੋਰ ਮਚਾਇਆ ਹੋਇਆ, ਪੂਰਾ ਹਰਾਮ ਮਚਾਇਆ ਹੋਇਆ ਜੀ। ਆਪਾਂ ਗੱਲ ਕਰਦੇ ਪੈਂਡੈਮਿਕ ਦੀ, ਜਾਣੀ ਕਿ ਕੋਵਿਡ-19 ਦੀ। ਉਹਦੀਆਂ ਕਈ ਕਿਸਮਾਂ ਬਣ ਗਈਆਂ ਜੀ। ਉਸ ਤੋਂ ਬਾਅਦ ਹੁਣ ਯੂਕੇ ਵੇਰੀਐਂਟ, ਕਿਤੇ ਅਫਰੀਕਨ ਵੇਰੀਐਂਟ, ਕਿਤੇ ਕੋਈ ਵੇਰੀਐਂਟ, ਬੜੇ ਡੇਂਜਰਸ ਮੋੜ ਦੇ ਵਿੱਚ ਦੀ ਨਾ ਰਿਹਾ ਜਦ ਲੰਘ ਰਿਹਾ ਆ। ਜਦੋਂ ਪੂਰੀ ਦੁਨੀਆ ਦੇ ਵਿੱਚ ਪੂਰਾ ਪੀਕ ਦੇ ਉੱਤੇ ਸੀ ਸਾਰਾ ਕੁਛ, ਤੇ ਭਾਰਤ ਦੇ ਵਿੱਚ ਨਰਿੰਦਰ ਮੋਦੀ ਹੁਣੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਜਾਂ ਲੋਕ ਆ, ਕੋਈ ਥਾਲੀਆਂ ਖੜਕਾ ਰਹੇ ਸੀ, ਕੋਈ ਕੁਛ ਕਰ ਰਿਹਾ ਸੀਗਾ, ਦੰਦੀਆਂ ਚੜਾ ਰਹੇ ਸੀ ਕਿ ਵੀ ਸ਼ਾਇਦ ਅਸੀਂ ਪਤਾ ਨਹੀਂ ਕਿਹੜਾ ਮੀਲ ਪੱਥਰ ਸਾਬਤ ਕਰ ਦਿੱਤਾ ਜੀ, ਸਾਡੇ ਤਾਂ ਕਰੋਨਾ ਆਉਂਦਾ ਹੀ ਨਹੀਂ। ਇਸ ਟਾਈਮ ਦੁਨੀਆ ਦੇ ਵਿੱਚੋਂ ਦੂਸਰੇ ਨੰਬਰ 'ਤੇ ਆ ਜੀ ਇਸ ਭਾਰਤ ਜਿਹੜਾ। ਤੇ ਡੇਲੀ ਜਿਹੜੀਆਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਮੌਤਾਂ ਹੋ ਰਹੀਆਂ ਤੇ ਲੱਖਾਂ ਦੇ ਹਿਸਾਬ ਦੇ ਨਾਲ ਕੇਸ ਆ ਰਹੇ ਆ। ਪੂਰੇ ਕਰੋਨਾ ਨੇ ਮਚਾਇਆ ਕੋ ਹਰਾਮ, ਕਹਿੰਦੇ ਕਈ ਬਹੁਤ ਸਖਤ ਪਾਬੰਦੀਆਂ ਲਾ ਦਿੱਤੀਆਂ ਜੀ ਕਈ ਰਾਜਾਂ ਦੇ ਵਿੱਚ। ਬਿਲਕੁਲ ਜੀ, ਇੱਕ ਦਿਨ ਦੇ ਵਿੱਚ 3.25 ਲੱਖ ਕੇਸਾਂ ਦਾ ਆਉਣਾ ਜੀ ਬਹੁਤ ਮੰਦਗੀ ਵਾਲੀ ਗੱਲ। ਕੱਲ ਦੇ ਵਿੱਚ 3.25 ਲੱਖ ਕੇਸ ਜਿਹੜੇ ਆ ਉਹ ਇੰਡੀਆ ਦੇ ਵਿੱਚ ਆ ਗਏ ਜੀ। ਔਰ ਹਾਲਾਤ ਇਸ ਕਦਰ ਜਿਹੜੀ ਹੈਗੀ ਹੈ ਭਿਆਨਕ ਹੈ ਕਿ ਸਾਡੇ ਸਿਆਸਤਦਾਨ ਜਿਹੜਾ ਉਧਰ ਧਿਆਨ ਨਹੀਂ ਦਿੰਦੇ। ਮੈਨੂੰ ਇਹ ਲੱਗਦਾ ਕਿ ਨਰਿੰਦਰ ਮੋਦੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਨਹੀਂ ਮੰਨ ਰਹੇ ਜੀ। ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸਾਰੇ ਦੇਸ਼ ਨੂੰ ਸੰਭਾਲੇ, ਲੇਕਿਨ ਦੇਸ਼ ਨੂੰ ਸੰਭਾਲਣ ਦੀ ਬਜਾਏ ਨਰਿੰਦਰ ਮੋਦੀ ਨੂੰ ਫਿਕਰ ਸਿਰਫ ਤੇ ਸਿਰਫ ਹਿੰਦੂਤਵ ਦਾ ਤੇ ਆਪਣੀ ਪਾਰਟੀ ਦੀ ਸੱਤਾ ਨੂੰ ਸਥਾਪਿਤ ਰੱਖਣਾ। ਇਹ ਤੋਂ ਬਾਅਦ ਉਹਦੀ ਕੋਈ ਫਿਕਰਮੰਦਗੀ ਨਹੀਂ, ਕਿਉਂਕਿ ਜੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਕੰਮ ਕਰਦੇ ਤਾਂ ਨਰਿੰਦਰ ਮੋਦੀ ਨੂੰ ਚਾਹੀਦਾ ਸੀ ਕਿ ਉਹ ਦਿੱਲੀ ਬੈਠਦੇ ਔਰ ਸਾਰੇ ਦੇਸ਼ ਦਾ ਕੰਟਰੋਲ ਕਰਦੇ ਜੀ। ਵੈਸੇ ਵੀ ਅਸੀਂ ਇਸ ਸਰਕਾਰ ਨੂੰ ਕਹੀਏ ਤਾਂ ਇਹ ਸਰਕਾਰ ਜਿਹੜੀ ਹੈਗੀ ਨੂੰ ਸਰਕਾਰ ਨਹੀਂ ਕਹਿ ਸਕਦੇ, ਇੱਕ ਬੰਦੇ ਦਾ ਸ਼ਾਸਨ ਹੈ ਜੀ। ਕਿਉਂਕਿ ਬਾਕੀ ਮੰਤਰੀ ਮੰਡਲ ਜਿਹੜਾ ਹੈਗਾ ਉਹ ਬਾਕੀ ਮੰਤਰੀ ਮੰਡਲ ਤਾਂ ਜਿਵੇਂ ਆਪਾਂ ਕਹਿ ਸਕਦੇ ਨੇ ਆਟੇ ਦੇ ਦੀਵੇ ਹੈ। ਉਹ ਆਟੇ ਦੇ ਦੀਵੇ ਦੀ ਤਰ੍ਹਾਂ ਬੈਠੇ ਆ, ਜਗੀ ਜਾਂਦੇ ਆ, ਜਦੋਂ ਫੂਕ ਵੱਜ ਜਾਂਦੀ ਹੈ ਤੇ ਬੁੱਝ ਜਾਂਦੇ ਆ, ਉਹਨਾਂ ਨੂੰ ਬੁਝਾ ਦਿੰਦੇ ਆ। ਇਸ ਕਦਰ ਤੁਸੀਂ ਦੇਖੋ ਸਥਿਤੀ ਕਿੰਨੀ ਭਿਆਨਕ ਹੋਈ ਹੈ ਕਿ ਮਮਤਾ ਬੈਨਰਜੀ ਜੀ ਨੂੰ ਇਹ ਲੋਕ ਪਾਣੀ ਪੀ ਕੋਸਦੇ ਹੈ। ਜਿਸ ਮਮਤਾ ਬੈਨਰਜੀ ਨੂੰ ਖਲਨਾਇਕ ਬਣਾ ਕੇ ਪੇਸ਼ ਕਰਦੇ ਆ, ਮਮਤਾ ਬੈਨਰਜੀ ਨੇ ਕੱਲ ਫੈਸਲਾ ਕਰਤਾ, ਐਲਾਨ ਕਰ ਦਿੱਤਾ ਹੈ ਕਿ ਉਹ ਕੋਈ ਵੀ ਵੱਡੀ ਰੈਲੀ ਨਹੀਂ ਕਰੂਗੀ ਬੰਗਾਲ ਦੇ ਵਿੱਚ। ਬੰਗਾਲੀਆਂ ਦੀ ਜਾਨ ਜਿਹੜੀ ਹੈ ਉਹ ਹਕੂਮਤ ਨਾਲੋਂ ਪਿਆਰੀ ਹੈ। ਛੋਟੀਆਂ ਟੁੱਕੜ ਮੀਟਿੰਗਾਂ ਕਰੂੰਗੀ ਮੈਂ, ਜਿੰਨੇ 3-4 ਜਿਹੜੇ ਹੈਗੇ ਉਧਰ ਰਹਿੰਦੇ ਆ, 3 ਰਹਿੰਦੇ ਆ ਮੇਰੇ ਖਿਆਲ ਹੈ ਪੜਾਅ ਚੋਣਾਂ ਦੇ, ਔਰ ਇਹ ਤੋਂ ਬਾਅਦ ਮੈਂ ਕੁਛ ਨਹੀਂ ਕਰਨੀ। ਲੇਕਿਨ ਪ੍ਰਧਾਨ ਮੰਤਰੀ ਹੈ ਤੇ ਅਮਿਤ ਸ਼ਾਹ ਹੈ, ਇਹਨਾਂ ਦੋਨਾਂ ਨੇ ਅਜੇ ਤੱਕ ਇਹਨਾਂ ਦੇ ਚਮੜੀ ਦੇ ਉੱਤੇ ਕੋਈ ਜੂੰ ਨਹੀਂ ਸਰਕੀ ਤੇ ਇਹ ਕਹਿੰਦੇ ਜੀ ਅਸੀਂ ਤਾਂ ਵੱਡੀਆਂ ਰੈਲੀਆਂ ਕਰ ਜੀ। ਔਰ ਸਿਸਟਮ ਜਿਹੜੀ ਦੇਖੋ ਕੀ ਹੈ, ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਪਰਸੋਂ ਇੱਕ ਚਿੱਠੀ ਲਿਖ ਦਿੱਤੀ ਸੀ ਪ੍ਰਧਾਨ ਮੰਤਰੀ ਨੂੰ। ਉਹਨਾਂ ਨੇ ਕਿਹਾ ਕਿ ਸਾਨੂੰ ਚਾਹੀਦਾ ਕਿ ਟੀਕਾਕਰਨ ਜਿਹੜਾ ਹੈਗਾ ਸਾਰੇ ਨਾਗਰਿਕਾਂ ਦੇ ਸ਼ੁਰੂ ਕਰ ਦਿਓ। ਪਹਿਲਾਂ ਇਹ ਸੀਗਾ ਕਿ ਜਿਹੜੀ ਹੈਗੀ ਵੱਡੀ ਉਮਰ ਦੇ ਬੰਦੇ ਆ, ਸੀਨੀਅਰ ਸਿਟੀਜ਼ਨ, ਉਹਨਾਂ ਦੇ ਲਾਏ ਜਾਣ। ਫਿਰ ਇਹ ਕਰ ਦਿੱਤਾ ਸੀ ਕਿ 45 ਸਾਲ ਦੀ ਉਮਰ ਤੱਕ ਦੇ ਲਾਏ ਜਾਣ। ਫਿਰ ਇਹ ਕਹਿ ਦਿੱਤਾ ਸੀ ਕਿ ਜਿਹੜੇ ਯੋਧੇ ਆ ਕਰੋਨਾ ਦੇ ਖਿਲਾਫ ਲੜਨ ਵਾਲੇ, ਚਾਹੇ ਉਹ ਮੈਡੀਕਲ ਸਟਾਫ ਹੈ, ਚਾਹੇ ਉਹ ਪੁਲਿਸ ਵਾਲੇ ਆ, ਚਾਹੇ ਉਹ ਵਲੰਟੀਅਰ ਹੈ, ਉਹਨਾਂ ਦੇ ਲਾਏ ਜਾਣ। ਅਖੀਰ ਘਟਾ ਕੇ ਕਰ ਦਿੱਤਾ ਸੀਗਾ ਜੀ ਚਲੋ 45 ਸਾਲ ਤੱਕ ਲੈ ਆਓ। ਹੁਣ ਜਿਹੜੀ ਹੈਗੀ ਹੈ ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਚਿੱਠੀ ਲਿਖੀ ਕਿ ਘਟਾ ਦਿਓ, ਔਰ ਘਟਾ ਕੇ ਜਿਹੜੇ ਬੱਚੇ ਆ ਬੱਚਿਆਂ ਨੂੰ ਕਿਉਂਕਿ ਘਰੋਂ ਬਾਹਰ ਨਿਕਲਣ ਵਾਸਤੇ ਕੋਈ ਬਹੁਤਾ ਉਹਨਾਂ ਨੂੰ ਨਹੀਂ ਜਾਣਾ ਪੈਂਦਾ, ਔਰ ਹਰ ਨਾਗਰਿਕ ਦੇ ਲਾਓ ਜਿਹੜਾ ਬਾਲਗ ਨਾਗਰਿਕ ਹੈ 18 ਸਾਲ ਦਾ। ਔਰ ਡਾਕਟਰ ਮਨਮੋਹਨ ਸਿੰਘ ਦਾ ਐਡੇ ਵਿਦਵਾਨ ਬੰਦੇ ਦਾ ਮਜ਼ਾਕ ਉਡਾਇਆ ਇੱਕ ਅੰਨ ਦੇ ਦੀਵੇ ਨੇ। ਉਹ ਕਿਹੜਾ ਆਟੇ ਦੇ ਦੀਵੇ ਨੇ, ਉਹ ਕੌਣ ਹੈ? ਉਹ ਡਾਕਟਰ ਹਰਸ਼ਵਰਧਨ ਹੈ ਜਿਹੜਾ ਇਸ ਦੇਸ਼ ਦਾ ਹੈਲਥ ਮਿਨਿਸਟਰ ਹੈ। ਸਵੇਰੇ ਉਹ ਮਜ਼ਾਕ ਉਡਾਉਂਦਾ ਕਿ ਡਾਕਟਰ ਮਨਮੋਹਨ ਸਿੰਘ ਤਾਂ ਐਵੇਂ ਕਰੀ ਜਾਂਦਾ ਹੈ, ਤੇ ਸ਼ਾਮ ਨੂੰ ਚੋਣ ਪ੍ਰੋਗਰਾਮ ਚੋਂ ਵਿਹਲੇ ਹੋ ਕੇ ਪ੍ਰਧਾਨ ਮੰਤਰੀ ਇੱਕ ਮੀਟਿੰਗ ਕਰਦੇ ਆ ਦਿੱਲੀ ਦੇ ਵਿੱਚ। ਮੀਟਿੰਗ ਕਰਦੇ ਆ ਜੀ ਉਹ ਵੱਡੀਆਂ ਕੰਪਨੀਆਂ ਜਿਹੜੀਆਂ ਦਵਾਈ ਬਣਾਉਣ ਵਾਲੀਆਂ ਉਹਨਾਂ ਦੇ ਪ੍ਰਤੀਨਿਧਾਂ ਦੇ ਨਾਲ ਔਰ ਸੀਨੀਅਰ ਡਾਕਟਰਾਂ ਦੇ ਨਾਲ। ਜਦੋਂ ਸੀਨੀਅਰ ਡਾਕਟਰਾਂ ਨੇ ਇਹ ਸਲਾਹ ਦਿੱਤੀ ਕਿ ਜੀ ਸਾਨੂੰ ਚਾਹੀਦਾ ਵੱਡੇ ਪੱਧਰ ਦੇ ਉੱਤੇ ਆਪਾਂ ਇੱਥੇ ਲੋਕਾਂ ਨੂੰ ਜਿਹੜੀ ਹੈ ਦੇਈਏ ਵੈਕਸੀਨ ਦੇਈਏ, ਉਹਨਾਂ ਨੂੰ ਇੰਜੈਕਸ਼ਨ ਲਾਇਆ ਤੇ ਫਿਰ ਫੈਸਲਾ ਹੋਇਆ ਕਿ ਹਾਂ 18 ਸਾਲ ਦੇ ਜਿਹੜੇ ਬਾਲਗ ਹੈ ਸਭ ਦੇ ਟੀਕੇ ਲਾਏ ਜਾਣ, ਸਭ ਨੂੰ ਵੈਕਸੀਨੇਸ਼ਨ ਦਿੱਤੀ ਜਾਵੇ।
ਸਵੇਰੇ ਮਜ਼ਾਕ ਉਡਾ ਰਿਹਾ ਇੱਕ ਮੰਤਰੀ, ਚਾਹੀਦੇ ਤਾਂ ਸੀ ਕੋਈ ਜਿਹੇ ਮੰਤਰੀ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ ਕਿ ਐਡਾ ਵਿਦਵਾਨ ਜਿਸ ਬੰਦੇ ਦੇ ਮੂੰਹ ਵੱਲ ਦੁਨੀਆ ਝਾਕਦੀ ਹੈ ਕਿ ਡਾਕਟਰ ਮਨਮੋਹਨ ਸਿੰਘ ਬੋਲੂਗਾ, ਪਤਾ ਨਹੀਂ ਉਹ ਕਿੰਨੀ ਸਿਆਣੀ ਗੱਲ ਕਰੂਗੇ, ਸਾਨੂੰ ਉੱਤੇ ਅਮਲ ਕਰਨਾ ਪੈਣਾ ਜੀ। ਸਾਡੇ ਕੋਲ ਇੱਕ ਸਰਮਾਇਆ, ਇੱਕ ਸੈੱਟ ਹੈ, ਅਸੀਂ ਉਹਦੀ ਵਰਤੋਂ ਨਹੀਂ ਕਰਦੇ। ਔਰ ਮੈਨੂੰ ਬਹੁਤ ਹੀ ਮਤਲਬ ਜਿਹੜੀ ਹੈਗੀ ਆ ਅਫਸੋਸ ਦੇ ਨਾਲ ਇੱਕ ਖਬਰ ਸਾਂਝੀ ਕਰਨੀ ਪੈ ਰਹੀ ਹੈ ਸਾਡੇ ਦਰਸ਼ਕਾਂ ਦੇ ਨਾਲ ਕਿ ਡਾਕਟਰ ਮਨਮੋਹਨ ਸਿੰਘ ਨੂੰ ਹਲਕਾ ਬੁਖਾਰ ਹੋਇਆ, ਜਦੋਂ ਉਹਨਾਂ ਦਾ ਟੈਸਟ ਕੀਤਾ ਉਹ ਵੀ ਪੋਜ਼ਿਟਿਵ ਆ ਗਏ, ਇਸ ਵੇਲੇ ਉਹ ਵੀ ਏਮਸ ਦੇ ਵਿੱਚ ਦਾਖਲ ਹੈ ਜੀ। ਇਹ ਤੋਂ ਪਹਿਲਾਂ ਇਹ ਗੱਲ ਵੀ ਆਈ ਸੀ, ਡਾਕਟਰ ਮਨਮੋਹਨ ਸਿੰਘ ਨੇ ਵੀ, ਰਾਹੁਲ ਗਾਂਧੀ ਨੇ ਵੀ ਇੱਕ ਬੇਨਤੀ ਕੀਤੀ ਸੀ ਕਿ ਹੁਣ ਤੁਸੀਂ ਇਸ ਚੱਕਰ ਦੇ ਵਿੱਚ ਨਾ ਪਾਓ ਕਿ ਵਿਦੇਸ਼ਾਂ ਦੇ ਵਿੱਚ ਜਿਹੜੀ ਦਵਾਈ ਬਣੀ ਵੀ ਹੈ ਕਿ ਉਹ ਦਵਾਈ ਦੀ ਟੈਸਟਿੰਗ ਭਾਰਤ ਦੇ ਵਿੱਚ ਹੋਵੇ ਜੀ। ਹੁਣ ਲੋੜ ਹੈ ਵੱਡੇ ਪੱਧਰ ਤੇ, ਜਿਵੇਂ ਰੂਸ ਦੀ ਸਪੁਤਨਿਕ ਹੈ, ਉਹ ਇਫੈਕਟਿਵ ਦਵਾਈ ਹੈ, ਔਰ ਰੂਸ ਦਾ ਜਿਹੜਾ ਹੈਗਾ ਸਾਡਾ ਤੇ ਰੂਸ ਦਾ ਕਾਫੀ ਸਾਰਾ ਜੇ ਆਪਾਂ ਇਲਾਕਾ ਦੇਖੀਏ, ਸਾਡਾ ਵਾਤਾਵਰਨ ਇੱਕੋ ਜਿਹਾ, ਜੇ ਉੱਥੇ ਉਹ ਦਵਾਈ ਅਸਰ ਅੰਦਾਜ਼ ਹੈ ਤਾਂ ਦਵਾਈ ਇੱਥੇ ਵੀ ਅਸਰ ਅੰਦਾਜ਼ ਹੋ ਸਕਦੀ ਸੀ। ਇਹ ਗੱਲ ਕਹੀ ਗਈ, ਪਹਿਲਾਂ ਉਹਦਾ ਕੋਈ ਬਾਉਦਰ ਨਹੀਂ ਕੀਤਾ ਗਿਆ, ਹੁਣ ਉਹਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ। ਵੱਡੀ ਗੱਲ ਇਹ ਹੈ, ਜਿਵੇਂ ਤੁਸੀਂ ਕਿਹਾ ਕਿ ਅਸੀਂ ਥਾਲੀਆਂ ਤੇ ਤਾਲੀਆਂ ਖੜਕਾਉਣ ਲੱਗੇ ਪਏ ਸੀ, ਐਡੀ ਵੱਡੀ ਮਹਾਮਾਰੀ ਫੈਲੀ ਹੋਈ ਹੈ ਤੇ ਇਸ ਮਹਾਮਾਰੀ ਦੇ ਬਾਰੇ ਚ ਜਿਹਦੇ ਲਾਕਡਾਊਨ ਦਾ, ਪਹਿਲੇ ਲਾਕਡਾਊਨ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ, ਉਸ ਦਿਨ ਤੁਸੀਂ ਉਹਨਾਂ ਦਾ ਵਿਖਿਆਨ ਦੇਖੋ ਕੀ ਕਿਹਾ ਸੀ। ਉਹਨਾਂ ਨੇ ਕਿਹਾ ਸੀ, ਕਹਿੰਦੇ ਜੀ 18 ਦਿਨਾਂ ਦੇ ਵਿੱਚ ਅਸੀਂ ਮਹਾਭਾਰਤ ਦੀ ਜੰਗ ਜਿੱਤ ਲਈ ਤੇ COVID-19 ਤੇ 21 ਦਿਨਾਂ ਦੇ ਵਿੱਚ ਅਸੀਂ ਜਿਹੜਾ 19 ਦੇ ਉੱਤੇ 21 ਦਿਨਾਂ ਦੇ ਵਿੱਚ ਕਾਬੂ ਪਾ ਲਵਾਂਗੇ। ਸਾਨੂੰ ਸਹਿਯੋਗ ਦਿਓ, ਤਾਲੀਆਂ ਵਜਾਓ, ਥਾਲੀਆਂ ਵਜਾਓ, ਮੋਮਬੱਤੀਆਂ ਜਗਾਓ ਔਰ ਮੋਬਾਈਲ ਫੋਨਾਂ ਦੀਆਂ ਜਿਹੜੀਆਂ ਲਾਈਟਾਂ ਵਗੈਰਾ ਜਗਾਓ। ਕਮਲੀ ਦੁਨੀਆ ਮਤਲਬ ਇਸੇ ਗੱਲ ਦੇ ਉੱਤੇ ਗਲੀਆਂ ਚ ਉਤਰੀ, ਕਿਹਾ ਉਹਨੇ ਵੀ ਆਪਣੇ ਘਰਾਂ ਦੀਆਂ ਬਾਲਕੋਨੀਆਂ ਚ ਖੜ ਕੇ, ਦਰਵਾਜ਼ਿਆਂ ਚ ਖੜ ਕੇ, ਜਿਹੜੇ ਸਾਡੇ ਹਸਪੀਟਲਾਂ ਵਾਲੇ ਡਾਕਟਰ ਆਉਂਦੇ ਆ, ਪੈਰਾਮੈਡੀਕਲ ਸਟਾਫ ਆਉਂਦਾ ਹੈ, ਉਹਨਾਂ ਦੀ ਹੌਸਲਾ ਅਫਜ਼ਾਈ ਕਰੋ ਤੇ ਸਾਡੀ ਸਥਿਤੀ ਕੀ ਸੀਗੀ ਕਿ ਅਸੀਂ ਜਿਹੜੀਆਂ ਹੈਗੀਆਂ ਟੋਲੀਆਂ ਬੰਨ ਕੇ ਲੋਕ ਸਾਡੇ ਬਾਹਰ ਨਿਕਲ ਗਏ। ਭਗਤੀ ਹੁੰਦੀ ਹੈ ਕਿਸੇ ਹੱਦ ਤੱਕ, ਪਰ ਲੇਕਿਨ ਭਗਤੀ ਐਡੀ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਆਪਣੇ ਆਪ ਨੂੰ ਵੀ ਖਤਰੇ ਦੇ ਵਿੱਚ ਪਾ ਲਓ। ਇੱਕ ਹੋਰ ਮੁੱਖ ਮੰਤਰੀ ਹੈ ਜੀ ਸਾਡੇ ਉੱਤਰਾਖੰਡ ਦੇ, ਜਿਨ੍ਹਾਂ ਦਾ ਨਾਂ ਤੀਰਥ ਸਿੰਘ ਰਾਵਤ ਹੈ, ਉਹਨੇ ਸ਼ੇਰ ਦੇ ਪੁੱਤ ਨੇ ਇੱਕ ਨਵਾਂ ਜਿਹੜਾ ਥੀਸਿਸ ਪੇਸ਼ ਕਰ ਦਿੱਤਾ ਕਿ ਜਿਹੜੀ ਗੰਗਾ ਦੀ ਡੁਬਕੀ ਹੈ, ਗੰਗਾ ਮਈਆ ਦੀ ਡੁਬਕੀ ਇਹੋ ਜਿਹੀ ਡੁਬਕੀ ਲਗਾਓ ਤੇ ਸਾਰੇ ਰੋਗ ਹੈ ਜਿਹੜੇ ਦੂਰ ਭਜਾਓ, ਕਰੋਨਾ ਵਗੈਰਾ ਖੜ ਨਹੀਂ ਸਕਦਾ। ਇੱਥੋਂ ਤੱਕ ਕਿ ਜਦੋਂ ਇਹਦੇ ਤੇ ਕਿੰਤੂ ਪਰੰਤੂ ਅਦਾਲਤ ਨੇ ਕੀਤਾ ਕਿ ਜੇ ਤਬਲੀਗੀ ਜਮਾਤ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਆਪਣੇ ਮਰਕਜ਼ ਦੇ ਅੰਦਰ ਬੈਠ ਕੇ ਆਪਣੀ ਭਜਨ ਬੰਦਗੀ ਕਰ ਲੈਣ, ਤਾਂ ਫਿਰ ਆ ਵੱਡੇ ਵੱਡੇ ਜਿਹੜੇ ਹੈਗੇ ਆਯੋਜਨ ਕਿਉਂ ਹੋ ਰਹੇ ਹੈ? ਜਿਵੇਂ ਕੁੰਭ ਦੇ ਮੇਲੇ ਦੇ ਉੱਤੇ ਐਡੀ ਵੱਡੀ ਭੀੜ ਇਕੱਤਰ ਕੀਤੀ ਹੈ ਤੇ ਉਦੋਂ ਵੀ ਤੀਰਥ ਸਿੰਘ ਰਾਵਤ ਨੇ ਕਹਿਤਾ ਸੀ ਕੰਪੇਅਰ ਨਾ ਕਰੋ ਗੰਗਾ ਨੂੰ, ਜਿਹੜਾ ਹੈਗਾ ਗੰਗਾ ਮਈਆ ਨੂੰ, ਹਰਿਦੁਆਰ ਨੂੰ ਕੰਪੇਅਰ ਨਾ ਕਰੋ ਤੁਸੀਂ ਤਬਲੀਗੀ ਮਰਕਜ਼ ਦੇ ਨਾਲ। ਆਹ ਹਾਲਤ ਹੈ ਤੇ ਹੁਣ ਸਥਿਤੀ ਕੀ ਹੋਈ ਹੈ ਤੇ ਸਥਿਤੀ ਇਸ ਕਦਰ ਭਿਆਨਕ ਹੋ ਗਈ ਹੈ ਕਿ ਜਿਹੜੀ ਦਿੱਲੀ ਦਾ ਸਾਰਾ ਕੰਟਰੋਲ ਕੇਂਦਰ ਸਰਕਾਰ ਨੇ ਆਪਣੇ ਕੋਲੇ ਲੈ ਲਿਆ, ਉਹਦੇ ਨਾਲ ਤੁਸੀਂ ਇਹ ਦੇਖੋ ਕਿ ਉੱਥੇ ਇੱਕ ਕਾਨੂੰਨ ਬਣਾ ਦਿੱਤਾ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਕੋਲੇ ਕੋਈ ਪਾਵਰ ਨਹੀਂ, ਪਾਵਰ ਲੈਫਟੀਨੈਂਟ ਗਵਰਨਰ ਕੋਲੇ ਹੈ। ਉਧਰ ਸਰਕਾਰ ਧਿਆਨ ਨਹੀਂ ਦਿੰਦੀ ਸੀ। ਅਖੀਰ ਅੱਕ ਕੇ ਕੱਲ ਅਰਵਿੰਦ ਕੇਜਰੀਵਾਲ ਨੂੰ ਲਾਕਡਾਊਨ ਲਾਉਣਾ ਪੈ ਗਿਆ ਪੂਰੇ 1 ਹਫ਼ਤੇ ਵਾਸਤੇ। ਰਾਤ 10 ਵਜੇ ਤੋਂ ਲਾਕਡਾਊਨ ਸ਼ੁਰੂ ਹੋਇਆ ਤੇ ਅਗਲੇ ਸੋਮਵਾਰ ਦੇ ਸਵੇਰੇ 5 ਵਜੇ ਤੱਕ ਇਹ ਲਾਕਡਾਊਨ ਰਹੂਗਾ ਕਿ ਲੋਕ ਆਪਣੇ ਘਰਾਂ ਦੇ ਵਿੱਚ ਹੀ ਕੈਦ ਰਹਿਣਗੇ। ਬਾਹਰੋਂ ਕਿਸੇ ਬੰਦੇ ਨੇ ਕੋਈ ਤਰੀਕ ਭੁਗਤਣੀ ਹੈ, ਕੋਈ ਪੇਸ਼ੀ ਹੈ, ਕੋਈ ਹਸਪਤਾਲ ਵਰਗੀ ਗੱਲ ਹੈ, ਉਹਦੇ ਵਾਸਤੇ ਜਿਹੜੀਆਂ ਸਖਤ ਪਾਬੰਦੀਆਂ ਲੋਕ ਆ ਜਾ ਨਹੀਂ ਸਕਣਗੇ। ਪਰ ਫਿਰ ਵੀ ਕੁਝ ਬੱਸਾਂ ਉਹਨਾਂ ਨੇ ਕਹੀਆਂ ਕਿ ਮੈਟਰੋ ਵੀ ਚੱਲਣਗੀਆਂ, ਟ੍ਰੇਨਾਂ ਵੀ ਚੱਲਣਗੀਆਂ, ਬੱਸਾਂ ਵੀ ਚੱਲਣਗੀਆਂ, ਉਹਨਾਂ ਦੇ ਵਿੱਚ ਸਵਾਰੀਆਂ ਜਿਹੜੀਆਂ ਘੱਟ ਹੋਣਗੀਆਂ, ਨਾ ਮਾਤਰ 50% ਤੱਕ ਕਰ ਦਿੱਤੀ ਹੈ। ਇਹਦੇ ਨਾਲ ਹੀ ਅਗਲੀ ਗੱਲ ਇਹ ਕਰ ਦਿੱਤੀ ਹੈ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ, ਪ੍ਰਾਈਵੇਟ ਆਫਿਸ ਹੈ, ਉਹ ਵਰਕ ਫਰਮ ਹੋਮ ਕਰਨਗੇ। ਸਰਕਾਰੀ ਜਿਹੜੇ ਹੈਗੇ ਦਫ਼ਤਰਾਂ ਦੀ ਹਾਜ਼ਰੀ ਵੀ ਘਟਾ ਦਿੱਤੀ ਹੈ। ਇਹ ਵੀ ਕਹਿ ਦਿੱਤਾ ਕਿ ਕੰਮ ਆਪਣੇ ਸਾਰੇ ਘਰੋਂ ਘਰੀ ਕਰੋ। ਉਹਨਾਂ ਨੇ 6 ਦਿਨਾਂ ਦਾ ਲਾਕਡਾਊਨ ਕੀਤਾ ਤੇ ਨਾਲ ਦੀ ਨਾਲ ਹੀ ਰਾਜਸਥਾਨ ਨੇ ਜੀ 15 ਦਿਨਾਂ ਦਾ ਲਾਕਡਾਊਨ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੀ ਸਰਕਾਰ ਸੁੱਤੀ ਪਈ ਹੈ। ਇੱਕ ਸਾਧ ਦਾ ਉੱਥੇ ਰਾਜ ਭਾਗ ਹੈ, ਸਾਧ ਦੇ ਕੰਟਰੋਲ ਕੀਤਾ ਹੋਇਆ ਸਾਰਾ ਦੇਸ਼। ਸਾਧ ਨੂੰ ਪਤਾ ਨਹੀਂ ਲੱਗਦਾ, ਮੇਰਾ ਖਿਆਲ ਉਹ ਵੀ ਤਾਲੀਆਂ ਤੇ ਥਾਲੀਆਂ 'ਚ ਹੀ ਲੱਗਿਆ ਹੋਇਆ ਜੋਗੀ ਆਦਿੱਤਿਆਨਾਥ। ਹੁਣ ਉੱਥੋਂ ਦੀ ਹਾਈ ਕੋਰਟ ਤੋਂ ਇਲਾਹਾਬਾਦ ਹਾਈ ਕੋਰਟ ਨੂੰ ਮੈਦਾਨ ਚੌੜਾ ਪਿਆ। ਇਤਿਹਾਸ ਦੇ ਵਿੱਚ ਕਦੇ ਇਹ ਦਿਨ ਵੀ ਆਉਣੇ ਸੀ ਕਿ ਹਾਈ ਕੋਰਟ ਹੁਕਮ ਕਰੇ ਕਿ ਤੁਸੀਂ ਲਾਕਡਾਊਨ ਕਰੋ। 5 ਵੱਡੇ ਸ਼ਹਿਰਾਂ ਦੇ ਵਿੱਚ ਹਾਈ ਕੋਰਟ ਨੇ ਲਾਕਡਾਊਨ ਦੀ ਕਾਰਵਾਈ ਕਰ ਦਿੱਤੀ ਹੈ, ਇੱਥੇ ਦੀ ਲਾਕਡਾਊਨ ਕਰੋ। ਪੰਜਾਬ ਦੇ ਵਿੱਚ ਪਹਿਲਾਂ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਦਾ ਕਰਫਿਊ ਸੀ, ਇਹ ਵੀ ਵਧਾ ਦਿੱਤਾ ਹੈ। ਇਹ ਕਰ ਦਿੱਤਾ ਜੀ ਸ਼ਾਮ ਨੂੰ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ, ਕਿਉਂਕਿ ਆਮ ਤੌਰ ਤੇ ਅਸੀਂ ਸ਼ਹਿਰ ਨੂੰ ਵੀ ਨਿਕਲ ਜਾਂਦੇ ਹਾਂ, ਕਈ ਵਾਰੀ ਹੋਟਲਾਂ ਦੇ ਵਿੱਚ ਵੀ, ਪਾਰਟੀਆਂ 'ਚ ਵੀ ਚਲੇ ਜਾਂਦੇ ਇਹਨਾਂ ਸਾਰੀਆਂ ਗੱਲਾਂ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਬਹੁਤ ਭਿਆਨਕ ਸਥਿਤੀ ਹੈ ਜੀ ਦੇਸ਼ ਦੇ ਵਿੱਚ। ਕੋਹਰਾਮ ਮਚਿਆ ਪਿਆ ਹੈ, ਹਰ ਪਾਸੇ ਲਾਸ਼ਾਂ ਦੇ ਢੇਰ ਲੱਗੇ ਪਏ ਹੈ।
ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ ਜਿਹੜੀਆਂ 80 85 ਮੌਤਾਂ ਹੋਣ ਲੱਗ ਗਈਆਂ। ਜੇ ਅਸੀਂ ਬਾਕੀ ਭਾਰਤ ਦੇ ਮੁਕਾਬਲੇ ਦੇਖੀਏ, ਕਿਉਂਕਿ ਪੰਜਾਬ ਦੇ ਲੋਕ ਫਿਜ਼ੀਕਲ ਵਰਕ ਬਹੁਤ ਜ਼ਿਆਦਾ ਕਰਦੇ ਆ, ਖੇਤੀਬਾੜੀ 'ਚ ਲੱਗੇ ਹੋਏ ਆ। ਪੰਜਾਬ ਦੇ ਲੋਕਾਂ ਦਾ ਜਿਹੜੀ ਹੈ ਖਾਦ ਖੁਰਾਕ ਦਾ ਇੱਥੋਂ ਦਾ ਵਾਤਾਵਰਨ ਵਧੀਆ, ਪਰ ਇਹਦੇ ਬਾਅਦ ਵੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਮੌਤਾਂ ਦੀ ਦਰ ਵੱਧ ਰਹੀ ਹੈ। ਬੜੀ ਫਿਕਰਮੰਦਗੀ ਵਾਲੀ ਗੱਲ ਹੈ। ਔਰ ਨਾਲ ਜੇ ਅਸੀਂ ਦੇਖੀਏ ਤਾਂ ਹੁਣ ਜਿਹੜੇ ਨਵੇਂ ਵੇਰੀਐਂਟ ਜਿੱਦਾਂ ਤੁਸੀਂ ਦੱਸਿਓ, ਇਸੇ ਤਾਂ ਇੱਕ ਸਟੱਡੀ ਜਿਹੜੀ ਨਵੀਂ ਆਈ ਹੈ, ਪਹਿਲਾਂ ਤਾਂ ਇਹ ਸੀ ਕਿ ਮਾਸਕ ਪਾਓ ਤੇ ਮਾਸਕ ਲਾਓ, ਹੁਣ ਕਹਿੰਦੇ ਹਵਾ ਤੋਂ ਹਵਾ ਨਾਲ ਹੀ ਇਹ ਗੱਲ ਆ ਜਾਂਦੀ ਹੈ। ਹਵਾ ਨਾਲ ਹੀ ਇਹ ਮਹਾਮਾਰੀ ਫੈਲਦੀ ਹੈ। ਜੇ ਹਵਾ ਨਾਲ ਮਹਾਮਾਰੀ ਫੈਲਦੀ ਹੈ ਤਾਂ ਮੇਰੇ ਖਿਆਲ ਮੁਤਾਬਕ ਇਹਦਾ ਕੰਟਰੋਲ ਕਿਤੇ ਵੀ ਨਹੀਂ ਹੋਣਾ। ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਜੀ, ਸਿਰਫ ਭਾਰਤ ਹੀ ਨਹੀਂ, ਸਾਰੇ ਦੇਸ਼ ਦਾ ਜਿਹੜਾ ਹੈਗਾ ਬੁਰਾ ਹਾਲ ਤੇ ਵੈਂਕੇ ਦਿਹਾੜੇ ਹੋਏ ਪਏ ਹੈ। ਔਰ ਸਾਡੇ ਹਾਕਮ ਜਿਹੜੇ ਹੈਗੇ, ਕੱਲ ਥੋੜੀ ਜਿਹੀ ਪ੍ਰਧਾਨ ਮੰਤਰੀ ਸਾਹਿਬ ਨੇ ਸਮਾਂ ਕੱਢਿਆ ਔਰ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਔਰ ਉਸ ਮੀਟਿੰਗ ਤੋਂ ਬਾਅਦ ਕੁਝ ਪੇਸ਼ਬੰਦੀਆਂ ਕੀਤੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਜੀ ਸਖਤੀ ਹੋਰ ਹੋਊਗੀ। ਪਰ ਨਾਲ ਹੀ ਅਸੀਂ ਇਹ ਗੱਲ ਕਹੀਏ ਕਿ ਜਿਹੜਾ ਪਹਿਲਾ ਲਾਕਡਾਊਨ ਲੱਗਿਆ ਸੀ, ਪਹਿਲੇ ਲਾਕਡਾਊਨ ਦੀ ਵਜ੍ਹਾ ਕਾਰਨ ਜਿਹੜੀ ਭਾਰਤ ਦੀ ਆਰਥਿਕਤਾ ਉਹ ਬਹੁਤ ਥੱਲੇ ਚਲੀ ਗਈ। ਲੋਕਾਂ ਦੇ ਕੋਲੇ ਖਾਣ ਪੀਣ ਵਾਸਤੇ, ਉਹਨਾਂ ਨੂੰ ਕੰਮ ਤੋਂ ਬਗੈਰ ਜਿਹੜੇ ਦਿਹਾੜੀਦਾਰ ਲੋਕ ਹੈ, ਜਿਹੜੇ ਨੌਕਰੀ ਪੇਸ਼ਾ ਲੋਕ ਆ, ਉਹ ਕੀ ਕਰਨਗੇ। ਔਰ ਇੱਕ ਵੱਡਾ ਸੰਕਟ ਇਹ ਖੜਾ ਹੋ ਗਿਆ ਜੀ, ਜਿਹੜੇ ਪ੍ਰਵਾਸੀ ਮਜ਼ਦੂਰ ਸਾਡੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਏ ਹੋਏ ਸੀ, ਉਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਵਿੱਚੋਂ ਵੀ ਗੱਡੀਆਂ ਦੇ ਵਿੱਚ ਲੋਕ ਦਵਾ-ਦਵ ਵਾਪਸ ਜਾ ਰਹੇ ਹੈ। ਔਰ ਦਿੱਲੀ ਦੀ ਹਾਲਤ ਤਾਂ ਇਹ ਬਣੀ ਹੈ ਕਿ ਕੇਜਰੀਵਾਲ ਨੂੰ ਕੱਲ ਇਹ ਅਪੀਲ ਕਰਨੀ ਪਈ ਹੈ ਕਿ ਤੁਸੀਂ ਆਪੋ ਆਪਣੇ ਇੱਥੇ ਰਹੋ, ਜਿਹੜੇ ਲੋਕ ਬਾਹਰੋਂ ਆਏ ਵੀ ਹਨ, ਬਾਹਰ ਆਪੋ ਆਪਣੇ ਘਰਾਂ ਨੂੰ ਨਾ ਜਾਣ। ਲੇਕਿਨ ਜਿਹੜਾ ਪਿਛਲਾ ਤਜਰਬਾ ਹੈ, ਜਿਵੇਂ ਗੈਰ ਵਿਗਿਆਨਕ ਢੰਗ ਦੇ ਨਾਲ ਬਗੈਰ ਸੋਚਿਆ ਸਮਝਿਆ ਸੁਪਨਾ ਆ ਜਾਂਦਾ ਹੁੰਦਾ ਕਿ ਰੇਡੀਓ ਟੈਲੀਵਿਜ਼ਨ ਦੇ ਉੱਤੇ ਪ੍ਰਧਾਨ ਮੰਤਰੀ ਨੇ ਐਲਾਨ ਕਰਤਾ ਕਿ ਜੀ ਲਾਕਡਾਊਨ, ਉਹਦੇ ਵਾਸਤੇ ਕੋਈ ਸਮਾਂ ਨਹੀਂ ਦਿੱਤਾ, ਲੋਕ ਆਪੋ ਆਪਣੇ ਘਰਾਂ ਨੂੰ ਕਿਵੇਂ ਜਾਣ। ਕਰੋੜਾਂ ਲੋਕ ਜਿਹੜੇ ਹੈਗੇ ਬੇਰੁਜ਼ਗਾਰ ਹੋ ਗਏ, ਲੱਖਾਂ ਲੋਕ ਜਿਹੜੇ ਹੈਗੇ ਪੈਦਲ ਆਪਣੇ ਘਰਾਂ ਵੱਲ ਨੂੰ ਚੱਲ ਪਏ ਹੈ। ਔਰ ਉਹਦੇ ਵਿੱਚ ਆਪਾਂ ਦੇਖਿਆ ਕਿੰਨੇ ਲੋਕ ਵਿਚਾਰੇ ਰਾਹਾਂ 'ਚ ਹੀ ਰਹਿ ਗਏ ਹੈ। ਕੋਈ ਗੱਡੀ ਥੱਲੇ ਆ ਕੇ ਮਰ ਗਿਆ, ਕੋਈ ਬੱਸਾਂ ਟਰੱਕਾਂ ਥੱਲੇ ਜਿਹੜੇ ਸੜਕਾਂ ਦੇ ਉੱਤੇ ਜਾਂਦੇ ਸੀ ਵਾਹਨ, ਉਹਨਾਂ ਥੱਲੇ ਆ ਕੇ ਮਰ ਗਏ। ਤੋ ਇਸ ਵੇਲੇ ਜਿਹੜੀ ਹੈ ਜੀ ਬਾਕੀ ਦੁਨੀਆ ਦੇ ਨਾਲ ਭਾਰਤ ਦਾ ਬਹੁਤ ਬੁਰਾ ਹਾਲ ਹੈ। ਠੀਕ ਫਰਮਾਇਆ ਕਿ ਇਸ ਵੇਲੇ ਸਾਡਾ ਨੰਬਰ 2 ਹੈ, ਕਿਉਂਕਿ ਤਾਏ ਦੀ ਧੀ ਚੱਲੀ ਤੇ ਮੈਂ ਕਾ ਤੋਂ ਰਮਾ ਕੱਲੀ। ਅਸੀਂ ਇਸ ਵੇਲੇ ਜਿਹੜੀ ਹੈ ਰੀਸ ਅਮਰੀਕਾ ਦੀ ਕਰਦੇ ਹਾਂ, ਮਿੱਤਰਚਾਰੀ ਸਾਡੀ ਅਮਰੀਕਾ ਦੇ ਨਾਲ। ਸਭ ਤੋਂ ਸਿਆਣਾ ਮੇਰਾ ਖਿਆਲ ਹੈ ਵੀ ਅਮਰੀਕਾ ਨੂੰ ਜਿਹੜਾ ਰਾਸ਼ਟਰਪਤੀ ਮਿਲਿਆ ਸੀ ਉਹ ਟਰੰਪ ਹੈ, ਤੇ ਉਹਦੇ ਨਾਲੋਂ ਸਿਆਣਾ ਸਾਡਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਸਾਹਿਬ, ਜਿਹੜੇ ਇਸ ਗੱਲ ਦੇ ਉੱਤੇ ਲੱਗੇ ਜੀ ਗਊ ਪੂਜਾ ਕਰੋ ਜੀ, ਗਊ ਮੂਤਰ, ਗਊ ਗੋਬਰ, ਤੇ ਇਹਦੇ ਨਾਲ ਹੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਜਾਣਾ। ਗੈਰ ਵਿਗਿਆਨਕ ਪਹੁੰਚ ਅਪਣਾਈ ਜਾ ਰਹੀ ਹੈ ਤੇ ਉਸ ਗੈਰ ਵਿਗਿਆਨਕ ਪਹੁੰਚ ਅਪਣਾਉਣ ਦਾ ਨਤੀਜਾ ਇਹ ਹੈ ਕਿ ਭਾਰਤ ਇਸ ਵੇਲੇ ਇੱਕ ਵੱਡਾ ਨਰਕ ਦਾ ਰੂਪ ਧਾਰਨ ਕਰਨ ਵੱਲ ਵਧ ਰਿਹਾ ਜੀ। ਹਾਂ ਬਿਲਕੁਲ, ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਤੁਸੀਂ ਗਊ ਮੂਤਰ ਦੀ ਗੱਲ ਕੀਤੀ ਹੈ ਜੀ। ਭਾਰਤ ਦੇ ਵਿੱਚ ਜਿਹਨੂੰ ਮਾਂ ਕਿਹਾ ਜਾਂਦਾ, ਪਹਿਲਾਂ ਭਾਰਤ ਮਾਤਾ ਕਿਹਾ ਜਾਂਦਾ ਸੀ, ਭਾਰਤ ਮਾਤਾ ਦਾ ਬੇੜਾ ਗਰਕ ਕਰਤਾ। ਫਿਰ ਮਾਂ ਨੂੰ ਜਿਹੜਾ ਕਿਹਾ ਜਾਂਦਾ ਜੀ, ਮਾਵਾਂ ਧੀਆਂ ਭੈਣਾਂ ਦੀਆਂ ਜਿਹੜੀਆਂ ਇੱਜ਼ਤਾਂ ਜਿਹੜੀਆਂ ਮੰਦਰਾਂ ਦੇ ਵਿੱਚ ਜਾਂ ਹੋਰ ਧਾਰਮਿਕ ਸਥਾਨਾਂ ਦੇ ਵਿੱਚ ਜਿਹੜੀਆਂ ਲੁੱਟੀਆਂ ਜਾ ਰਹੀਆਂ, ਕਿੱਦਾਂ ਦੇ ਹਾਲਾਤ ਹੋ ਰਹੇ ਆ। ਇਸ ਟਾਈਮ ਗੰਗਾ ਨੂੰ ਮਈਆ ਕਿਹਾ ਜਾਂਦਾ ਤਾਂ ਗੰਗਾ ਦਾ ਹਾਲਾਤ ਇੰਨਾ ਪੂਰਾ ਗੰਦ ਜਿਹੜਾ ਗੰਗਾ ਦੇ ਵਿੱਚ ਪਾਇਆ, ਤੇ ਹੁਣ ਗਊ ਨੂੰ ਮਾਤਾ ਕਿਹਾ ਜਾਂਦਾ ਤੇ ਉਹਦਾ ਵੀ ਮਾਸ ਜਿਹੜਾ 4 ਜਿਹੜੀਆਂ ਹਿੰਦੂ ਭਰਾਵਾਂ ਦੀਆਂ ਵੱਡੀਆਂ ਫੈਕਟਰੀਆਂ ਜੀ ਉਹਦੇ ਵਿੱਚ ਹੀ ਉਹਨਾਂ ਨੂੰ ਵੱਢ ਕੇ ਵੇਚਿਆ ਜਾਂਦਾ, ਪਰ ਜਿਹੜੇ ਗਰੀਬ ਲੋਕਾਂ ਨੂੰ ਕੁੱਟਿਆ ਜਾਂਦਾ। ਇਹ ਇਹਨਾਂ ਦੀ ਮਾਤਾ ਦਾ ਹਾਲ ਆ। ਆਪਣੇ ਨਾਲ ਕਾਲਰ ਜੁੜਿਆ ਜੀ, ਤਾਂ ਆਪਾਂ ਕਾਲ ਲੈ ਲਈਏ। ਹਾਂਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜਗਰਾਜ ਗਿੱਲ ਯੂਐਸਏ ਤੋਂ ਜੀ। ਜੀ ਗਿੱਲ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਵੈਲਕਮ। ਹਾਂ ਜੀ, ਬੜੀ ਖਾਸ ਗੱਲ ਇਹ ਵੀ ਕਰੋਨਾ ਤੇ ਗਊ ਤੇ ਮੋਦੀ ਸਾਹਿਬ ਤੇ ਬਹੁਤ ਕੁਝ ਲਿਖਿਆ ਮੈਂ, ਤੇ ਅੱਜ ਅਸੀਂ ਸਾਰੀ ਫੈਮਿਲੀ ਬੈਠੇ ਆ, ਪੰਜ ਮੈਂਬਰ ਤੇ ਟੀਵੀ ਚੈਨਲ ਤੇ ਸਾਡੀ ਸ਼ਰਤ ਲੱਗੀ ਆ ਵੀ ਇਹਨਾਂ ਨੇ ਕਾਲ ਨਹੀਂ ਚੱਕਣੀ ਤੇਰੀ। ਅੱਛਾ ਜੀ। ਮੈਂ ਕਿਹਾ ਵੀ ਮੇਰਾ ਤਾਂ ਖਾਸ ਚੈਨਲ ਹੈ ਤੇ 2 ਲੇਡੀਜ਼ ਆ, ਉਹ ਤਾਂ ਸੀਰੀਅਲ ਪਸੰਦ ਕਰਦੀਆਂ। ਇੱਕ ਬੇਟਾ ਜਿਹੜਾ ਉਹ ਕਲਾਕਾਰਾਂ ਦੇ ਗਾਣੇ ਪਸੰਦ ਕਰਦਾ। ਅੱਛਾ ਜੀ। ਤੇ ਦੂਜਾ ਜਿਹੜਾ ਹੈਗਾ ਉਹ ਰਸ਼ੀਆ ਨੂੰ ਤੇ ਦੀਪ ਸਿੱਧੂ ਨੂੰ ਪਸੰਦ ਕਰਦਾ, ਤੇ ਇਹੀ ਟਕੜਕਾ ਚੱਲੀ ਜਾਂਦਾ। ਤੇ ਤੁਸੀਂ ਅਪਡੇਟ ਦਿਓ ਵੀ ਦੀਪ ਸਿੱਧੂ ਬਾਰੇ ਹੁਣ ਕੀ ਹੋ ਰਿਹਾ ਹੈ ਤੇ ਕੀ ਕੁਛ ਹੋਊਗਾ ਉਹਦੇ ਨਾਲ। ਹਾਲੇ ਕੋਈ ਸਹੀ ਆ ਕਿ ਗਲਤ ਆ, ਤੇ ਉਹਦਾ ਪਿਓ ਬਾਰੇ ਜਿਹੜੀ ਦੱਸੀ ਸੀ ਉਹ ਹੀ ਦੱਸੋ, ਕਿਉਂਕਿ ਜਿਹੜਾ ਉਹਦਾ ਪਿੰਡ ਆ ਨਾ ਉੱਥੇ ਮੇਰੀ ਰਿਸ਼ਤੇਦਾਰੀ, ਉਹਨਾਂ ਨੇ ਵੀ ਗਲਤ ਦੱਸਿਆ ਮੈਨੂੰ ਵੀ ਉਹ ਬੰਦਾ ਗਲਤ ਸੀ, ਪਰ ਇਹ ਮੰਨਦੇ ਨਹੀਂ। ਪਰ ਉਹ ਬੜਾ ਕੁਝ ਹੋ ਚੁੱਕਿਆ ਗਿੱਲ ਸਾਹਿਬ, ਤੇ ਹਾਲੇ ਜ਼ਮਾਨਤ ਮਿਲੀ ਸੀ ਪਰ ਦੂਸਰੇ ਕੇਸ ਦੇ ਵਿੱਚ ਫਿਰ ਦੁਬਾਰਾ ਉਹਨੂੰ ਅਰੈਸਟ ਕਰ ਲਿਆ ਜੀ। ਬਸ ਇਹੀ ਅਪਡੇਟ ਆ, ਹੋਰ ਉਹਦੀ ਕੋਈ ਅਪਡੇਟ ਨਹੀਂ ਹਾਲੇ ਫਿਲਹਾਲ। ਹਾਂਜੀ ਵਿੱਚ ਦੁਬਾਰਾ ਆਵਾਜ਼ ਆ ਰਹੀ ਸੀਗੀ ਤੇ ਮੈਂ ਦੱਸ ਹੀ ਦਿੱਤਾ। ਵੈਸੇ ਢਿੱਲੋਂ ਸਾਹਿਬ ਮੇਰੇ ਹਿਸਾਬ ਨਾਲ ਕੋਈ ਹੋਰ ਤਾਂ ਜਾਣਕਾਰੀ ਨਹੀਂ ਹੋਣੀ ਜੀ। ਨਹੀਂ ਜੀ, ਉਹ ਜਿਹੜੀ ਹੈਗੀ ਹੈ ਇੱਕ ਨਵਾਂ ਕੇਸ, ਜਿਹੜਾ ਕੇਸ ਤਾਂ ਪੁਰਾਣਾ ਹੀ ਬਣਾਇਆ ਹੋਇਆ ਇਹਨਾਂ ਨੇ, ਪੁਲਿਸ ਵਾਲੇ ਤੁਹਾਨੂੰ ਪਤਾ ਵੀ ਇਸ ਤਰ੍ਹਾਂ ਕਰਦੇ ਹੁੰਦੇ ਹੈ
ਤੇ ਇੱਕ ਕੇਸ ਦੇ ਵਿੱਚ ਜਦੋਂ ਜ਼ਮਾਨਤ ਹੁੰਦੀ ਹੈ ਫਿਰ ਦੂਜੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲੈਂਦੇ ਆ। ਜਿਹੜੀ ਪਹਿਲੀ ਲਾਲ ਕਿਲੇ ਦੇ ਉੱਤੇ ਘਟਨਾਕ੍ਰਮ ਹੋਇਆ ਸੀ ਉਹਦੇ ਵਿੱਚ ਜ਼ਮਾਨਤ ਮਿਲ ਗਈ ਸੀ ਉਹਨੂੰ ਜੀ, ਲੇਕਿਨ ਫਿਰ ਲਾਲ ਕਿਲੇ ਦੇ ਅੰਦਰ ਜਾ ਕੇ ਕੁਝ ਭੰਨ ਤੋੜ ਹੋਈ ਹੈ। ਕਈ ਵਾਰੀ ਬੰਦੇ, ਤੁਹਾਨੂੰ ਪਤਾ ਵੀ ਜਦੋਂ ਭੀੜਾਂ ਹੁੰਦੀਆਂ, ਭੀੜਾਂ ਦੇ ਵਿੱਚ ਡਿਸਪਲਿਨ ਤਾਂ ਕੋਈ ਹੁੰਦਾ ਨਹੀਂ ਜੀ, ਉਹ ਜਿਵੇਂ ਬੰਦੇ ਦਾ ਕਰਦਾ ਵੀ ਇਧਰ ਹੋ ਜਾਓ ਉਧਰ ਹੋ ਜਾਓ, ਉਹ ਭਗਦੜ ਦੇ ਵਿੱਚ ਕੁਝ ਚੀਜ਼ਾਂ ਦਾ ਨੁਕਸਾਨ ਹੋਇਆ ਹੈ। ਉਹਦੇ ਵਿੱਚ ਜਿਹੜਾ ਆਰਕਾਲੋਜੀ ਡਿਪਾਰਟਮੈਂਟ ਆਫ ਇੰਡੀਆ ਹੈ ਉਹਨਾਂ ਨੇ ਇੱਕ ਕੇਸ ਰਜਿਸਟਰ ਕਰਵਾਇਆ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ, ਆਹ ਚੀਜ਼ਾਂ ਇੱਥੋਂ ਗਾਇਬ ਹੋ ਗਈਆਂ, ਪੁਰਾਣੀਆਂ ਵਸਤਾਂ ਜਿਹੜੀਆਂ ਗਾਇਬ ਹੋ ਗਈਆਂ, ਉਹ ਕੇਸ ਰਜਿਸਟਰ ਕੀਤਾ ਸੀ ISI ਵੱਲੋਂ, ਜਿਹੜਾ ਕਰਵਾਇਆ ਹੋਇਆ ਸੀ ASI ਵੱਲੋਂ ਉਹ ਕਰਵਾਇਆ ਸੀ। ਉਹਦੇ ਸੰਬੰਧ ਦੇ ਵਿੱਚ ਤਿਹਾੜ ਜੇਲ੍ਹ ਨੂੰ ਇਨਫੋਰਮੇਸ਼ਨ ਭੇਜਤੀ ਸੀ ਕਿ ਬੰਦੇ ਨੂੰ ਰਿਹਾ ਨਾ ਕੀਤਾ ਜਾਵੇ, ਅਸੀਂ ਨੂੰ ਗ੍ਰਿਫਤਾਰ ਕਰਨਾ ਹੈ। ਨੈਕਸਟ ਡੇ ਦੀ ਸ਼ਾਇਦ ਗ੍ਰਿਫਤਾਰੀ ਹੋ ਕੇ ਅਜੇ ਤੱਕ ਇਹ ਖਬਰ ਨਹੀਂ ਆਈ ਕਿ ਉਹਨੂੰ ਕੋਰਟ ਪੇਸ਼ ਕੀਤਾ ਨਹੀਂ ਕੀਤਾ, ਕੋਈ ਰਿਮਾਂਡ ਵਗੈਰਾ ਮੰਗਿਆ ਕਿ ਨਹੀਂ ਮੰਗਿਆ। ਲੇਕਿਨ ਵਕੀਲਾਂ ਵੱਲੋਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਜੋ ਚਰਚਾ ਹੋ ਰਹੀ ਹੈ ਉਸ ਚਰਚਾ ਦੇ ਮੁਤਾਬਕ ਇਹ ਹੈ ਕਿ ਅਜੇ ਛੇਤੀ ਕਿਤੇ ਰਿਹਾਈ ਸੰਭਵ ਨਹੀਂ। ਜੀ ਹਾਂ, ਬਿਲਕੁਲ ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਤੇ ਮੈਂ ਥੋੜੀ ਜਿਹੀ ਗੱਲਬਾਤ ਕੀਤੀ ਸੀ ਜੀ, ਜਿਹੜੀ ਭਾਰਤ ਦੇ ਵਿੱਚ ਜਿਹਨੂੰ ਮਾਤਾ ਕਿਹਾ ਜਾਂਦਾ ਜੀ, ਇੱਕ ਵੀਡੀਓ ਬੜੀ ਘੁੰਮ ਰਹੀ ਆ ਤੇ ਕਹਿੰਦੇ ਜੀ ਪਹਿਲਾਂ ਭਾਰਤ ਮਾਤਾ ਕਿਹਾ ਸੀਗਾ ਤੇ ਉਹਦਾ ਸੱਤਿਆਨਾਸ਼ ਕਰਤਾ ਇਹਨਾਂ ਨੇ, ਫਿਰ ਗੰਗਾ ਮਈਆ ਕਿਹਾ ਉਹਦਾ ਸੱਤਿਆਨਾਸ਼ ਹੋ ਗਿਆ ਜੀ, ਫਿਰ ਹੁਣ ਕਹਿੰਦੇ ਸੀ ਜੀ ਆਹ ਜਿਹੜੀ ਆਪਣੀ ਮਾਂ ਨੂੰ ਭਾਵੇਂ ਮਾਂ ਨਾ ਸਮਝਣ ਚਾਹੇ ਨਾ ਸਮਝਣ, ਗਊ ਮਾਤਾ ਨੂੰ ਕਹਿੰਦੇ ਆ ਤਾਂ ਉਹਦਾ ਹਾਲਾਤ ਦੇਖ ਲਓ ਕਿੱਦਾਂ ਦੇ ਆ। ਸ਼ਹਿਰਾਂ ਦੇ ਵਿੱਚ ਕਿੰਨਿਆਂ ਦੇ ਐਕਸੀਡੈਂਟ ਹੁੰਦੇ ਆ, ਖਾਣ ਨੂੰ ਉਹਨਾਂ ਦੇ ਕੋਈ ਪੱਠੇ ਹੈ ਨਹੀਂ ਗੇ ਜਾਂ ਚਾਰਾ ਹੈ ਨਹੀਂ, ਉਹ ਵਿਚਾਰੀਆਂ ਪੇਪਰ ਖਾਂਦੀਆਂ ਰੂੜੀਆਂ ਤੋਂ ਚੁਗਣ ਚੁੱਕ ਕੇ। ਗਊਸ਼ਾਲਾਵਾਂ ਦੇ ਵਿੱਚ ਕੀ ਹਾਲਾਤ ਆ, ਕਿੰਨੇ ਐਕਸੀਡੈਂਟਾਂ ਦਾ ਕਾਰਨ ਬਣਦੀਆਂ, ਕਿੰਨੇ ਮਾਵਾਂ ਦੇ ਪੁੱਤ ਭੈਣਾਂ ਭਰਾ ਜਿਨ੍ਹਾਂ ਨੂੰ ਉਹ ਮਾਰਦੀਆਂ ਆ, ਆਪ ਵੀ ਮਰਦੀਆਂ ਜੀ, ਕਈ ਵਾਰੀ ਟਰੱਕਾਂ ਟਰੁੱਕਾਂ ਦੇ ਵਿੱਚ ਆ ਕੇ, ਕਈ ਵਾਰੀ ਭੁੱਖੀਆਂ ਮਰ ਜਾਂਦੀਆਂ। ਇੱਦਾਂ ਦੇ ਹਾਲਾਤ ਆ। ਗੰਗਾ ਨੂੰ ਪਵਿੱਤਰ ਕਰਨ ਲੱਗੇ ਸੀ, ਉਹ ਕਿਤੇ ਲੱਭ ਨਹੀਂ ਰਹੀ ਵੀ ਕਿਹਨੂੰ ਪਵਿੱਤਰ ਕਰਨਾ ਉਹਨਾਂ ਨੇ, ਕਿੱਥੇ ਡੁਬਕੀ ਲਾਉਣ ਦੀ ਗੱਲ ਕਰਦੇ ਆ ਜੀ। ਭਾਰਤ ਦੇ ਵਿੱਚ ਅੰਧ ਵਿਸ਼ਵਾਸ ਸਿਖਰਾਂ 'ਤੇ ਆ, ਤੂੜੀ ਭਰੀ ਹੋਈ ਹੈ ਲੋਕਾਂ ਦੇ ਸਿਰਾਂ ਦੇ ਵਿੱਚ ਵੀ। ਉੱਦਾਂ ਦੇ ਸਾਡੇ ਦੇਸ਼ ਦੇ ਅਹਿਲਕਾਰ ਆ, ਉੱਦਾਂ ਦਾ ਪ੍ਰਧਾਨ ਮੰਤਰੀ ਆ, ਉੱਦਾਂ ਦਾ ਗ੍ਰਹਿ ਮੰਤਰੀ, ਉੱਦਾਂ ਦੇ ਉਹਨੂੰ ਸੁਣਨ ਵਾਲੇ ਆ। ਆਲਮੋਸਟ ਮੈਨੂੰ ਤਾਂ ਲੱਗਦਾ 70% ਦੇ ਲਗਭਗ ਜਿਨ੍ਹਾਂ ਦੇ ਦਿਮਾਗ ਖਾਲੀ ਹੈ ਜੀ। ਬਿਲਕੁਲ ਜੀ, ਜਦੋਂ ਤੁਸੀਂ ਗਊ ਮਾਤਾ ਦੀ ਗੱਲ ਕਰਦੇ ਹੋ, ਕਈ ਵਾਰੀ ਆਪਾਂ ਦੇਖਦੇ ਕਿ ਗਊ ਮਾਤਾ ਜਦੋਂ ਫਿਰਦੀ ਹੁੰਦੀ ਹੈ ਬਾਜ਼ਾਰਾਂ ਦੇ ਵਿੱਚ ਤੇ ਉਹ ਕਾਗਜ਼ ਖਾਂਦੀ ਹੈ, ਗੰਦ ਮੰਦ ਖਾਂਦੀ ਹੈ। ਬਹੁਤੇ ਵਾਰੀ ਡਾਕਟਰਾਂ ਨਾਲ ਵੀ, ਜਿਹੜੇ ਵੈਟਰਨਰੀ ਡਾਕਟਰਾਂ ਨਾਲ ਗੱਲਬਾਤ ਹੁੰਦੀ ਹੈ ਕਿ ਜਦੋਂ ਕਈ ਵਾਰੀ ਤਰਾਸਦੀ ਹੋ ਜਾਂਦੀ ਹੈ, ਇੱਕ ਤੋਂ ਵੱਧ ਗਊਆਂ ਦੀ ਮੌਤ ਹੋ ਜਾਂਦੀ ਹੈ, ਉਦੋਂ ਹਾਹਾਕਾਰ ਮਚ ਜਾਂਦੀ ਹੈ ਜੀ, ਕਿਸੇ ਨੇ ਜ਼ਹਿਰ ਦੇਤਾ ਜੀ, ਇਹ ਦੇਤਾ ਜੀ, ਇਹ ਦੇ ਦਿੱਤਾ। ਲੇਕਿਨ ਡਾਕਟਰਾਂ ਦਾ ਇਹ ਮੰਨਣਾ ਕਿ ਜਦੋਂ ਅਸੀਂ ਪੋਸਟਮਾਰਟਮ ਕਰਦੇ ਨੇ, ਪੋਸਟਮਾਰਟਮ ਵੇਲੇ ਦੇਖਦੇ ਕਿ ਉਹਨਾਂ ਦੇ ਜਿਹੜੀ ਹੈਗੀ ਹੈ ਬੋਡੀ ਦੇ ਅੰਦਰ, ਉਹਨਾਂ ਦੇ ਮਿਹਦੇ ਦੇ ਅੰਦਰ ਜਿਹੜੀ ਖੁਰਾਕ ਹੋਣੀ ਚਾਹੀਦੀ ਹੈ, ਚਾਰਾ ਹੋਣਾ ਚਾਹੀਦਾ, ਉਹਦੀ ਬਜਾਏ ਆਮ ਤੌਰ ਤੇ ਪੋਲੀਥੀਨ ਦੇ ਕਾਗਜ਼ ਭਰੇ ਹੁੰਦੇ। ਬਿਲਕੁਲ ਜੀ, ਕਿਉਂਕਿ ਜੋ ਮਿਲਦਾ ਉਹੀ ਮਤਲਬ ਗਾਂ ਖਾ ਲੈਂਦੀ ਹੈ ਔਰ ਉਹਦਾ ਨਤੀਜਾ ਇਹ ਹੁੰਦਾ ਕਿ ਉਹਦਾ ਕੁਛ ਨਹੀਂ। ਅਗਲੀ ਗੱਲ, ਇੱਥੇ ਜਿਹੜਾ ਹੈਗਾ ਆਮ ਲੋਕਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਟੈਕਸ ਲਾਏ ਹੋਏ ਹੈ, ਸੈਸ ਲਾਏ ਹੋਏ ਹੈ, ਗਊ ਟੈਕਸ ਲਾਏ ਹੈ। ਤੁਸੀਂ ਸੀਮਿੰਟ ਦਾ ਗੱਟਾ ਲੈਣਾ, ਤੁਹਾਨੂੰ ਉਹਦੇ ਤੇ ਵੀ ਟੈਕਸ ਦੇਣਾ ਪੈਣਾ ਹੈ। ਤੁਸੀਂ ਕੋਈ ਚਾਹ ਗੁੜ ਲੈਣੀ ਹੈ, ਜਾ ਕੇ ਕੋਈ ਖੰਡ ਲੈਣਾ, ਕੁਛ ਵੀ ਲੈਣਾ, ਉਹਦੇ ਉੱਤੇ ਵੀ ਗਊ ਸੈਸ ਲੱਗਿਆ। ਕੋਈ ਵੀ ਚੀਜ਼ ਇਹੀ ਛੱਡੀ ਨਹੀਂ ਹੋਈ ਜਿਹੜੀ ਗਊ ਸੈਸ ਨਾ ਲੱਗਿਆ ਹੋਵੇ। ਔਰ ਥਾਂ ਦੇ ਉੱਤੇ ਜਿਹੜੀਆਂ ਹੈਗੀਆਂ ਗਊਸ਼ਾਲਾਵਾਂ ਬਣੀਆਂ, ਕੇਂਦਰ ਸਰਕਾਰ ਵੀ ਗਊਆਂ ਦੇ ਵਾਸਤੇ, ਗਊਆਂ ਦੇ ਡਿਪਾਰਟਮੈਂਟ ਵਾਸਤੇ ਬਜਟ ਰੱਖਦੀ ਹੈ, ਸੂਬਾ ਸਰਕਾਰਾਂ ਵੀ ਬਜਟ ਰੱਖਦੀਆਂ, ਲੇਕਿਨ ਉਹ ਪੈਸਾ ਜਾਂਦਾ ਕਿੱਥੇ ਹੈ? ਔਰ ਜਿੱਥੋਂ ਤੱਕ ਅਸੀਂ ਗਊ ਭਗਤਾਂ ਦੀ ਗੱਲ ਦੇਖੀਏ, ਗਊ ਭਗਤਾਂ ਦੀ ਸਥਿਤੀ ਹੈ ਕਿ ਗਊਸ਼ਾਲਾਵਾਂ ਦੇ ਵਿੱਚ ਜੇ ਤਾਂ ਜਿੰਨੀ ਦੇਰ ਤੱਕ ਕੋਈ ਗਊ ਦੁੱਧ ਦਿੰਦੀ ਹੈ ਉਨੀ ਦੇਰ ਤੱਕ ਤਾਂ ਉਹ ਰੱਖਦੇ ਹੈ। ਜਦੋਂ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਇਹਨੇ ਦੁੱਧ ਲੈਣਾ ਛੱਡ ਦਿੱਤਾ ਹੈ, ਉਸ ਵੇਲੇ ਉਹਨੂੰ ਤੇ ਉਹਦੇ ਬੱਚਰੂ ਨੂੰ ਜਿਹੜਾ ਭਜਾ ਦਿੰਦੇ ਆ ਤੇ ਉਹ ਫਿਰ ਗਲੀਆਂ ਬਾਜ਼ਾਰਾਂ ਦੇ ਵਿੱਚ ਫਿਰਦੇ ਆ, ਬੁਰੀ ਹਾਲਤ ਤੇ ਬੈਂਕੇ ਦੇ ਹਾੜੇ ਹੁੰਦੇ। ਇਹਦੇ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਧਰਮ ਦੇ ਨਾਂ ਦੇ ਉੱਤੇ, ਅਸੀਂ ਮਤਲਬ ਕਿਸੇ ਪ੍ਰਥਾ ਦੇ ਨਾਂ, ਰਵਾਇਤ ਦੇ ਨਾਂ ਦੇ ਉੱਤੇ ਕਰਦੇ ਬਹੁਤ ਕੁਛ ਆ, ਲੇਕਿਨ ਉਹਦੇ ਵਿੱਚ ਕਿ ਹਰ ਥਾਂ ਦੇ ਉੱਤੇ ਬੇਈਮਾਨੀ। ਹਿੰਦੁਸਤਾਨ ਦੇ ਵਿੱਚ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਹੈ, ਸਾਡੇ ਜੋ ਟਰੱਕ ਚੱਲਦੇ ਆ ਤੇ ਟਰੱਕਾਂ ਦੇ ਮਗਰ ਇੱਕ ਸਲੋਗਨ ਲਿਖਿਆ ਹੁੰਦਾ ਹੈ, 100 ਚੋਂ 99 ਬੇਈਮਾਨ ਤੇ ਫਿਰ ਵੀ ਸਾਡਾ ਜਿਹੜਾ ਹੈਗਾ ਭਾਰਤ ਮਹਾਨ। ਇਸ ਕਿਸਮ ਦੀ ਗੱਲ ਬਣੀ ਹੋਈ ਹੈ। ਜਿਨ੍ਹਾਂ ਲੋਕਾਂ ਨੇ ਧਰਮ ਕਰਮ ਦੇ ਠੇਕੇ ਲਏ ਹੋਏ ਹੈ, ਉਹ ਠੇਕੇ ਲੈਣ ਵਾਲੇ ਵੀ ਉਹਦੇ ਵਿੱਚੋਂ ਕਮਾਈਆਂ ਕਰਦੇ ਹੈ। ਔਰ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਕਿ ਇਸ ਵੇਲੇ ਦੀ ਸਥਿਤੀ ਕੀ ਹੈ। ਪੰਜਾਬ ਜਿਹੜਾ ਹੈਗਾ, ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਅਸੀਂ ਕਹਿੰਦੇ, ਪੰਜਾਬ ਦੇ ਵਿੱਚੋਂ ਵੀ ਕਾਫੀ ਸਾਰੀਆਂ ਜਿਹੜੀਆਂ ਹੈ ਗਊਸ਼ਾਲਾਵਾਂ ਬਣਾਉਣ ਦਾ ਯਤਨ ਕੀਤਾ ਜਾ ਰਿਹਾ। ਔਰ ਮੈਂ ਦੇਖਦਾ, ਚੰਦੀ ਸਾਹਿਬ ਤੁਸੀਂ ਵੀ ਦੇਖਿਆ ਹੋਣਾ ਕਿ ਆਮ ਤੌਰ ਦੇ ਉੱਤੇ ਜਿਵੇਂ ਹੁਣ ਸਿੱਖ ਧਰਮ ਦੇ ਲੋਕ ਹੈ, ਜਿਨ੍ਹਾਂ ਦਾ ਅਕੀਦਾ ਜਿਹੜਾ ਹੈਗਾ ਸਿੱਖੀ ਦੇ ਵਿੱਚ ਹੈ, ਉਹ ਜਾਤ ਪਾਤ ਨੂੰ ਨਹੀਂ ਮੰਨਦੇ। ਜੇ ਭਾਈਚਾਰੇ ਦੇ ਮੁਕਾਬਲਤਨ ਦੇਖੀਏ ਤਾਂ ਕਈ ਥਾਵਾਂ ਦੇ ਉੱਤੇ ਕਈ ਬਾਬਿਆਂ ਵੱਲੋਂ, ਜਿਵੇਂ ਹੁਣ ਸਾਡੇ ਜਿਹੜੀ ਹੈਗੀ ਹੈ ਪੁੱਛੋ, ਇੱਕ ਬਹੁਤ ਜਿਹੜਾ ਹੈਗਾ ਪੁਰਾਣਾ ਡੇਰਾ ਹੈ ਜਿਹਨੂੰ ਡੇਰਾ ਰਾਮ ਰੂਮੀ ਵਾਲਾ ਕਹਿ ਦਿੰਦੇ ਹੈ। ਸ਼ਾਇਦ ਇਹਨਾਂ ਦਾ ਜਿਹੜੀ ਹੈਗੀ ਹੈ ਜਿਹੜਾ ਸਬੰਧ ਹੈ ਉਹ ਨਾਨਕਸ਼ਾਹੀ
ਜਿਹੜਾ ਹੈਗਾ ਆਪਣਾ ਸੰਪਰਦਾਇ ਉਹਨਾਂ ਨਾਲ ਜਾ ਕੇ ਜੁੜਦਾ ਹੈ। ਔਰ ਇੱਥੇ ਜਿਹੜਾ ਹੈਗਾ ਇਹਨਾਂ ਨੇ ਵੱਖੋ ਵੱਖਰੇ ਗਊਆਂ ਵਾਸਤੇ ਤੇ ਜਿਹੜੇ ਹੈਗੇ ਆ ਆਪਣੇ ਢੱਡਿਆਂ ਵਾਸਤੇ ਗਊਸ਼ਾਲਾਵਾਂ ਬਣਾਈਆਂ ਹੋਈਆਂ। ਇਹਨਾਂ ਦਾ ਪ੍ਰਬੰਧ ਕਿਤੇ ਵਧੀਆ। ਸ਼ਹਿਰਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਧਰਮ ਦੇ ਠੇਕੇ ਲਏ ਹੋਏ ਆ, ਧਾਰਮਿਕ ਲੋਕ ਆ ਜਿਹੜੇ, ਉਹ ਕਹਿੰਦੇ ਕਿ ਅਸੀਂ ਚਲਾਉਣੇ ਆ, ਉਹਨਾਂ ਨੂੰ ਗਰੰਟਾਂ ਵੀ ਮਿਲਦੀਆਂ। ਇਧਰ ਗਰੰਟਾਂ ਨਹੀਂ ਮਿਲਦੀਆਂ। ਇਹ ਲੋਕ ਜਿਹੜੇ ਹੈਗੇ ਆਪਣੇ ਲੈਵਲ ਤੇ ਚਲਾ ਰਹੇ ਆ, ਲੇਕਿਨ ਜਿਨ੍ਹਾਂ ਨੇ ਪੂਰਾ ਮਤਲਬ ਹੈ ਵੀ ਗਊ ਮਾਤਾ ਨੂੰ ਆਪਣਾ ਸਭ ਕੁਝ ਬਣਾਇਆ ਉਹ ਗਊ ਮਾਤਾ ਦੀ ਪਰਵਾਹ ਤੱਕ ਨਹੀਂ ਕਰਦੇ। ਉਹਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾਉਣਾ, ਦੰਗਾ ਪਸੰਦ ਕਰਨਾ, ਫਿਰ ਉਹਦੀ ਪੋਲਰਾਈਜੇਸ਼ਨ ਕਰਨੀ, ਇਹ ਚੀਜ਼ਾਂ ਤਾਂ ਅਸੀਂ ਹੁੰਦੀਆਂ ਦੇਖੀਆਂ। ਲੇਕਿਨ ਜਿੰਨੀ ਸਾਂਭ ਸੰਭਾਲ ਹੋਣੀ ਚਾਹੀਦੀ ਉਹ ਠੀਕ ਉਸ ਤਰ੍ਹਾਂ ਨਹੀਂ ਹੁੰਦੀ। ਔਰ ਤੁਸੀਂ ਯਾਦ ਹੈ, ਮੇਰੇ ਵੀ ਯਾਦ ਹੈ, ਇੱਕ ਫਿਲਮ ਸੀ ਰਾਮ ਤੇਰੀ ਗੰਗਾ ਮੈਰੀ। ਗੰਗਾ ਦੀ ਸਫਾਈ ਵਾਸਤੇ ਅਰਬਾਂ ਖਰਬਾਂ ਰੁਪਈਏ ਦੇ ਜਿਹੜੇ ਹੁਣ ਤੱਕ ਜਿਹੜੇ ਬਜਟ ਰੱਖੇ ਸੀ, ਉਹ ਬਜਟ ਗਏ ਕਿੱਧਰ ਨੂੰ? ਕਿੰਨੀ ਕੁ ਸਫਾਈ ਹੋ ਗਈ, ਕੀ ਕੁਛ ਹੋ ਗਿਆ? ਜਿਹਦਾ ਨਾਂ ਲੈਂਦੇ ਵਾਕਈ ਠੀਕ ਹੈ ਕਿ ਉਹਨੂੰ ਮੈਲੀ ਕਰਨ ਵਾਲੇ ਪਾਸੇ ਨੂੰ ਜਾਂਦੇ ਆ, ਉਹਦੀ ਸੰਭਾਲ ਕੋਈ ਨਹੀਂ ਕਰਦਾ ਜੀ। ਬਿਲਕੁਲ ਜੀ। ਆਪਣਾ ਕਾਲਰ ਜੁੜੇ ਜੀ, ਕਾਲ ਲੈਂਦੇ ਆਪਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਉਹ ਤੁਸੀਂ ਗੱਲ ਸਹੀ ਕਹੀ ਜੀ। ਇੱਕ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੂੜੀ ਭਰੀ ਆ। ਪੰਜਾਬ ਦੇ ਲੋਕਾਂ ਦੇ ਦਿਮਾਗਾਂ 'ਚ ਵੀ ਤੂੜੀ ਭਰੀ ਆ ਜੀ। ਜਿਹੜੇ 84 ਦੇ ਵਿੱਚ 10,000 ਸਿੱਖਾਂ ਨੂੰ ਮਾਰਿਆ ਜਿਹੜੀ ਪਾਰਟੀ ਨੇ, ਉਹ ਅੱਜ ਵੀ ਸਾਨੂੰ ਰੂਲ ਕਰਦੀ ਪਈ। ਔਰ ਕੁਝ ਪੱਤਰਕਾਰ ਉਹਨਾਂ ਨੂੰ ਡਿਫੈਂਡ ਵੀ ਕਰਦੇ ਪਏ। ਤੁਸੀਂ ਦੇਖੋ ਕਿ ਇੰਨੀ ਤੂੜੀ ਭਰੀ ਹੋਈ ਆ ਕਿ ਕੁਝ ਪੱਤਰਕਾਰ ਉਹਨਾਂ ਦੇ ਪੈਰੋਕਾਰ ਬਣੇ ਹੋਏ ਆ, ਉਹਨਾਂ ਨੂੰ ਨਹੀਂ ਕੁਝ ਗਾਲਾਂ ਕੱਢਦੇ, ਉਹਨਾਂ ਨੂੰ ਨਹੀਂ ਕੁਝ ਕਹਿੰਦੇ, ਉਹਨਾਂ ਨੂੰ ਕੰਡੈਮ ਨਹੀਂ ਕਹਿੰਦੇ, ਅੱਜ ਵੀ ਸਰਕਾਰ ਨੂੰ ਕੰਡੈਮ ਕਰਦੇ ਆ। ਸਾਡੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਤਾਂ ਕਾਂਗਰਸ ਹੀ ਆ, ਤੇ ਕਾਂਗਰਸ ਦੀ ਮੈਂ ਤੁਹਾਡੇ ਵੱਲੋਂ ਕਿਤੇ ਗੱਲ ਨਹੀਂ ਸੁਣੀ, ਨਾ ਤੁਹਾਡੇ ਪੱਤਰਕਾਰਾਂ ਵੱਲੋਂ। ਡੇਲੀ ਕਰਦੇ ਆ, ਪਰ ਆ ਤੂੰ ਨਾ ਕਾਲ ਹੀ ਨਾ ਕਰਿਆ ਕਰ। ਬਿਨਾਂ ਹੀ ਗੱਲ ਤੋਂ ਜਿਹੜੀ ਗੱਲ ਚੱਲਦੀ ਹੁੰਦੀ ਵਿੱਚ ਲੱਤੜਾ ਕੇ ਬਹਿ ਜਾਣਾ। ਕੋਈ ਯਾਰ ਜਿਹੜੀ ਕੋਈ ਪਤਾ ਨਹੀਂ ਗੱਲ ਹੁੰਦੀ ਕਰਿਆ ਕਰ ਯਾਰ। ਬਿਨਾਂ ਹੀ ਗੱਲ ਤੋਂ ਹੀ ਸਿਰ ਖਾਣ ਲੱਗ ਪਏ ਨੇ। ਕੋਈ ਗੱਲ ਨਹੀਂ ਚੱਲਦੀ, ਪਤਾ ਨਹੀਂ ਦਿਮਾਗ ਖਾਣ ਜਾਂਦੇ। ਕਹਿੰਦਾ ਮੈਂ ਇੰਜੀਨੀਅਰ ਆ, ਪਤਾ ਨਹੀਂ ਕਿੱਥੋਂ ਤੂੜੀ ਭਰੀ ਹੋਈ ਆ। ਆਪਾਂ ਗੱਲਬਾਤ ਕਰਦੇ ਹਾਂ ਢਿੱਲੋਂ ਸਾਹਿਬ। ਜਿਸ ਤਰ੍ਹਾਂ ਕਹਿੰਦੇ 1100 ਸਾਲ ਜਿਹੜਾ ਭਾਰਤ ਆਜ਼ਾਦ ਰਿਹਾ, ਕਿਸੇ ਟਾਈਮ ਤੇ ਵੀ ਜਿਹੜਾ ਹਿੰਦੂਆਂ ਨੂੰ ਖਤਰਾ ਨਹੀਂ ਹੋਇਆ। ਇੰਨਾ ਖਤਰਾ ਕਦੇ ਨਹੀਂ ਹੋਇਆ ਜਿੰਨਾ ਹੁਣ ਹੁੰਦਾ। ਹੁਣ ਹਮੇਸ਼ਾ ਹੀ ਖਤਰਾ ਜਿਹੜਾ ਪਹਿਲਾਂ ਜਦੋਂ 1100 ਸਾਲ ਸੀਗੇ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਉਦੋਂ ਫਿਰ ਅੰਗਰੇਜ਼ ਆਏ, ਉਦੋਂ ਕਦੇ ਹਿੰਦੂਆਂ ਨੂੰ ਖਤਰਾ ਨਹੀਂ ਹੋਇਆ। ਕਿਉਂਕਿ ਦੂਜੇ ਸਾਰੇ ਕੋਈ 20% ਆ, ਕੋਈ 30% ਆ, ਕੋਈ 10% ਆ, ਕੋਈ 2% ਆ। ਪਰ ਜਿੱਦਾਂ ਦਾ ਨਰਿੰਦਰ ਮੋਦੀ ਬਣਿਆ ਜੀ, ਉਦੋਂ ਦਾ ਹਿੰਦੂਆਂ ਨੂੰ ਖਤਰਾ ਹੋ ਗਿਆ। ਲਾਹਨਤ ਹੈ ਇਹੋ ਜਿਹੀ ਗੱਲ, ਜਿਹੜਾ ਹਿੰਦੂਆਂ ਨੂੰ ਖਤਰਾ ਹੋ ਗਿਆ। ਇੰਨੀ ਪਾਪੂਲੇਸ਼ਨ ਆ ਤਾਂ ਵੀ ਹਿੰਦੂਆਂ ਨੂੰ ਖਤਰਾ। ਕਿੱਦਾਂ ਦੇ ਲੋਕ ਆ ਜਿੱਦਾਂ ਦਾ ਬਾਈ ਕਹਿ ਕੇ ਗਿਆ ਆ, ਪਤਾ ਨਹੀਂ ਕਿੱਦਾਂ ਥੋਥੇ ਦਿਮਾਗਾਂ ਦੇ ਵਿੱਚ ਕੀ ਭਰਿਆ ਹੋਇਆ। ਤਾਂ ਨਰਿੰਦਰ ਮੋਦੀ ਜਿੱਦਾਂ ਦਾ ਬਣਿਆ ਜੀ, ਕਹਿੰਦੇ ਹਿੰਦੂਆਂ ਨੂੰ ਖਤਰਾ ਜੀ। ਭਾਰਤ ਦੇ ਵਿੱਚ ਹਿੰਦੂਆਂ ਨੂੰ ਖਤਰਾ ਆ। ਕਿੱਦਾਂ ਦੇ ਹਾਲਾਤ ਬਣੇ ਹੋਏ ਆ। ਕਿੰਨਾ ਕੁ ਲੋਕ ਦਿਮਾਗ ਸੋਚਦੇ ਆ ਜੀ, ਕਿਹੜੇ ਦਿਮਾਗ ਨਾਲ ਸੋਚਦੇ ਆ ਜੀ? ਬਿਲਕੁਲ। ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਹੋਇਆ BBC ਦਾ ਇੱਕ ਸਰਵੇਖਣ ਹੈ। BBC ਦੇ ਸਰਵੇਖਣ ਦੇ ਵਿੱਚ ਜਿਹੜੇ ਸਾਡੇ ਸਮਿਆਂ ਦੇ ਜਾਂ ਪਿਛਲੇ ਸਮਿਆਂ ਤੋਂ ਜਿਹੜੇ ਰੂਲਰ ਹੈ, ਜਿਹੜੇ ਹਾਕਮ ਹੈ, ਜਿਨ੍ਹਾਂ ਦੀਆਂ ਹੁਕੂਮਤਾਂ ਰਹੀਆਂ, ਉਹਨਾਂ ਹੁਕੂਮਤਾਂ ਦੀ ਸਥਿਤੀ ਕੀ ਰਹੀ ਜੀ? ਉਹਨਾਂ ਨੇ ਸਭ ਤੋਂ ਸ਼ਾਨਦਾਰ ਰਾਜ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮੰਨਿਆ ਜੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕੁਝ ਲੋਕ ਸਿੱਖ ਰਾਜ ਕਹਿ ਦਿੰਦੇ ਆ। ਇਹ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦੀ ਨੀਂਹ ਰੱਖੀ ਸੀ। ਲੇਕਿਨ ਮੇਰਾ ਮੰਨਣਾ ਇਹ ਹੈ ਕਿ ਸਿੱਖ ਰਾਜ ਦੀ ਨੀਂਹ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖੀ ਸੀ, ਜਦੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ, ਜਦੋਂ ਉਹਨਾਂ ਨੇ ਨਾਨਕਸ਼ਾਹੀ ਜਿਹੜਾ ਸਿੱਕਾ ਵੀ ਚਲਾਇਆ ਸੀ, ਕਰੰਸੀ ਚਲਾ ਦਿੱਤੀ ਸੀ। ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿੱਤੇ ਸੀ। ਲੇਕਿਨ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਹਕੂਮਤ ਦਾ ਸਮਾਂ ਦੇਖਦੇ ਹਾਂ, BBC ਦੇ ਦੱਸਣ ਮੁਤਾਬਕ ਉਸ ਹਕੂਮਤ ਦੇ ਵਿੱਚ ਜਿਹੜੇ ਵਜ਼ੀਰ ਸੀ, ਜਿਹੜੇ ਮਹਾਰਾਜ ਅਸਿਸਟ ਕਰਦੇ ਹੁੰਦੇ ਸੀ ਰਾਜ ਭਾਗ ਚਲਾਉਣ ਵਾਸਤੇ, ਉਹਨਾਂ ਦੇ ਵਿੱਚ ਸਿੱਖਾਂ ਦੀ ਗਿਣਤੀ ਤਾਂ ਮੇਰਾ ਖਿਆਲ ਆਟੇ 'ਚ ਨਮਕ ਦੇ ਬਰਾਬਰ ਵੀ ਨਹੀਂ ਸੀ। ਇੱਕ ਜਰਨੈਲ ਜ਼ਰੂਰ ਸੀ ਉਹਨਾਂ ਦੇ ਰਾਜ ਭਾਗ ਦੀ ਰਾਖੀ ਕਰਦੇ ਸੀ, ਦੁਸ਼ਮਣਾਂ ਤੋਂ ਬਚਾਉਂਦੇ ਸੀ, ਔਰ ਉਸ ਰਾਜ ਭਾਗ ਦਾ ਵਿਸਤਾਰ ਕਰਦੇ ਸੀ। ਜੇ ਆਪਾਂ ਦੇਖੀਏ ਤਾਂ ਹਰਵੀਰ ਸਿੰਘ ਨਲੂਏ ਵਰਗੇ ਜਿਹੜੇ ਜਰਨੈਲ ਸੀ, ਉਹਨਾਂ ਨੇ ਉਹ ਕਾਬਲ ਕਰਨਾਲ ਤੱਕ ਜਿਹੜਾ ਹੈਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੱਦਾਂ ਵਧਾ ਦਿੱਤੀਆਂ ਸੀ। ਪਰ ਜ਼ਿਆਦਾਤਰ ਕਹਿੰਦੇ ਉਹਦੇ ਵਿੱਚ ਜਿਹੜੇ ਵਜ਼ੀਰ ਸੀ ਨਾ, ਉਹਨਾਂ ਦੇ ਜਿਹੜੇ ਸਲਾਹਕਾਰ ਸੀ, ਜਿਹੜੇ ਸਰਕਾਰ ਨੂੰ ਚਲਾਉਣ ਵਿੱਚ ਮਦਦ ਕਰਦੇ ਸੀ, ਉਹ ਹਿੰਦੂ ਤੇ ਮੁਸਲਮਾਨ ਸੀ। ਔਰ ਉਹਨੂੰ ਸਭ ਤੋਂ ਵਧੀਆ ਸੈਕੂਲਰ ਰਾਜ ਕਿਹਾ ਗਿਆ। ਹਕੂਮਤ ਅਸੀਂ ਚੰਗੀ ਉਸ ਨੂੰ ਕਹਿੰਦੇ ਜਿਹੜੀ ਹਕੂਮਤ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਦੀ ਹੈ। ਅਸੀਂ ਕਿਸੇ ਕਹਾਣੀਆਂ ਪੜ੍ਹਦੇ ਹਾਂ, ਬਾਤਾਂ ਦੇ ਵਿੱਚ ਵੀ ਗੱਲ ਆਉਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਔਖੇ ਵੇਲਿਆਂ ਦੇ ਵਿੱਚ ਰਾਤ ਨੂੰ ਭੇਸ ਬਦਲ ਕੇ ਜਾਂਦਾ ਹੁੰਦਾ ਸੀ ਕਿ ਲੋਕ ਮੇਰੀ ਹਕੂਮਤ ਬਾਰੇ ਕੀ ਸੋਚਦੇ ਹੈ, ਔਰ ਉੱਥੋਂ ਨਤੀਜਾ ਕੱਢਣ ਤੋਂ ਬਾਅਦ ਉਹ ਫਿਰ ਉਸ ਪਾਸੇ ਨੂੰ ਜਾਂਦੇ ਹੁੰਦੇ ਸੀ। ਹੁਣ ਸਾਡੀ ਹਕੂਮਤ ਕੀ ਹੈ ਕਿ ਸਾਡੀ ਹਕੂਮਤ, ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ 1100 ਸਾਲ ਜਿਹੜੇ ਹੈਗੇ ਆਜ਼ਾਦ ਰਹੇ ਆ, ਗੁਲਾਮ ਰਹੇ ਆ, ਇਹਨਾਂ ਨੂੰ ਛੱਡ ਦਿਓ ਇਹਨਾਂ ਗੱਲਾਂ।
ਲੇਕਿਨ ਅੱਜ ਦੀ ਘੜੀ ਦੇ ਵਿੱਚ ਜੇ ਤੁਸੀਂ ਕਿਸੇ ਹਿੰਦੂ ਭਾਈਚਾਰੇ ਦੇ ਫਿਲਾਸਫਰ ਦੇ ਨਾਲ ਗੱਲ ਕਰਕੇ ਦੇਖੋ, ਬਹੁਤ ਸਾਰੇ ਲੋਕਾਂ ਨੂੰ ਗੱਲਾਂ ਹੋਣ ਲੱਗ ਜਾਂਦੀਆਂ, RSS ਦੇ ਬੰਦਿਆਂ ਨਾਲ ਗੱਲਾਂ ਹੁੰਦੀਆਂ, ਤੇ ਉਹ RSS ਵਾਲੇ ਲੋਕ ਕਹਿੰਦੇ ਕੀ ਹੈ, ਉਹ ਕਹਿੰਦੇ 800 ਸਾਲ ਜਿਹੜੇ ਹੈਗੇ ਅਸੀਂ ਮੁਗਲਾਂ ਦੇ ਗੁਲਾਮ ਰਹੇ, 200 ਸਾਲ ਅਸੀਂ ਅੰਗਰੇਜ਼ਾਂ ਦੇ ਗੁਲਾਮ ਰਹੇ। ਇੱਥੇ ਮੈਂ ਜ਼ਿਕਰ ਕਰ ਦੇਵਾਂ ਕਿ ਸਾਰਾ ਭਾਰਤ ਜਿਹੜਾ ਹੈ ਅੰਗਰੇਜ਼ਾਂ ਦਾ ਸ਼ਾਇਦ 200 ਸਾਲ ਗੁਲਾਮ ਰਿਹਾ, ਲੇਕਿਨ ਪੰਜਾਬ ਹੈ ਜਿਹੜਾ 1849 ਦੇ ਵਿੱਚ ਜਿਹੜਾ ਹੈਗਾ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਉੱਤੇ ਅੰਗਰੇਜ਼ ਕਾਬਜ ਹੁੰਦੇ ਆ ਤੇ 1947 ਦੇ ਵਿੱਚ ਅਸੀਂ ਆਜ਼ਾਦ ਹੋ ਜਾਂਦੇ ਹਾਂ। ਪੰਜਾਬ ਸਿਰਫ 98 ਸਾਲ ਗੁਲਾਮ ਰਿਹਾ ਹੈ, ਔਰ ਇਹ 98 ਸਾਲਾਂ ਦੀ ਗੁਲਾਮੀ ਦੇ ਵਿੱਚ ਪੰਜਾਬ ਦੇ ਵਿੱਚੋਂ ਬੜੀਆਂ ਸਟਰਗਲ, ਬੜੀਆਂ ਜਿਹੜੀਆਂ ਜਦੋਜਹਿਦਾਂ ਉੱਠੀਆਂ, ਬੜੀਆਂ ਲੜਾਈਆਂ ਉੱਠ ਗਏ। ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਪੰਜਾਬੀਆਂ ਦਾ ਜੇ ਅਸੀਂ ਯੋਗਦਾਨ ਦੇਖੀਏ ਤਾਂ 80% ਤੋਂ ਵੱਧ ਹੈ, ਤੇ ਜੇ ਅਸੀਂ ਫਾਂਸੀਆਂ ਦੇ ਮਾਮਲੇ 'ਚ ਦੇਖ ਲਈਏ ਤਾਂ ਉਹ 90% ਤੋਂ ਵੀ ਵੱਧ ਹੈ ਜਿਹੜੀਆਂ ਫਾਂਸੀਆਂ ਦੀਆਂ ਰਸਤੇ ਚੁੰਮੇ। ਇਹਦੇ ਬਾਵਜੂਦ ਜੇ ਆਪਾਂ ਸਾਰਾ ਕੁਝ ਦੇਖੀਏ ਕਿ ਅਸੀਂ ਤਾਂ ਇੰਨਾ ਸਾਰੇ, ਮੈਂ ਜ਼ਿਕਰ ਕਰਦਾ ਸੀ ਕਿ ਜਦੋਂ ਉਹਨਾਂ ਦੇ RSS ਵਾਲਿਆਂ ਨਾਲ ਗੱਲ ਕਰਦੇ ਆ, ਉਹ ਕਹਿੰਦੇ ਕਿ ਜੀ ਅਸੀਂ 1000 ਸਾਲ ਗੁਲਾਮ ਰਹੇ ਆ, 1100 ਸਾਲ ਗੁਲਾਮ, 1100 ਬਰੇ ਗੁਲਾਮ ਰਹੇ ਆ ਤੇ ਹੁਣ ਅਸੀਂ ਆਜ਼ਾਦ ਹੋਏ। ਇਸ ਆਜ਼ਾਦੀ ਦੇ ਵਿੱਚ ਵੀ ਜੇ ਆ ਕੇ ਇਹ ਗੱਲ ਵਾਰ-ਵਾਰ ਉੱਠਦੀ ਹੈ ਕਿ ਜੀ ਨਹੀਂ ਹਿੰਦੂ ਹੈ ਜਿਹੜੇ ਉਹ ਬੜੇ ਖਤਰੇ ਦੇ ਵਿੱਚ ਹੈ, ਤੇ ਹਿੰਦੂਆਂ ਨੂੰ ਸਭ ਤੋਂ ਜ਼ਿਆਦਾ ਡਰ ਹੈ, ਖਤਰਾ ਹੈ। ਉਹ ਕੋਈ ਡਰ ਨਹੀਂ, ਕੋਈ ਖਤਰਾ ਨਹੀਂ, ਅਸਲ ਦੇ ਵਿੱਚ ਇਹਦੇ ਵਿੱਚ ਇੱਕ ਬਹੁਤ ਵੱਡੀ ਚਾਲ ਹੈ। ਅੱਜ ਮੈਂ ਸ਼੍ਰੀਮਾਨ ਸੱਜਣ ਜੀ ਕਹਿ ਕੇ ਗਏ ਆ, ਕਹਿੰਦੇ ਜੀ ਤੁਸੀਂ ਕਾਂਗਰਸ ਦੀ ਤੁਸੀਂ ਨੁਕਤਾਚੀਨੀ ਨਹੀਂ ਕਰਦੀ। ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਤਾਂ ਵਿਦੇਸ਼ ਦੇ ਵਿੱਚ ਬੈਠੇ ਹੋ। ਕਾਂਗਰਸ ਪਾਰਟੀ ਨੇ 1984 ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਕੀਤਾ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕਾਂਗਰਸ ਦੀਆਂ ਸਰਕਾਰਾਂ ਕਿਹਨੇ ਬਣਾਈਆਂ? ਉਹ ਨਾ ਤਾਂ ਚੰਦੀ ਸਾਹਿਬ ਨੇ ਬਣਾਈਆਂ ਤੇ ਨਾ ਮੈਂ ਬਣਾਈਆਂ, ਲੋਕਾਂ ਨੇ ਵੋਟਾਂ ਪਾਈਆਂ। ਇਹ ਤੁਸੀਂ ਦੇਖੋ ਕਿ ਸਾਡੇ ਦਿਮਾਗਾਂ ਦੇ ਵਿੱਚ ਤੂੜੀ ਭਰੀ ਹੈ, ਕਿ ਤੁਹਾਡੇ ਦਿਮਾਗਾਂ 'ਚ ਤੂੜੀ ਭਰੀ ਹੈ। ਤੁਸੀਂ ਇੱਥੇ ਬੈਠ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠ ਕੇ ਤਾਂ ਕਾਲਾਂ ਬੜੀਆਂ ਵਧੀਆ ਕਰ ਲੈਂਦੇ ਹੋ, ਲੇਕਿਨ ਇੱਥੇ ਆ ਕੇ ਲੋਕਾਂ ਨੂੰ ਸੁਚੇਤ ਕਰਨ ਦਾ ਕੰਮ ਕਿੰਨਾ ਕਰਦੇ ਹੋ? ਇਹ ਗੱਲਾਂ ਆਪਣੀ ਥਾਂ ਦੇ ਉੱਤੇ ਖੜੋਤੀਆਂ ਹੋਈਆਂ। ਸੋ ਜਿਹੜਾ ਇਸ ਵੇਲੇ ਹਿੰਦੂ ਨੂੰ ਖਤਰਾ, ਹਿੰਦੂ ਨੂੰ ਖਤਰੇ ਦਾ ਰਾਗ ਲਾਪਿਆ ਜਾ ਰਿਹਾ ਹੈ, ਇਹ ਚੰਦੀ ਸਾਹਿਬ ਅਸਲ ਦੇ ਵਿੱਚ ਆਪਣੀ ਜਿਹੜੀ ਹਕੂਮਤ ਦੀ ਉਮਰ ਲੰਬੀ ਕਰਨ ਵਾਸਤੇ, ਜਿਹੜੀ ਹਕੂਮਤ ਤੋਂ ਲੋਕ ਹੁਣ ਵੱਧ ਹੋ ਰਹੇ ਹੈ, ਉਹਨੂੰ ਬਰਕਰਾਰ ਰੱਖਣ ਵਾਸਤੇ ਹਿੰਦੂ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ। ਜੇ ਅਸੀਂ ਆਬਾਦੀ ਦੇ ਲਿਹਾਜ਼ ਨਾਲ ਦੇਖੀਏ, ਠੀਕ ਹੈ, ਸਿੱਖਾਂ ਦੀ ਆਬਾਦੀ 2% ਦੀ ਬਣ ਰਹੀ ਹੈ, 7% ਜਾਂ ਵੱਧ ਮੁਸਲਮਾਨ ਭਾਈਚਾਰੇ ਹੈ। ਉਹਨਾਂ ਦਾ ਹਊਆ ਦਿਖਾ ਕੇ, ਉਹਨਾਂ ਦਾ ਜਿਹੜੀ ਦਹਿਸ਼ਤ ਪੈਦਾ ਕਰਕੇ, ਸਦਮਾ ਪੈਦਾ ਕਰਕੇ ਉਹਨਾਂ ਦੇ ਹਿੰਦੂਆਂ ਦੇ ਦਿਮਾਗਾਂ ਦੇ ਵਿੱਚ ਕਿ ਦੇਖੋ ਕਿਤੇ ਜੇ ਇਹ ਆ ਗਏ ਤੇ ਪਤਾ ਨਹੀਂ ਕੀ ਹੋ ਜੂਗਾ। ਮੈਂ ਦੱਸ ਚੁੱਕਾ ਇਸ ਗੱਲ ਤੋਂ ਪਹਿਲਾਂ ਕਿ ਇਸ ਦੀ ਚਲੋ ਅੰਗਰੇਜ਼ਾਂ ਦਾ ਰਾਜ ਤਾਂ, ਮੁਗਲਾਂ ਦਾ ਰਾਜ ਤਾਂ ਬਹੁਤ ਲੰਬਾ ਸਮਾਂ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਨੂੰ ਅਸੀਂ ਕਰਕੇ ਦੇਖੀਏ ਤਾਂ ਉਹ ਤੋਂ ਵਧੀਆ ਦਾ ਰਾਜ ਭਾਗ ਕੋਈ ਹੈ ਨਹੀਂ। ਇਹ ਸਾਡੀ ਹੈਗੀ, ਸਾਡੀ ਸਮਝ ਨਹੀਂ ਬਣਦੀ ਤਾਂ BBC ਨੇ ਆਪਣੀ ਖੋਜ ਕਰਕੇ ਸਾਬਤ ਕਰ ਦਿੱਤਾ ਸਾਰਾ ਕੁਝ। ਤੋਂ ਇਹ ਜਾਣ ਬੁੱਝ ਕੇ ਜਿਹੜਾ ਹੈਗਾ ਘੱਟ ਗਿਣਤੀਆਂ ਨੂੰ ਟੈਰਰਾਈਜ਼ ਕਰਕੇ ਜਿਹੜੀ ਹੈਗੀ ਹੈ ਉਹਨਾਂ ਦੇ ਹਿੰਦੂਆਂ ਦੇ ਦਿਮਾਗਾਂ ਦੇ ਵਿੱਚ ਇੱਕ ਕਿਸਮ ਦਾ ਡਰ ਪੈਦਾ ਕਰਕੇ ਉਹਨਾਂ ਨੂੰ ਪੋਲਰਾਈਜ਼ ਕਰਦੇ ਕਿ ਤੁਸੀਂ ਇਕੱਠੇ ਹੋ ਜਾਓ। ਜਦੋਂ ਬਹੁ ਗਿਣਤੀ ਇਕੱਠੀ ਹੁੰਦੀ ਹੈ ਤਾਂ ਫਿਰ ਉਹਨਾਂ ਦੀ ਹਕੂਮਤ ਦੀ ਜਿਹੜੀ ਉਮਰ ਲੰਬੀ ਹੁੰਦੀ ਹੈ, ਇਸ ਤੋਂ ਬਾਅਦ ਕੱਖ ਵੀ ਨਹੀਂ। ਇਹ ਇੱਕ ਸੈਕਟਰ ਦੇਸ਼ ਹੈ, ਇਹਦੇ ਕੰਸਟੀਟਿਊਸ਼ਨ ਦੇ ਵਿੱਚ ਲਿਖਿਆ ਇੱਥੇ ਕਿਸੇ ਨੂੰ ਕੋਈ ਖਤਰਾ ਨਹੀਂਗਾ। ਇਹ ਠੀਕ ਹੈ, ਗਾਇਕੀ ਘਟਨਾਵਾਂ ਇਹੋ ਜਿਹੀਆਂ ਵਾਪਰ ਜਾਂਦੀਆਂ, ਹਕੂਮਤਾਂ ਦੇ ਜਿਹੜੇ ਮਾਲਕ ਹੈ ਉਹ ਗਲਤ ਫੈਸਲੇ ਕਰ ਲੈਂਦੇ ਤੇ ਉਹਨਾਂ ਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪੈਂਦਾ ਹੈ। ਆਪਰੇਸ਼ਨ ਬਲੂ ਸਟਾਰ ਕੀਤਾ, ਇੰਦਰਾ ਨੇ ਗੱਲ ਕੀਤੀ ਤੇ ਇੰਦਰਾ ਗਾਂਧੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ। ਜਿਨ੍ਹਾਂ ਨੇ ਵੀ ਇਹ ਜਿਹਾ ਕੁਛ ਕੀਤਾ ਉਹਨਾਂ ਨੂੰ ਆਪਣਾ ਖਮਿਆਜਾ ਭੁਗਤਣਾ ਪਿਆ। ਪਰ ਜਿਹੜੀ ਸਮੇਂ ਦੀ ਹਕੂਮਤ ਹੈ, ਇੱਕ ਭਾਈਚਾਰੇ ਦੀ ਵਕਾਲਤ ਕਰਕੇ, ਇੱਕ ਭਾਈਚਾਰੇ ਨੂੰ ਖਤਰਾ ਕਹਿ ਕੇ ਉਹ ਸਿਰਫ ਤੇ ਸਿਰਫ ਜਿਹੜਾ ਆਪਦਾ ਰਾਜ ਦੀ ਮਨੋਰਥ ਹੈ ਜਿਹੜਾ ਉਹ ਸਿੱਧ ਕਰਨਾ ਚਾਹੁੰਦੇ। ਇਹ ਤੋਂ ਬਾਅਦ ਬਿਲਕੁਲ ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਆਪਾਂ ਚੱਲਦੇ ਜੀ ਅਗਲੀ ਖਬਰ ਤੇ। ਕੇਂਦਰ ਸਰਕਾਰ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਕਹਿੰਦੇ ਖੋਹਣੀਆਂ ਚਾਹੁੰਦੀ ਹੈ। ਕਿਸਾਨ ਮਹਾਪੰਚਾਇਤ ਦੇ ਵਿੱਚ ਗੱਲ ਕੀਤੀ ਗਈ ਆ। ਖੁੰਡੇ ਵਾਲੇ ਬਾਬੇ ਨੇ ਵੀ ਕਿਹਾ ਵੀ ਸ਼ਾਇਦ ਉੱਥੇ ਕਿਸਾਨੀ ਸੰਘਰਸ਼ ਨੂੰ ਖੇਡਣ ਵਾਸਤੇ ਵੀ ਸਰਕਾਰ ਕੋਈ ਨਾ ਕੋਈ ਪਲਾਨ ਕਰ ਰਹੀ ਹੈ ਜੀ। ਬਿਲਕੁਲ ਜੀ, ਕਿਸਾਨ ਪੰਚਾਇਤਾਂ ਅੱਜ ਕੱਲ੍ਹ ਜਿਹੜੀਆਂ ਹੈਗੀਆਂ ਕਾਫੀ ਵੱਡੇ ਪੱਧਰ ਤੇ ਹੋ ਰਹੀਆਂ, ਵੱਖ-ਵੱਖ ਥਾਵਾਂ ਤੇ ਹੋ ਰਹੀਆਂ। ਇਹਦੀ ਸ਼ੁਰੂਆਤ ਹੋਈ ਸੀ ਜਦੋਂ ਟਕੈਤ ਸਾਹਿਬ ਦੀਆਂ ਅੱਖਾਂ ਦੇ ਵਿੱਚੋਂ 2 ਹੰਝੂ ਨਿਕਲੇ ਸੀ। ਉਸ ਵੇਲੇ ਰਾਤ ਨੂੰ ਕਿਸਾਨ ਪੰਚਾਇਤ ਯੂਪੀ ਦੇ ਵਿੱਚ ਵੀ ਹੋਈ ਸੀ, ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਵੀ ਹੋਈ ਜੀ। ਤੇ ਫਿਰ ਲੋਕਾਂ ਨੇ ਵਹੀਰਾਂ ਘੱਟੀਆਂ ਸੀ ਗਾਜ਼ੀਪੁਰ ਬਾਰਡਰ ਵੱਲ, ਔਰ ਉਦੋਂ ਤੋਂ ਜਿਹੜਾ ਉਹ ਕਿਸਾਨ ਅੰਦੋਲਨ ਟਿਕਿਆ ਹੋਇਆ, ਟਿਕਿਆ ਨਹੀਂ ਹੋਇਆ, ਮੈਂ ਕਹੂੰਗਾ ਉਹ ਫੈਲ ਰਿਹਾ, ਵਿਸ਼ਾਲ ਹੋ ਰਿਹਾ ਹੈ। ਕਿਉਂਕਿ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਕਿਸਾਨ ਲੀਡਰ ਜਾਂਦੇ ਆ, ਉੱਥੋਂ ਦੇ ਕਿਸਾਨ ਆਗੂ ਆ ਜਿਹੜੇ ਉਹ ਵੱਖ-ਵੱਖ ਬੈਨਰਾਂ ਦੇ ਥੱਲੇ ਕਿਸਾਨ ਪੰਚਾਇਤਾਂ ਕਰਦੇ। ਪਰ ਇਹਨਾਂ ਕਿਸਾਨ ਪੰਚਾਇਤਾਂ ਨੇ ਜਿਹੜਾ ਹੈਗਾ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ। ਉਹ ਰਾਜਸਥਾਨ ਹੋਵੇ, ਉਹ ਹਰਿਆਣਾ ਹੋਵੇ, ਉੱਤਰ ਪ੍ਰਦੇਸ਼ ਹੋਵੇ। ਹਰਿਆਣੇ ਦੀ ਹਾਲਤ ਤਾਂ ਇਹ ਹੈ ਕਿ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਵਜ਼ੀਰ, ਕੋਈ ਉਹਨਾਂ ਦਾ ਪ੍ਰਧਾਨ ਪ੍ਰਧੂਨ ਹੈ ਜਿਹੜਾ ਉਹ ਬਾਹਰ ਨਹੀਂ ਨਿਕਲ ਸਕਦਾ। ਲੋਕ ਅਲੀ ਕਰਕੇ ਨਾਲ ਪੈ ਜਾਂਦੇ ਹੈ। ਤੁਸੀਂ ਦੇਖਿਆ ਹੋਣਾ 2 ਦਿਨ ਪਹਿਲਾਂ ਇੱਕ ਵੀਡੀਓ ਚੱਲੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ, ਬੜੀ ਪ੍ਰਚਲਿਤ ਹੈ।
ਇੱਕ ਥਾਂ ਦੇ ਉੱਤੇ ਇੱਕ ਉਹਨਾਂ ਦਾ ਜਿਹੜਾ ਆਪਣਾ ਹਰਿਆਣੇ ਦਾ ਇੱਕ ਬੋਰਡ ਦਾ ਚੇਅਰਮੈਨ ਕਿਸੇ ਬੀਜੇਪੀ ਵਾਲੇ ਦੇ ਘਰ ਗਿਆ ਤੇ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਉਹ ਆ ਗਿਆ ਤੇ ਉਹਨਾਂ ਨੇ ਦਾ ਜਿਹੜਾ ਘਰਾਓ ਕਰਨ ਦਾ ਯੋਜਨਾ ਬਣਾ ਲਈ। ਜਦੋਂ ਕਿਸਾਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ, ਉਹ ਸ਼੍ਰੀਮਾਨ ਆਪਣੀ ਕਾਰਕੂਟ ਛੱਡ ਕੇ ਉੱਥੋਂ ਸਿੱਧਾ ਪੈਦਲ ਗਲਗਾ ਵੀ ਹੋ ਗਿਆ। ਲੋਕ ਮਗਰ ਉਹਦੇ ਚੇਅਰਮੈਨ ਮੂਹਰੇ ਭੱਜਿਆ ਜਾਂਦਾ ਤੇ ਲੋਕ ਮਗਰ ਭੱਜੇ ਜਾਂਦੇ, ਅਖੀਰ ਉਹਨਾਂ ਨੂੰ ਫੜ ਲਿਆ ਔਰ ਫੜ ਕੇ ਫਿਰ ਜਿਹੜਾ ਹੈਗਾ ਉਹਨੂੰ ਅਹਿਸਾਸ ਕਰਾਇਆ ਕਿ ਭਾਈ ਜਿਹੜਾ ਹੈਗਾ ਤੂੰ ਜਿਸ ਪਾਰਟੀ ਦੇ ਨਾਲ ਲੱਗਿਆ, ਮੈਂ ਜਦੋਂ ਇਹ ਗੱਲ ਕਹੀ ਹੈ ਕਿ ਤੁਹਾਡਾ ਬਾਈਕਾਟ ਕੀਤਾ ਹੋਇਆ, ਤੁਸੀਂ ਘਰਾਂ ਤੋਂ ਬਾਹਰ ਨਹੀਂ ਨਿਕਲਣਾ, ਅਸੀਂ ਤੁਹਾਨੂੰ ਚੰਗਾ ਨਹੀਂ ਸਮਝਦੇ, ਤੁਸੀਂ ਇਸ ਹਕੂਮਤ ਨੂੰ ਬਰਕਰਾਰ ਰੱਖਣ ਦੇ ਵਿੱਚ ਯੋਗਦਾਨ ਪਾਇਆ ਵਾ, ਇਸ ਲਈ ਤੁਹਾਡਾ ਵਿਰੋਧ ਕਰਦੇ ਹਾਂ। ਇਹਦੇ ਨਾਲ ਹੀ ਮੈਂ ਇਹ ਦੱਸ ਦਵਾਂ ਕਿ ਹੁਣ ਤੁਸੀਂ ਦੇਖੋ ਕਿ ਹਰਿਆਣੇ ਦੇ ਵਿੱਚ ਜਿਹੜਾ ਇਹ ਟੀਕਾ ਲੱਗਿਆ ਹੋਇਆ ਜਿਹੜਾ ਕਿਸਾਨ ਪੰਚਾਇਤਾਂ ਦਾ ਤੇ ਇਹਨਾਂ ਦੇ ਬਾਈਕਾਟ ਦਾ, ਉਹਦਾ ਅਸਰ ਵੀ ਹੋਣਾ ਸ਼ੁਰੂ ਹੋ ਗਿਆ। ਅਨਿਲ ਵਿਜ ਨਾਂ ਦਾ ਇੱਕ ਇਹਨਾਂ ਦਾ ਜੀ ਮੰਤਰੀ ਹੈ ਹਰਿਆਣੇ ਦੇ ਵਿੱਚ, ਜਿਹੜਾ ਗ੍ਰਹਿ ਵਿਭਾਗ ਦਾ ਇੰਚਾਰਜ ਵੀ ਹੈ ਤੇ ਜਿਹਦੇ ਕੋਲ ਹੈਲਥ ਡਿਪਾਰਟਮੈਂਟ, ਉਸ ਅਨਿਲ ਵਿਜ ਨੇ ਕੁਝ ਦਿਨ ਪਹਿਲਾਂ ਇੱਕ ਚਿੱਠੀ ਲਿਖੀ ਸੀ ਨਰਿੰਦਰ ਤੋਮਰ ਨੂੰ, ਉਹਦੇ ਰਾਹੀਂ ਕਿਹਾ ਸੀ ਕਿ ਕਿਸਾਨਾਂ ਦੀ ਗੱਲ ਸੁਣੋ ਜੀ, ਇਹਨਾਂ ਦੇ ਨਾਲ ਤੁਸੀਂ ਮੀਟਿੰਗ ਕਰੋ ਔਰ ਮੀਟਿੰਗ ਕਰਕੇ ਇਸ ਮਾਮਲੇ ਨੂੰ ਨਿਪਟਾਓ। ਹੁਣ 1-2 ਦਿਨ ਪਹਿਲਾਂ ਹੀ ਜਿਹੜਾ ਚੌਧਰੀ ਦੇਵੀ ਲਾਲ ਦਾ ਪੜਪੋਤਾ ਦੁਸ਼ਯੰਤ ਸਿੰਘ ਚੌਟਾਲਾ, ਜਿਹਨੇ ਕਿਸਾਨੀ ਦੇ ਨਾਂ ਦੇ ਉੱਤੇ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਔਰ ਲੋਕਾਂ ਨੇ ਉਹਨੂੰ ਮਾਨ-ਤਾਨ ਵੀ ਦਿੱਤਾ, 10 MLA ਜਿੱਤੇ ਔਰ ਉਹ ਡਿਪਟੀ ਮੁੱਖ ਮੰਤਰੀ ਬਣੇ, ਉਹਨੂੰ ਲੋਕ ਜਿਹੜੇ ਹੈਗੇ ਆ ਕਿਸਾਨ ਜਿਹੜੇ ਆ ਉਹਦੇ ਆਪਣੇ ਘਰ 'ਚ ਨਾ ਤਾਂ ਉਹਨੂੰ ਚੌਟਾਲਾ ਪਿੰਡ 'ਚ ਆਉਣ ਦਿੰਦੇ ਆ, ਨਾ ਸਿਰ ਤੇ ਉਹਦੀ ਰਿਹਾਇਸ਼ ਆ ਉੱਥੇ ਆਉਣ ਦਿੰਦੇ ਆ। ਜਿੱਥੇ ਵੀ ਕਿਤੇ ਉਹ ਫੰਕਸ਼ਨ ਕਰਨ ਵਾਸਤੇ ਜਾਣਾ ਸ਼ੁਰੂ ਕਰਦਾ ਹੈ, ਉੱਥੇ ਜਿੱਥੇ ਉਹਦਾ ਹੈਲੀਪੈਡ ਆਉਣਾ, ਹੈਲੀਕਾਪਟਰ ਨੇ ਉਤਰਨਾ ਹੁੰਦਾ, ਲੋਕ ਹੈਲੀਪੈਡ ਤੇ ਕਬਜ਼ਾ ਕਰ ਲੈਂਦੇ ਆ। ਇਹੀ ਹਾਲਤ ਮਨੋਹਰ ਲਾਲ ਖੱਟਰ ਦੀ ਹੋਈ ਹੈ ਤੇ ਉਹਨੂੰ ਵੀ ਮਜਬੂਰ ਹੋ ਕੇ ਹੁਣ ਇੱਕ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣੀ ਪੈਗੀ। ਉਹਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਸ਼੍ਰੀਮਾਨ ਜੀ ਕੁਝ ਸੀਨੀਅਰ ਵਜ਼ੀਰਾਂ ਦੀ ਡਿਊਟੀ ਲਾ ਦਿਓ, ਉਹਨਾਂ ਦੀ ਕਮੇਟੀ ਬਣਾ ਦਿਓ ਔਰ ਕਿਸਾਨਾਂ ਦੇ ਨਾਲ ਉਹ ਬੈਠ ਕੇ ਮੀਟਿੰਗ ਕਰਨ। ਇਹ ਪਹਿਲੀ ਵਾਰ ਹੋਇਆ ਕਿ ਦੁਸ਼ਯੰਤ ਚੌਟਾਲਾ ਨੂੰ ਇਹ ਮੰਨਣਾ ਪੈ ਗਿਆ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹੈ ਜੀ, ਇਹਨਾਂ ਦੀਆਂ ਮੰਗਾਂ ਦੇ ਉੱਤੇ ਹਮਦਰਦੀ ਪੂਰਵਕ ਵਿਚਾਰ ਕੀਤਾ ਜਾਵੇ। ਇਹਦੇ ਨਾਲ ਜਿਹੜੀਆਂ ਹੁਣ ਕਿਸਾਨ ਪੰਚਾਇਤਾਂ ਪੰਜਾਬ ਦੇ ਵਿੱਚ ਇਹਨਾਂ ਦਾ ਕਾਫੀ ਘੱਟ ਪ੍ਰਭਾਵ ਸੀ। ਸ਼ੁਰੂ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਜਗਰਾਉਂ ਦੇ ਵਿੱਚ ਪਹਿਲੀ ਕਿਸਾਨ ਕਾਨਫਰੰਸ ਹੋਈ ਸੀ ਜੀ, ਕਿਸਾਨ ਪੰਚਾਇਤ ਹੋਈ ਸੀ। ਫਿਰ ਉਸ ਤੋਂ ਬਾਅਦ ਬਰਨਾਲਾ ਦੇ ਵਿੱਚ ਉਗਰਾਹਾਂ ਧੜੇ ਵਾਲਿਆਂ ਨੇ ਕੀਤੀ ਸੀ, ਬਹੁਤ ਵਿਸ਼ਾਲ ਕਾਨਫਰੰਸ ਹੋਈ ਸੀਗੀ। ਹੁਣ ਮਾਝੇ ਦੇ ਵਿੱਚ ਜਿਹੜਾ ਹੈਗਾ ਜੀ ਚੇਤਨਪੁਰ ਦੇ ਕੋਲੇ ਕੁੱਕੜ ਵਾਲਾ ਪਿੰਡ ਹੈ, ਉੱਥੇ ਇੱਕ ਕਿਸਾਨ ਪੰਚਾਇਤ ਸੀ ਔਰ ਉਸ ਕਿਸਾਨ ਪੰਚਾਇਤ ਦੇ ਵਿੱਚ ਕਾਫੀ ਜਿਹੜੇ ਹੈਗੇ ਸੀਨੀਅਰ ਲੀਡਰ ਹੈ ਜਿਹੜੇ ਕਿਸਾਨ ਮੋਰਚੇ ਦੇ, ਉਹ ਆਏ ਹੈ। ਗੌਰਵ ਟਕੈਤ ਜਿਹੜੇ ਰਾਕੇਸ਼ ਸਿੰਘ ਟਕੈਤ ਦਾ ਭਤੀਜਾ ਤੇ ਨਰੇਸ਼ ਟਕੈਤ ਜਿਹੜਾ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ, ਉਹਦਾ ਪੋਤਰਾ ਵੀ ਉਹਦਾ ਬੇਟਾ ਵੀ ਉਚੇਚੇ ਤੌਰ ਤੇ ਆਇਆ ਨਰੇਸ਼ ਟਕੈਤ ਦਾ, ਔਰ ਉਹਨੇ ਜਾ ਕੇ ਕੱਲ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ। ਮੱਥਾ ਟੇਕ ਕੇ ਤੁਹਾਡੇ ਅਰਦਾਸ ਕੀਤੀ ਕਿ ਇਹ ਜਿਹੜਾ ਹੈਗਾ ਸਾਡਾ ਅੰਦੋਲਨ ਆ ਜੀ, ਇਹ ਚੜ੍ਹਦੀ ਕਲਾ ਚ ਰਵੇ। ਔਰ ਉਹ ਜਿਹੜਾ ਜਿੱਥੇ ਕਿਸਾਨ ਪੰਚਾਇਤ ਹੋਈ ਉਸ ਪਿੰਡ ਦੇ ਵਿੱਚ ਮਾਝੇ ਦੇ ਵਿੱਚ, ਉਹਦੇ ਵਿੱਚ ਇਸ ਗੱਲ ਨੂੰ ਬਹੁਤ ਸ਼ਿੱਦਤ ਨਾਲ ਨੋਟ ਕੀਤਾ ਗਿਆ ਹੈ ਕਿ ਇਹ ਜਿਹੜੀਆਂ ਹੈਗੀਆਂ ਸਰਕਾਰ, ਜਿਹੜੀ ਕੇਂਦਰ ਦੀ ਸਰਕਾਰ ਹੈ, ਉਹ ਕਿਸਾਨਾਂ ਦੀ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਔਰ ਇਹਦੇ ਖਿਲਾਫ ਜਿਹੜੇ ਹੈ ਕਿਸਾਨ ਪੂਰੀ ਤਰ੍ਹਾਂ ਇਕਮੁੱਠ ਹੈ। ਤੇ ਇਹ ਫਿਰ ਖੁੰਡੇ ਵਾਲਾ ਬਾਬਾ ਜੀ ਨੂੰ ਰੁੱਦੂ ਸਿੰਘ ਕਹਿੰਦੇ ਨੇ, ਸਾਡੇ ਦਾ ਗੁਆਂਢ ਦਾ ਮਾਨਸਾ ਦਾ ਰਹਿਣ ਵਾਲਾ ਸ਼ਖਸ ਹੈ, ਉਹਦੇ ਹੱਥ ਵਿੱਚ ਹਮੇਸ਼ਾ ਹੀ ਖੁੰਡਾ ਹੁੰਦਾ ਹੈ। ਉਹਨੇ ਅਗਲੀ ਗੱਲ ਵੀ ਕਹੀ ਹੈ ਕਿ ਸਰਕਾਰ ਕਿਤੇ ਗਲਤੀ ਨਾ ਕਰ ਲਈ। ਜਿਹੜਾ ਨਰਿੰਦਰ ਮੋਦੀ ਦੇ ਜਿਹੜੇ ਅਹਿਲਕਾਰ ਨੂੰ ਵਾਰ-ਵਾਰ ਇਹ ਗੱਲ ਕਹਿ ਰਹੇ ਕਿ ਇਹਨਾਂ ਨੂੰ ਖਦੇੜ ਦਿਓ, ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਸਾਡੇ ਕਿਸਾਨ ਬੈਠੇ ਇਹਨੂੰ ਖਦੇੜ ਦਿਓ, ਕਹਿੰਦਾ ਪੰਗਾ ਨਾ ਲੈ ਲਓ, ਖਮਿਆਜਾ ਬਹੁਤ ਵੱਡਾ ਭੁਗਤਣਾ ਪੈਣਾ। ਔਰ ਇੱਕ ਪਾਸੇ ਮਾਝੇ ਦੀ ਧਰਤੀ ਦੇ ਤੋਂ ਇਹ ਐਲਾਨ ਹੋ ਰਹੇ ਹੈ, ਦੂਜੇ ਪਾਸੇ ਸਿੰਘੂ ਬਾਰਡਰ ਦੇ ਉੱਤੇ ਕੱਲ ਫਿਰ ਜਿਹੜੀ ਹੈਗੀ ਹੈ ਦੂਜਾ ਐਲਾਨ ਵੀ ਹੋ ਗਿਆ। ਉਹਨਾਂ ਨੇ ਕਹਿ ਦਿੱਤਾ ਕਿ ਜੇ ਇਹ ਆਪਰੇਸ਼ਨ ਕਲੀਨ ਚਲਾਉਣਾ ਚਾਹੁੰਦੇ ਹੈ ਨਰਿੰਦਰ ਮੋਦੀ ਦੀ ਸਰਕਾਰ ਵਾਲੇ, ਕਿ ਜਿਹੜੇ ਹੈਗੇ ਬੰਗਾਲ ਦੀਆਂ ਚੋਣਾਂ ਤੋਂ ਵਿਹਲੇ ਹੋ ਕੇ ਤੇ ਬਾਕੀ ਜਿਹੜੀਆਂ ਸੂਬਿਆਂ ਦੀਆਂ ਚੋਣਾਂ ਤੋਂ ਵਿਹਲੇ ਹੋ ਕੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਕਿਸਾਨਾਂ ਨੂੰ ਉੱਥੋਂ ਖਦੇੜ ਦੂਗੀ। ਉਹ ਕਹਿੰਦੇ ਕਿਤੇ ਭੁਲੇਖੇ ਚ ਨਾ ਰਹੋ। ਔਰ ਇਹ ਜਿਹੜਾ ਹੈਗਾ ਉਹਨਾਂ ਦਾ ਆਪਰੇਸ਼ਨ ਕਲੀਨ ਦਾ ਮੁਕਾਬਲਾ ਅਸੀਂ ਆਪਰੇਸ਼ਨ ਸ਼ਕਤੀ ਨਾਲ ਕਰਾਂਗੇ ਤੇ ਆਪਰੇਸ਼ਨ ਸ਼ਕਤੀ ਦੇ ਤਹਿਤ ਚੰਦੀ ਸਾਹਿਬ ਉਹਨਾਂ ਨੇ ਲੋਕਾਂ ਨੂੰ ਸੱਦਾ ਦੇ ਦਿੱਤਾ ਹੈ ਕਿ ਭਰਾਵੋ ਆ ਜਾਓ, ਹੁਣ ਆਪਾਂ ਆਪਣੀਆਂ ਫਸਲਾਂ ਜਿਹੜੀਆਂ ਲਗਭਗ ਸੰਭਾਲ ਲਈਆਂ ਤੇ ਹੁਣ ਦਿੱਲੀ ਵੱਲ ਨੂੰ ਮੋਰਚੇ ਜਿਹੜੇ ਆਪਣੇ ਹੀਰਾਂ ਘੱਟ ਮੋਰਚਿਆਂ ਵੱਲ ਨੂੰ ਕਿਸਾਨ ਯੂਨੀਅਨ ਉਗਰਾਹਾਂ ਵਾਲਿਆਂ ਨੇ ਆਪਣੇ ਸਾਰੇ ਜਿਹੜੇ ਹੈਗੇ ਹੈ ਵਰਕਰ ਜਾਂ ਉਹਨਾਂ ਦੇ ਪ੍ਰਭਾਵ ਵਾਲੇ ਕਿਸਾਨ ਹੈ, ਉਹਨਾਂ ਨੂੰ 21 ਅਪ੍ਰੈਲ ਦਾ ਸਮਾਂ ਦਿੱਤਾ ਕਿ 21 ਅਪ੍ਰੈਲ ਤੱਕ ਤੁਸੀਂ ਪਹੁੰਚ ਜਾਣਾ ਚਾਹੀਦੇ ਹੋ। ਬਾਕੀ ਜਥੇਬੰਦੀਆਂ ਨੇ ਵੀ ਟੋਟਲ ਕਿਸਾਨ ਜਿਹੜਾ ਮੋਰਚਾ ਸੰਘਰਸ਼ ਮੋਰਚਾ ਹੈ, ਉਸ ਮੋਰਚੇ ਨੇ ਡੇਟ ਜਿਹੜੀ ਹੈ ਫਿਕਸ ਕੀਤੀ ਹੈ ਜੀ 24 ਅਪ੍ਰੈਲ ਤੇ 24 ਅਪ੍ਰੈਲ ਨੂੰ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਮੋਰਚਾ ਲੱਗਿਆ, ਇਹਨੂੰ ਜਿਹੜੇ ਹੈਗੇ ਮੇਰੇ ਖਿਆਲ 150 ਮਹੀਨੇ ਨੂੰ ਪੂਰੇ ਹੋ ਜਾਣਗੇ। 5 ਮਹੀਨੇ ਜਦੋਂ ਪੂਰੇ ਹੁੰਦੇ ਆ, 5 ਮਹੀਨੇ ਪੂਰੇ ਹੋਣ ਤੇ ਉਹਨਾਂ ਨੇ ਕਿਹਾ ਬੜੀ ਵੱਡੀ ਤਾਦਾਦ ਦੇ ਵਿੱਚ ਲੋਕ ਇੱਥੇ ਪਹੁੰਚਣ
ਔਰ ਇਹ ਜਿਵੇਂ ਕਿਸਾਨ ਪੰਚਾਇਤਾਂ ਹੋ ਰਹੀਆਂ, ਇਹਨਾਂ ਰਾਹੀਂ ਲਾਮਬੰਦੀ ਕੀਤੀ ਜਾ ਰਹੀ ਹੈ ਕਿ ਵੱਡੀ ਤਾਦਾਦ ਦੇ ਵਿੱਚ ਕਿਸਾਨ, ਮਜ਼ਦੂਰ, ਬਜ਼ੁਰਗ, ਬੱਚੇ ਜੋ ਵੀ ਹੈ ਬੀਬੀਆਂ ਸਾਰੀਆਂ ਉੱਥੇ ਪਹੁੰਚਣ। ਔਰ ਇਹਨਾਂ ਨੇ ਜਿਹੜੀ ਸਟ੍ਰੈਟਜੀ ਬਣਾਈ ਹੈ, ਮੈਂ ਪੜ੍ਹ ਰਿਹਾ ਸੀ ਬਿਆਨ ਹੁਣੇ ਕਿਸਾਨ ਆਗੂਆਂ ਦਾ, ਉਹਨਾਂ ਨੇ ਕਿਹਾ ਕਿ ਅਸੀਂ ਦੋ ਧਾਰੀ ਸਟ੍ਰੈਟਜੀ ਬਣਾਈ ਹੋਈ ਹੈ। ਇੱਕ ਅਸੀਂ ਆਪਣਾ ਡਿਫੈਂਸ ਕਰਨਾ ਦਾ, ਦੂਜਾ ਸਾਡਾ ਜਿਹੜਾ ਹੈਗਾ ਜਿਹੜਾ ਨਜ਼ਰੀਆ ਉਹ ਹਮਲਾਵਰ ਹੋਊਗਾ। ਹਮਲਾਵਰ ਤੋਂ ਭਾਵੇਂ ਨਹੀਂ ਕੋਈ ਵਾਇਲੈਂਸ ਦੀਆਂ ਘਟਨਾਵਾਂ ਕਰਨੀਆਂ, ਕੋਈ ਮਾਰ ਕੁੱਟ ਕਰਨੀ ਹੈ ਕਿਸੇ ਦੀ, ਉਹ ਨਹੀਂ ਕਰਨੀ, ਆਪਣੀ ਸ਼ਕਤੀ ਵਧਾਉਣੀ ਹੈ। ਔਰ ਇਹ ਵੀ ਨਾਲ ਕਹਿ ਦਿੱਤਾ ਕਿ COVID-19 ਦੇ ਜਿਹੜੇ ਹੈਗੇ ਹੈ ਨਿਯਮ, ਉਹਨਾਂ ਦੀ ਪੂਰੀ ਪਾਲਣਾ ਕਰਾਂਗੇ ਤੇ ਅਸੀਂ ਆਪਣੇ ਪੱਧਰ ਦੇ ਉੱਤੇ ਇਹਦਾ ਜਿਹੜਾ ਹੈਗਾ ਇਹਦੀ ਰੋਕਥਾਮ ਵਾਸਤੇ ਵੀ ਇਲਾਜ ਕਰਾਂਗੇ। ਇੱਥੇ ਮੈਂ ਇਹ ਵੀ ਜ਼ਿਕਰ ਕਰ ਦੇਵਾਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਜਿਹੜਾ ਇਹ ਗੱਲ ਕਹਿ ਰਹੇ ਹੋ ਕਿ ਕੋਰੋਨਾ ਨੂੰ ਮੁੱਖ ਰੱਖਦੇ ਹੋਏ ਘਰਾਂ ਨੂੰ ਇਜਾਜ਼ਤ ਚਲੇ ਜਾਣਾ ਚਾਹੀਦਾ ਹੈ, ਬਾਕੀ ਦੇਸ਼ ਦੇ ਮੁਕਾਬਲੇ ਸਾਡੇ ਦੇਖ ਲਓ ਕਿ ਸਾਡੀ ਜਿਹੜੀ ਹੈ ਕੋਰੋਨਾ ਦੀ ਦਰ ਕਿਤੇ ਘੱਟ ਹੈ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਡਾਕਟਰਾਂ ਦੀ ਕੋਈ ਕਮੀ ਨਹੀਂ, ਬੜੇ ਸਮਾਜ ਸੇਵੀ ਡਾਕਟਰ ਜਿਹੜੇ ਹੈਗੇ ਆ ਉਹ ਸੇਵਾ ਨਿਭਾ ਰਹੇ ਆ ਰਹੇ ਹੈ ਸਾਡੇ ਕੋਲੇ। ਅਗਰ ਜੇ ਤੁਹਾਨੂੰ ਇੰਨੀ ਫਿਕਰਮੰਦਗੀ ਹੈ ਤਾਂ ਤੁਸੀਂ ਵੈਕਸੀਨੇਸ਼ਨ ਜਿਹੜੀ ਹੈ ਸਾਨੂੰ ਦਿਓ, ਤੁਸੀਂ ਸਾਨੂੰ ਇੰਜੈਕਸ਼ਨ ਦਿਓ, ਔਰ ਇੰਜੈਕਸ਼ਨ ਸਾਡੇ ਜਿਹੜੇ ਹੈਗੇ ਨਿਯਮਾਂ ਦਾ ਪਾਲਨ ਕਰਦੇ ਹੋਏ ਡਾਕਟਰ ਸਾਨੂੰ ਆਪਣੇ ਆਪ ਜਿਹੜੇ ਹੈਗੇ ਉਹ ਲਾਉਣਗੇ। ਸੋ ਇਹ ਠੀਕ ਹੈ ਜੀ, ਕਿਸਾਨ ਪੰਚਾਇਤਾਂ ਆਪ ਤੇ ਚਾਹਦੇ ਹੋ ਕਿ ਕਿਸਾਨਾਂ ਦੀ ਲਾਮਬੰਦੀ ਹੋ ਰਹੀ ਹੈ, ਔਰ ਇਹ ਲਾਮਬੰਦੀ ਜਿਹੜੀ ਹੈਗੀ ਹੈ ਭਾਰਤ ਸਰਕਾਰ ਵੱਲੋਂ ਜਿਹੜੇ ਤਸ਼ੱਦਦ ਦਾ ਅਗਲੀ ਜਿਹੜੀ ਹੈ ਨੀਤੀ ਤਿਆਰ ਕੀਤੀ ਜਾ ਰਹੀ ਹੈ, ਉਸ ਨੀਤੀ ਦਾ ਸਭ ਤੋਂ ਮਕਬੂਲ ਜਵਾਬ, ਸਭ ਤੋਂ ਢੁਕਵਾਂ ਜਵਾਬ ਇਹੀ ਹੈ ਕਿ ਜਿਹੜੀ ਹੈਗੀ ਹੈ ਲੋਕਾਂ ਦੀ ਲਾਮਬੰਦੀ ਕੀਤੀ ਜਾਵੇ। ਔਰ ਜੱਦੀ ਸਾਹਿਬ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਲੋਕ ਲਾਮਬੰਦ ਹੋ ਜਾਂਦੇ ਹੈ, ਜਦੋਂ ਕਿਸਾਨ ਤੇ ਮਜ਼ਦੂਰ ਮੈਦਾਨਾਂ ਦੇ ਵਿੱਚ ਆ ਜਾਂਦੇ ਹੈ, ਉਦੋਂ ਵੱਡੇ ਤੋਂ ਵੱਡੇ ਤਾਨਾਸ਼ਾਹ ਜਿਹੜੇ ਹੈ ਉਹਨਾਂ ਨੂੰ ਵੀ ਸਰੈਂਡਰ ਕਰਨਾ ਪੈਂਦਾ ਹੈ। ਨਰਿੰਦਰ ਮੋਦੀ ਦਾ ਵਿਚਾਰਾ ਕੋਈ ਚੀਜ਼ ਹੀ ਨਹੀਂ। ਇੱਥੇ ਅੰਗਰੇਜ਼ਾਂ ਨੇ ਜਿਹਦੇ ਕਹਿੰਦੇ ਹੁੰਦੇ ਸੀ ਜਿਨ੍ਹਾਂ ਦੇ ਰਾਜ ਦੇ ਵਿੱਚ ਕਦੇ ਦੀਵਾ ਨਹੀਂ, ਆਪਣਾ ਸੂਰਜ ਨਹੀਂ ਡੁੱਬਦਾ, ਉਹਨਾਂ ਦੀ ਤੁਸੀਂ ਸਥਿਤੀ ਦੇਖੋ ਕੀ ਹੈ। 1905-7 ਦੇ ਵਿੱਚ ਸ਼ੁਰੂ ਦੇ ਵਿੱਚ 1900 ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਵੀ 3 ਕਾਲੇ ਕਾਨੂੰਨ ਬਣਾਏ ਸੀ ਤੇ ਉਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਉਦੋਂ ਸਰਦਾਰ ਅਜੀਤ ਸਿੰਘ ਜਿਹੜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਚਾਚਾ ਜੀ ਸੀ, ਉਹਨਾਂ ਦੀ ਅਗਵਾਈ ਵਿੱਚ ਇੱਕ ਮੋਰਚਾ ਚੱਲਿਆ ਸੀ, ਇੱਕ ਅੰਦੋਲਨ ਚੱਲਿਆ ਸੀ, ਜਿਸ ਅੰਦੋਲਨ ਦਾ ਨਾਮ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਤੇ ਉਸ ਪਗੜੀ ਸੰਭਾਲ ਮੋਰਚੇ ਨੇ ਅੰਗਰੇਜ਼ਾਂ ਨੂੰ ਵੀ ਗੋਡੀਆਂ ਪਰਨੇ ਕਰਤਾ ਸੀ ਤੇ ਅੰਗਰੇਜ਼ ਵੀ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋ ਗਏ ਸੀ। ਸੋ ਇਹ ਏਕਤਾ ਰਹਿੰਦੀ ਹੈ, ਜੇ ਇਹਨਾਂ ਦੀ ਏਕਤਾ ਰਹਿੰਦੀ ਹੈ ਤੇ ਇਸੇ ਤਰੀਕੇ ਨਾਲ ਇਹ ਸਰਗਰਮ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਨਰਿੰਦਰ ਮੋਦੀ ਨੂੰ ਵੀ ਸਰੈਂਡਰ ਕਰਨਾ ਪੈਣਾ ਕਿਸਾਨ ਅੰਦੋਲਨ ਦੇ ਸਾਹਮਣੇ। ਜੀ ਵਾਕਿਆ ਗੱਲ ਸਹੀ ਹੈ ਜੀ, ਬਿਲਕੁਲ ਜੀ। ਇਸ ਟਾਈਮ ਪੂਰੀ ਚਰਨ ਸੀਮਾ ਤੇ ਕਿਸਾਨ ਅੰਦੋਲਨ ਜਿਹੜਾ, ਤੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ ਜੀ। ਭਾਰਤ ਦੀ ਸੁਪਰੀਮ ਕੋਰਟ ਦੇ ਵੀ ਭਾਵੇਂ ਬਹੁਤ ਵੱਡੀ ਉੱਚ ਅਦਾਲਤ ਆ ਜੀ, ਸੁਪਰੀਮ ਆ, ਪਰ ਕਿਤੇ ਨਾ ਗਾਹੇ ਬਗਾਹੇ ਹਮੇਸ਼ਾ ਜਿਹੜੇ ਉਹ ਇਲਜ਼ਾਮ ਲੱਗਦੇ ਰਹਿੰਦੇ ਆ ਜੀ। ਹੁਣ ਆਪਾਂ ਵੀਵੀਪੈਟ ਮਸ਼ੀਨਾਂ ਨੂੰ ਲੈ ਕੇ ਸਰਕਾਰ ਤੇ ਵੀ ਲੱਗ ਰਿਹਾ, ਪਰ ਜਿੱਥੋਂ ਇਨਸਾਫ ਮਿਲਣ ਦੀ ਸੰਭਾਵਨਾ ਹੁੰਦੀ ਆ, ਪਰ ਜਦੋਂ ਅਦਾਲਤਾਂ ਇਹ ਕੰਮ ਕਰਦੀਆਂ ਤਾਂ ਲੋਕ ਜਿਹੜੇ ਆ ਕਿੰਤੂ ਪਰੰਤੂ ਕਰਨ ਲੱਗ ਹੀ ਪੈਂਦੇ ਆ ਜੀ। ਹੁਣ ਆਏ ਜੀ ਸੁਪਰੀਮ ਕੋਰਟ ਨੇ ਵੀਵੀਪੈਟ ਦਾ 100% ਮਿਲਾਨ ਕਰਾਉਣ ਤੋਂ ਨਾ ਕੀਤੀ, ਇਹਦਾ ਮਤਲਬ ਹੇਰਾਫੇਰੀ ਤਾਂ ਸੰਭਵ ਆ ਜੀ। ਦੇਖੋ ਗੱਲ ਇਹ ਹੈ ਜੀ ਵੀ ਇਹ ਵੀਵੀਪੈਟ ਜਿਹੜੀ ਹੈਗੀ ਹੈ, ਇਹ ਪਰਚੀ ਹੈ ਜਿਹੜੀ, ਪਰਚੀ ਦਾ ਪ੍ਰਬੰਧ ਕਿਉਂ ਕਰਨਾ ਜੀ, ਇਹ ਕਰਕੇ ਪ੍ਰਬੰਧ ਕਰਨਾ ਪਿਆ ਸੀ ਕਿਉਂਕਿ ਇਹ ਵੀ ਫੈਸਲਾ ਸੁਪਰੀਮ ਕੋਰਟ ਦਾ ਹੀ ਜੀ। ਜਦੋਂ ਅਸੀਂ EVM ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਤੇ EVM ਦੇ ਇਸਤੇਮਾਲ ਦੇ ਚੱਲਦਿਆਂ ਇਹ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਸੀ ਕਿ EVM ਦੇ ਰਾਹੀਂ ਉਹਨੂੰ ਜਿਹੜਾ ਹੈਗਾ ਕੰਟਰੋਲ ਕੀਤਾ ਜਾ ਸਕਦਾ। EVM ਦੇ ਰਾਹੀਂ ਜਿਹੜੀ ਇਲੈਕਸ਼ਨ ਹੁੰਦੀ ਹੈ, ਇਹਨੂੰ ਇਲੈਕਸ਼ਨ ਨੂੰ ਅਸੀਂ ਨਿਰਪੱਖ ਨਹੀਂ ਕਹਿ ਸਕਦੇ ਜੀ। ਜਿਸ ਪਾਰਟੀ ਦਾ ਰਾਜ ਭਾਗ ਹੁੰਦਾ ਉਹ ਪਾਰਟੀ EVM ਦੇ ਵਿੱਚ ਹੇਰਾਫੇਰੀ ਕਰ ਸਕਦੀ ਹੈ। ਜੇ ਤੁਸੀਂ ਮਨੁੱਖੀ ਦਿਮਾਗ ਨੇ ਕੰਪਿਊਟਰ ਬਣਾਏ ਹੈ, ਮਨੁੱਖੀ ਦਿਮਾਗ ਨੇ ਹੀ ਜਿਹੜੀ ਹੈ ਸੂਚਨਾ ਇਨਫੋਰਮੇਸ਼ਨ ਟੈਕਨੋਲੋਜੀ ਹੈ ਜਿਹਦਾ ਇਹਦਾ ਇਜਾਦ ਕੀਤਾ, ਇਹਦਾ ਮੁੱਢ ਵੱਜਿਆ ਹੋਇਆ ਜੀ। ਔਰ ਅਸੀਂ ਜੇ ਲੋਕਾਂ ਦੇ ਖਾਤੇ ਹੈਕ ਕੀਤੇ ਜਾ ਸਕਦੇ ਹੈ, ਜੇ ਵੈਬਸਾਈਟਾਂ ਹੈਕ ਕੀਤੀਆਂ ਜਾ ਸਕਦੀਆਂ ਤੇ ਇਹ ਕਿਉਂ ਨਹੀਂ ਹੈਕ ਕੀਤੀਆਂ ਜਾ ਸਕਦੀਆਂ, ਗੜਬੜ ਇਹਦੇ ਵਿੱਚ ਵੀ ਕੀਤੀ ਜਾ ਸਕਦੀ ਹੈ। ਉਦੋਂ ਇਹ ਵੀ ਵਾਰ-ਵਾਰ ਜਿਹੜੇ ਇਲਜ਼ਾਮ ਲੱਗ ਰਹੇ ਸੀ ਕਿ ਤੁਸੀਂ ਵੋਟ ਪਾਉਣੇ ਹੋ ਅਕਾਲੀ ਦਲ ਨੂੰ ਜੀ। ਮਸਲਨ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਚੋਣ ਨਿਸ਼ਾਨਾ ਤੱਕੜੀ ਹੈ, ਤੁਸੀਂ ਤੱਕੜੀ ਦਾ ਜਿਹੜਾ ਬਟਨ ਦਬਾਉਣੇ ਹੋ, ਲੇਕਿਨ ਸਥਿਤੀ ਕੀ ਹੁੰਦੀ ਹੈ ਕਿ ਤੱਕੜੀ ਦਾ ਵੋਟ ਦਬਾਉਣ ਦੇ ਨਾਲ ਜਿਹੜੇ ਤੁਹਾਡੀ ਵੋਟ ਆ ਉਹ ਕਾਸਟ ਹੋ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ। ਇਹਦਾ ਜਿਹੜੇ ਕਈ ਸਾਰੇ ਸਬੂਤ ਹੈ ਜਿਹੜੇ ਉਹ ਦਿੱਤੇ ਸੀਗੇ ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਤੇ ਫਿਰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਕੋਈ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਲੋਕ ਇਹ ਦੇਖ ਲੈਣ ਕਿ ਉਹਨਾਂ ਦੀ ਜਿਹੜੀ ਉਹਨਾਂ ਨੇ ਵੋਟ ਜਿਸ ਪਾਰਟੀ ਨੂੰ ਪਾਈ ਹੈ ਕਿ ਉਸ ਪਾਰਟੀ ਕੋਲ ਚਲੀ ਗਈ ਹੈ। ਹੁਣ ਉਹਦਾ ਇਹ ਹੈ ਜੀ ਕਿ ਜਦੋਂ ਅਸੀਂ ਵੋਟ ਪਾਉਣੇ ਆ, ਬਟਨ ਦਬਾਉਣੇ ਆ, ਬਟਨ ਦਬਾਉਣ ਵੇਲੇ ਜਿਸ ਕੈਂਡੀਡੇਟ ਨੂੰ ਅਸੀਂ ਵੋਟ ਪਾਈ ਵੀ ਹੈ, ਜੇ ਮਸ਼ੀਨ ਠੀਕ ਹੈ ਤਾਂ ਉਹਦੇ ਵਿੱਚੋਂ ਇੱਕ ਜਿਹੜੀ ਹੈਗੀ ਪਰਚੀ ਨਿਕਲੂਗੀ
ਹੋਗੀ ਜਿਹਨੂੰ ਵੀਵੀਪੈਟ ਕਹਿ ਦਿੰਦੇ ਜੀ ਉਹ ਪਰਚੀ ਨੂੰ ਬੰਦਾ ਤਸੱਲੀ ਕਰ ਲੂਗਾ ਕਿ ਮੈਂ ਵੋਟ ਜਿਹੜੀ ਹੈ ਤੱਕੜੀ ਨੂੰ ਪਾਈ ਸੀ, ਵਾਕਈ ਇਹ ਤੱਕੜੀ ਨੂੰ ਗਈ ਹੈ ਕਿ ਇਹ ਹੱਥ ਪੰਜੇ ਨੂੰ ਗਈ ਹੈ ਜੀ। ਉਹ ਬੰਦਾ ਆਪਣੀ ਤਸੱਲੀ ਕਰ ਲੂ। ਕਈ ਵਾਰੀ ਸਥਿਤੀ ਇਹ ਹੁੰਦੀ ਹੈ ਕਿ ਜਿਹੜੀਆਂ ਵੀਵੀਪੈਟ ਦੀਆਂ ਮਸ਼ੀਨਾਂ ਦੀ ਗਿਣਤੀ ਜਿਹੜੀਆਂ ਆਪਣੀਆਂ ਪਰਚੀਆਂ ਉਹਨਾਂ ਦਾ ਰਿਜ਼ਲਟ ਕੁਛ ਹੋਰ ਹੁੰਦਾ ਤੇ ਦੂਜੇ ਪਾਸੇ ਰਿਜ਼ਲਟ ਕੁਛ ਹੋਰ ਹੁੰਦਾ ਜੀ। ਇਹਦੇ ਵਾਸਤੇ ਕਿ ਇਹ ਫਿਰ ਉਦੋਂ ਪ੍ਰਬੰਧ ਕਰਤਾ ਸੀ ਕਿ ਕੁਝ ਚੋਣਵੇਂ ਜਿਹੜੇ ਹੈਗੇ ਆ ਪੇਸ਼ਾਂ ਤੇ ਵੀਵੀਪੈਟ ਦਾ ਜਿਹੜਾ ਮਿਲਾਨ ਕੀਤਾ ਜਾਵੇ ਦੂਜੀਆਂ ਵੋਟਾਂ ਦੇ ਨਾਲ ਔਰ ਉਹ ਅਸਰ ਅੰਦਾਜ਼ ਹੋ। ਪਿੱਛੇ ਜਦੋਂ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਉਦੋਂ ਕਈ ਜਿਹੜੀਆਂ ਜਥੇਬੰਦੀਆਂ ਚੋਣ ਸੁਧਾਰਾਂ ਵਾਸਤੇ ਕੰਮ ਕਰ ਰਹੀਆਂ ਉਹਨਾਂ ਨੇ ਬਿਹਾਰ ਦੀਆਂ ਮਿਸਾਲਾਂ ਦਿੱਤੀਆਂ ਸੀ ਕਿ ਬਿਹਾਰ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੀਆਂ ਵੀਵੀਪੈਟ ਦੀਆਂ ਰਿਜ਼ਲਟ ਕੁਝ ਹੋਰ ਹੈ, ਜਿਹੜੇ ਸਰਕਾਰ ਦੇ ਅੰਕੜੇ ਕੁਝ ਹੋਰ ਦਿਖਾਉਂਦੇ ਆ। ਸਰਕਾਰ ਦੇ ਅੰਕੜੇ ਇਹ ਦਿਖਾਉਂਦੇ ਆ ਕਿ ਵੋਟਾਂ ਦੀ ਜਿਹੜੀ ਪੋਲ ਪਰਸੈਂਟੇਜ ਘੱਟ ਹੈ, ਲੇਕਿਨ ਜਿਹੜੀਆਂ ਵੋਟਾਂ ਪੋਲ ਹੋਈਆਂ ਉਹਨਾਂ ਦੀ ਪਰਸੈਂਟੇਜ ਕਿਤੇ ਵੱਧ ਹੈ। ਇਹਦਾ ਮਤਲਬ ਹੈ ਕਿ ਹੇਰਾਫੇਰੀ ਹੋਈ ਹੈ। ਉਦੋਂ ਫਿਰ ਇਹ ਹੋ ਗਿਆ ਸੀਗਾ ਕਿ ਜੀ ਹਾਂਜੀ ਵੀਵੀਪੈਟ ਵਾਲੇ ਮਾਮਲੇ ਦੇ ਉੱਤੇ ਕੁਝ ਕਰਨਾ ਚਾਹੀਦਾ। ਮੇਰਾ ਖਿਆਲ ਉਹ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਆਰਗੇਨਾਈਜੇਸ਼ਨ ਦਾ ਨਾਮ, ਉਹਨਾਂ ਨੇ ਵੀ ਉਸ ਵੇਲੇ ਕਾਫੀ ਜਿਹੜੀ ਹੈ ਹਿਲਜੁਲ ਕੀਤੀ, ਪਟੀਸ਼ਨ ਪਾਈਆਂ। ਉਹਨਾਂ ਪਟੀਸ਼ਨਾਂ ਦਾ ਜਿਹੜਾ ਕੋਈ ਬਹੁਤਾ ਕੁਛ ਨਹੀਂ ਹੋਇਆ। ਉਹਨੇ ਇੱਕ ਹੋਰ ਪਟੀਸ਼ਨ ਪਾਈ ਸੀ, ਉਸ ਪਟੀਸ਼ਨ ਦੇ ਰਾਹੀਂ ਇਹ ਮੰਗ ਕੀਤੀ ਗਈ ਸੀ ਕਿ ਹਰ ਹਲਕੇ ਦੇ ਵਿੱਚ ਜਿੱਥੇ ਮਤਲਬ ਤੁਹਾਡਾ ਜਿਹੜਾ ਹੈਗਾ ਕਿਸੇ ਕਿਸਮ ਦਾ ਕੋਈ ਸ਼ੱਕ ਪੈਂਦਾ ਹੈ, ਜਿਹੜਾ ਰਿਜ਼ਲਟ ਈਵੀਐਮ ਦੇ ਵਿੱਚੋਂ ਨਿਕਲਦਾ ਹੈ, ਉਸ ਈਵੀਐਮ ਦੇ ਰਿਜ਼ਲਟ ਦੇ ਨਾਲ ਜਿਹੜੀ ਹੈ ਵੀਵੀਪੈਟ ਹੈ ਇਹਦਾ ਰਿਜ਼ਲਟ ਵੀ ਬਣਾਇਆ ਜਾਵੇ। ਇਹਨਾਂ ਪਰਚੀਆਂ ਦੀ ਗਿਣਤੀ ਹੋਵੇ ਔਰ ਉਹਨਾਂ ਗਿਣਤੀਆਂ ਦੇ ਆਧਾਰ ਦੇ ਉੱਤੇ ਹੀ ਰਿਜ਼ਲਟ ਡਿਕਲੇਅਰ ਕੀਤਾ ਜਾਵੇ। ਸਿਰਫ ਤੇ ਸਿਰਫ ਜਿਹੜੀ ਹੈਗੀ ਹੈ ਜਿਹੜੀ ਕੰਪਿਊਟਰ ਦੇ ਨਾਲ ਆਪਾਂ ਵੋਟਾਂ ਪਾਉਣੀਆਂ ਉਹਨੂੰ ਨਾ ਮੰਨਿਆ ਜਾਵੇ। ਇਹ ਪਟੀਸ਼ਨ ਦਾਇਰ ਕੀਤੀ ਸੀ ਜੀ, ਲੇਕਿਨ ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਉਹਨਾਂ ਨੇ ਕਹਿ ਦਿੱਤਾ ਨਹੀਂ, ਕੋਈ ਲੋੜ ਨਹੀਂ ਕਿ 100% ਹੈ ਜਿਹੜਾ 100% ਮਿਲਾਨ ਹੈ, ਇਹਦੀ ਕੋਈ ਲੋੜ ਨਹੀਂ। ਇਹਦਾ ਮਤਲਬ ਇਹ ਹੈ ਕਿ ਜਿਹੜੇ ਇਲਜ਼ਾਮ ਲੱਗਦੇ ਆ ਰਹੇ ਹੈ ਕਿ ਜਦੋਂ ਦੀ 2014 ਤੋਂ ਮੋਦੀ ਸਰਕਾਰ ਆਈ ਹੈ, ਇਸ ਮੋਦੀ ਸਰਕਾਰ ਨੇ ਆ ਕੇ ਜਿਹੜੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਇਹਨਾਂ ਸੰਵਿਧਾਨਕ ਸੰਸਥਾਵਾਂ ਦੇ ਵਿੱਚ ਪ੍ਰਮੁੱਖ ਦੋ ਹੈ, ਇੱਕ ਹੈ ਦੇਸ਼ ਦੀ ਜੁਡੀਸ਼ਰੀ ਔਰ ਦੂਸਰਾ ਚੋਣ ਕਮਿਸ਼ਨ। ਇਹਨਾਂ ਦੋਨਾਂ ਦਾ ਜਿਹੜਾ ਹੈਗਾ ਸੱਤਿਆਨਾਸ਼ ਕਰਕੇ ਰੱਖ ਦਿੱਤਾ। ਇਹਨਾਂ ਦੀ ਜਿਹੜੀ ਹੈਗੀ ਹੈ ਇਹਨਾਂ ਨੂੰ ਪਸਤ ਮਤ ਕਰਤਾ, ਰੀੜ ਦੀ ਹੱਡੀ ਇਹਨਾਂ ਦੀ ਡੈਮੇਜ ਕਰ ਦਿੱਤੀ ਗਈ ਹੈ। ਜਿਵੇਂ ਮਤਲਬ ਮਾਲਕ ਬੁਲਾਉਂਦਾ ਤੋਤਾ ਉਵੇਂ ਬੋਲਦਾ, ਹਾਲਤ ਇਹ ਕੀਤੀ ਗਈ ਹੈ। ਔਰ ਜਿਸ ਕਿਸਮ ਦੇ ਫੈਸਲੇ ਆਏ ਜੀ, ਅਸੀਂ ਫੈਸਲੇ ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਸੁਪਰੀਮ ਕੋਰਟ ਮਾਣਯੋਗ ਹੈ, ਮਾਣਯੋਗ ਦੇ ਉੱਤੇ ਕਿੰਤੂ ਪ੍ਰੰਤੂ ਸਾਡਾ ਕੋਈ ਹੁੰਦਾ ਨਹੀਂ। ਲੇਕਿਨ ਜਿਹੜੇ ਲੋਕਾਂ ਨੂੰ ਜਿਹੜੇ ਸ਼ੱਕ ਸ਼ੁਬਾ ਪੈਦਾ ਹੋ ਰਹੇ ਹੈ ਕਿ ਈਵੀਐਮ ਦਾ ਰਿਜ਼ਲਟ ਹੈ ਜਿਹੜਾ ਇਹਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਤੇ ਜੇ ਉਹ ਕੋਈ ਦਾਦ ਫਰਿਆਦ ਕਰਦੇ ਹੈ ਕਿ ਜੀ ਇਹ ਪ੍ਰਭਾਵਿਤ ਨਾ ਹੋਵੇ, ਇਹਦੇ ਵਾਸਤੇ ਕਰੋ ਕੁਛ ਨਾ ਕੁਛ ਤੁਸੀਂ ਕਰੋ। ਮਾਣਯੋਗ ਮਤਲਬ ਜਿਹੜੇ ਹੈਗੇ ਮਾਣਯੋਗ ਡਿਸੀਜਨ ਆਉਣ ਤੁਹਾਡੇ ਮਾਣਯੋਗ ਅਦਾਲਤ ਤੇ, ਉਹ ਡਿਸੀਜਨ ਨਹੀਂ ਆਉਂਦੇ ਜੀ ਹੁਣ ਇਹਦੇ ਕੀ ਕਰ ਸਕਦੇ ਆਪਾਂ। ਇਹ ਤਾਂ ਫਿਰ ਚੰਦੀ ਸਾਹਿਬ ਜਿਵੇਂ ਹੁਣ ਚੱਲ ਰਿਹਾ ਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ, ਕਿਸਾਨ ਅੰਦੋਲਨ ਦੇ ਨਾਲ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ, ਭਾਰਤ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਇਸੇ ਤਰ੍ਹਾਂ ਦੇ ਤੇ ਕੋਈ ਵੱਡੀ ਜਿਹੜੀ ਹੈਗੀ ਹੈ ਉਹ ਅੰਦੋਲਨ ਲਹਿਰ ਖੜੀ ਕਰਨੀ ਪੈਣੀ ਹੈ। ਉਸ ਲਹਿਰ ਤੋਂ ਬਗੈਰ ਕੋਈ ਚਾਰਾ ਨਹੀਂ ਤਾਂ ਜਿਹੜੀ ਹੈਗੀ ਈਵੀਐਮ ਦੇ ਰਾਹੀਂ ਜੋ ਰਿਜ਼ਲਟ ਆਉਣੇ ਹੈ, ਪਤਾ ਹੀ ਹੁੰਦਾ ਕਿ ਉਹ ਈਵੀਐਮ ਰਾਹੀਂ ਤਾਂ ਫਿਰ ਸਰਕਾਰਾਂ ਦੇ ਪੱਖ ਵਿੱਚ ਰਿਜ਼ਲਟ ਆਉਂਦੇ ਹੈ। ਔਰ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਈਵੀਐਮ ਦਾ ਭਰੋਸਾ ਰੱਖਣ ਵਾਸਤੇ ਕਈ ਵਾਰੀ ਇਹ ਹੁੰਦਾ ਕਿ ਜਿਹੜੀਆਂ ਰਾਜਾਂ ਦੀਆਂ ਵਿਧਾਨ ਸਭਾ ਬਣੀਆਂ ਚੋਣਾਂ ਹੁੰਦੀਆਂ ਉੱਥੇ ਜਿਹੜੀ ਹੈਗੀ ਆਪੋਜੀਸ਼ਨ ਪਾਰਟੀਆਂ ਨੂੰ ਜਿਤਾਉਂਦੇ ਆ ਤੇ ਉਹਨਾਂ ਦਾ ਭਰੋਸਾ ਜਿਹਾ ਬਣ ਜਾਂਦਾ ਵੀ ਹਾਂ ਈਵੀਐਮ ਨੇ ਠੀਕ ਕੀਤਾ ਜੀ ਕੰਮ। ਤੇ ਬਾਅਦ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ, ਦੇਸ਼ ਦੇ ਵਿੱਚ ਰਾਜ ਭਾਗ ਕਰਨਾ ਹੁੰਦਾ ਹੈ, ਉਦੋਂ ਰਿਜ਼ਲਟ ਉਹਨਾਂ ਥਾਵਾਂ ਤੋਂ ਉਲਟਾ ਆ ਜਾਂਦੀ ਹੈ। ਉਹੀ ਲੋਕ ਹੈ ਭਾਵੇਂ ਤੁਸੀਂ 2 ਮਹੀਨੇ ਬਾਅਦ ਵੋਟਾਂ ਪਵਾ ਲਓ, 2 ਮਹੀਨੇ ਪਹਿਲਾਂ ਤਾਂ ਉਹ ਪਾਰਟੀ ਜਿਹਨੂੰ ਸਮਝਣਗੇ ਕਿ ਇਹ ਮਾੜੀ ਹੈ, ਤੇ 2 ਮਹੀਨਿਆਂ ਬਾਅਦ ਫਿਰ ਉਹ ਕਿਵੇਂ ਚੰਗੀ ਪਾਰਟੀ ਬਣ ਜੂਗੀ। ਇਹਦਾ ਮਤਲਬ ਹੈ ਕਿ ਈਵੀਐਮ ਦੇ ਰਾਹੀਂ ਇਹ ਸਾਰਾ ਕੁਝ ਕੀਤਾ ਜਾ ਰਿਹਾ। ਹੁਣ ਸਮਾਂ ਆ ਗਿਆ ਕਿ ਵਿਕਸਿਤ ਦੇਸ਼ਾਂ ਨੇ ਜਿਨ੍ਹਾਂ ਨੇ ਈਵੀਐਮ ਬਣਾਈ ਸੀ ਉਹਨਾਂ ਨੇ ਤਾਂ ਖੜਾ ਛੱਡ ਦਿੱਤਾ ਹੈ, ਤਾਂ ਹੁਣ ਸਾਨੂੰ ਵੀ ਜਿਹੜਾ ਹੈਗਾ ਇਹ ਤੋਂ ਛੁਟਕਾਰਾ ਹਾਸਲ ਕਰਨਾ ਚਾਹੀਦਾ ਹੈ। ਪਰ ਸਵਾਲ ਇਹ ਹੈ ਕਿ ਬਿੱਲੀ ਦੇ ਗੱਲ ਟੱਲੀ ਕੌਣ ਬਣੇ। ਹਕੂਮਤ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਇਸ ਵੇਲੇ ਹਕੂਮਤ ਸਰਕਾਰ ਦੀ ਬਜਾਏ ਇੱਕ ਬੰਦੇ ਦਾ ਰਾਜ ਭਾਜ ਹੈ ਔਰ ਉਹ ਆਪਣੀ ਮਨਮਰਜ਼ੀ ਚਲਾ ਰਿਹਾ ਹੈ। ਚੱਲੀ ਜਾਂਦੀ ਹਾਂ ਬਿਲਕੁਲ ਜੀ। ਆਪਣੇ ਨਾਲ ਕਾਲਰ ਜੁੜੇ ਜੀ, ਕਾਲ ਲੈ ਲਈਏ। ਹਾਂਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਚੰਦੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਿਲਕੁਲ ਆਪ ਬਾਜਵਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਹੁਣ ਜਿੱਦਾਂ ਆਪਾਂ ਸ਼ੱਕ ਦੇ ਘੇਰੇ ਦੀ ਗੱਲ ਕਰਦੇ ਹਾਂ, ਇਹ ਕੋਈ ਇੱਕ ਚੀਜ਼ ਦੇ ਸ਼ੱਕ ਦੇ ਘੇਰੇ ਦੀ ਨਹੀਂ, ਜਿੱਦਾਂ ਹੁਣ ਹਰ ਇੱਕ ਚੀਜ਼ ਜਿਹੜੀ ਹੈ ਨਾ ਇਹ ਸ਼ੱਕ ਦੇ ਘੇਰੇ ਵਿੱਚ ਹੈ। ਤੇ ਜਦੋਂ ਇਹ ਚਾਈਨਾ ਤੋਂ ਇਹ ਜਿਹੜਾ ਵਾਇਰਸ ਹੈ ਸ਼ੁਰੂ ਹੋਇਆ ਸੀ ਤੇ ਚੰਦੀ ਸਾਹਿਬ ਉਦੋਂ ਹੌਲੀ ਹੌਲੀ ਫਿਰ ਇਹ ਖਬਰ ਆਉਣ ਲੱਗ ਪਈ ਇਹਦੀ ਦਵਾਈ ਬਣਨੀ ਸ਼ੁਰੂ ਹੋ ਗਈ ਹੈ
6 ਮਹੀਨਿਆਂ ਨੂੰ ਆ ਜਾਏਗੀ, 7 ਮਹੀਨਿਆਂ ਨੂੰ ਆ ਜਾਏਗੀ, ਫਿਰ ਸਾਲ ਨੂੰ ਕਹਿੰਦੇ ਆ ਜਾਏਗੀ, ਜੀ ਫਿਰ ਇਹਨੂੰ ਕਹਿੰਦੇ ਵੀ ਟਾਈਮ ਲੱਗੇਗਾ। ਇਹਦਾ ਮਤਲਬ ਫਿਰ ਇਹ ਕੀ ਹੁੰਦਾ ਵੀ ਇਹ ਦਵਾਈ ਤੇ ਬਣ ਰਹੀ ਹੋ ਜਾਂਦੀ ਜਦੋਂ ਪਹਿਲਾ ਵਾਇਰਸ, ਤੇ ਹੁਣ ਤੀਸਰੀ ਤੇ ਚੌਥੀ ਵਾਇਰਸ ਕਹਿੰਦੇ ਵੀ ਆ ਗਈ, ਕਦੀ ਇੰਗਲੈਂਡ ਦੇ ਨਾਂ ਤੇ ਆ ਗਿਆ, ਕਿਤੇ ਕਿੱਦਾਂ ਆ ਗਿਆ ਵੀ ਉਹਦੇ ਨਾਲ ਜ਼ਬਰਦਸਤ ਹੈ, ਉਹਦੇ ਨਾਲ ਜ਼ਬਰਦਸਤ, ਤੇ ਮੈਡੀਸਨ ਤੇ ਉਦੋਂ ਦੀ ਬਣ ਰਹੀ ਹੈ। ਤੇ ਮੈਡੀਸਨ ਤੇ ਪਹਿਲੀ ਵੇਵ ਵਾਸਤੇ ਇਹਦੇ ਮਗਰਲੀਆਂ ਵੇਬਾਂ ਤੇ ਕਿਵੇਂ, ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਮੈਂ ਉਹਦੇ ਨਾਲ ਗੱਲ ਜੋੜਨਾ, ਤੁਹਾਡੀ ਗੱਲ ਨੂੰ ਸਹਿਮਤ ਹੁੰਦੇ ਹੋਇਆ ਕਿ ਇਹ ਜਿਹੜੀਆਂ ਹੁਣ ਇਹ ਨਵੇਂ ਤੋਂ ਨਵਾਂ ਆਉਂਦਾ ਜਾਂਦਾ ਪਿਆ, ਹੁਣ ਹਰ ਤੀਜੇ ਮਹੀਨੇ ਜਾਂ ਹਰ ਚੌਥੇ ਮਹੀਨੇ ਇਹ ਦਵਾਈ ਤੇ ਪਹਿਲਾਂ ਉਸ ਪਹਿਲੇ ਕਰੋਨਾ ਜਦੋਂ ਸ਼ੁਰੂ ਹੋਇਆ ਉਸ ਹਿਸਾਬ ਨਾਲ ਜਦੋਂ ਸ਼ੁਰੂ ਹੋਈ ਹੈ ਤੇ ਮੈਡੀਸਨ ਤਾਂ ਉਦੋਂ ਦੀਆਂ ਬਣਦੀਆਂ ਜੇ ਹੁਣ ਤੱਕ ਤਿਆਰ ਹੋਈਆਂ ਮੈਡੀਸਨ ਤੇ ਉਹ ਹੀ ਆਈ ਹੈ। ਇਹ ਹੁਣ ਕਿਹੜੇ ਤੇ ਕੰਮ ਕਰੇਗੀ, ਕਿਹਨੂੰ ਕਾਬੂ ਕਰੇਗੀ, ਇਹ ਵੀ ਗੱਲ ਸ਼ੱਕ ਦੇ ਘੇਰੇ ਵਿੱਚ ਹੈ। ਫਿਰ ਜਦੋਂ ਤੁਹਾਨੂੰ ਚੰਦੀ ਸਾਹਿਬ ਤੁਸੀਂ ਵੀ ਹਮ ਉਮਰ ਹੋਵਾਂਗੇ, ਕੋਈ 5-4 ਸਾਲ ਦਾ ਫਰਕ ਹੋਏਗਾ ਸਾਡਾ। ਅੱਛਾ, ਜਦੋਂ ਕਈ ਵਾਰ ਡੰਗਰਾਂ ਦੇ ਮੂੰਹ ਘਰ ਹੁੰਦੀ ਨਾ ਤੇ ਇੱਕ ਮੈਡੀਸਨ ਆਉਂਦੀ ਹੁੰਦੀ ਉਹ ਆਣ ਕੇ ਟੀਕੇ ਲਾਉਂਦੇ ਹੁੰਦੇ ਸੀ, ਜਾਂ ਹੋਰ ਵੀ ਲੋਕੀ ਓੜ-ਪੋੜ ਕਰਦੇ ਸੀ, ਤੇ ਡੰਗਰਾਂ ਦਾ ਮੂੰਹ ਖੋਰ ਹਟ ਜਾਂਦਾ ਤੇ ਉਹਦੀ ਗਰੰਟੀ ਹੁੰਦੀ ਸੀ ਤੇ ਇਹਦੇ ਨਾਲ ਹਟ ਜਾਵੇਗੀ। ਫਿਰ ਇੱਕ ਫਲੂ ਹੁੰਦਾ ਸੀ ਆਮ ਅੱਖਾਂ ਖਰਾਬ ਹੋਣ ਦਾ, ਗਰਮੀਆਂ ਦੀ ਰੁੱਤ ਹੋਣੀ ਤੇ ਫਲੂ ਹੋਣਾ, ਤੇ ਉਹ ਫਿਰ ਡਾਕਟਰ ਪਿੰਡਾਂ 'ਚ ਹੋਣੇ, ਉਹਨਾਂ ਨੇ ਇੱਕ ਮੈਡੀਸਨ ਦਵਾਈ ਹੈ ਇਹਨਾਂ ਦੀ ਬੜੀ ਉਹਦੀ ਸਮੈਲ ਵੀ ਚੜ੍ਹਦੀ ਹੁੰਦੀ, ਜਾ ਕੇ ਉਹਨਾਂ ਉਹਦੇ ਡਰਾਫਟ ਦੇ ਪਾਉਣੇ, ਰੂਹ ਦੇ ਤੋਂਬੇ ਨਾਲ ਉਹਦੇ ਸ਼ੀਸ਼ੀਆਂ ਵੀ ਨਹੀਂ ਸੀ ਹੁੰਦੀਆਂ। ਅੱਛਾ, ਤੇ ਅੱਖਾਂ ਠੀਕ ਹੋ ਜਾਣੀਆਂ, ਅੱਖਾਂ ਸਾਰੀਆਂ ਦੀ ਲੋਕਾਂ ਨੇ ਖੁੱਲ ਜਾਣੀਆਂ, ਕੋਈ ਅੱਖਾਂ ਆ ਗਈਆਂ ਕਿਸੇ ਨੇ ਕੁਛ ਕਹਿਣਾ ਜੀ, ਅੱਖਾਂ ਨੂੰ ਹੋ ਗਿਆ, ਕੁਛ ਹੋ ਗਿਆ, ਉਹ ਵੀ ਹਟ ਜਾਣੇ। ਮਤਲਬ ਮੇਰਾ ਕਹਿਣ ਦਾ ਮਤਲਬ ਉਹਨਾਂ ਦਵਾਈਆਂ ਦੀ ਕੋਈ ਗਰੰਟੀ ਹੁੰਦੀ ਸੀ ਵੀ ਇਹ ਮਤਲਬ ਵੀ ਬਿਲਕੁਲ ਠੀਕ ਹੈ। ਹੁਣ ਦੀ ਜਿਹੜੀ ਹੈ ਫਲੂ ਤੇ ਆਪਾਂ ਕਰੀ ਜਾਂਦੇ ਹਾਂ ਤੇ ਇਹ ਵੇਵ ਆ ਗਈ ਜੀ, ਆਹ ਵੇਵ ਆ ਗਈ ਜੀ, ਬੜੀ ਖਤਰਨਾਕ ਹੈ। ਤੇ ਕਿਸੇ ਦੇਸ਼ ਦੇ ਵੀ ਮਤਲਬ ਭਾਵੇਂ ਉਹ ਭਾਰਤ ਹੈ ਤੇ ਭਾਵੇਂ ਬਾਹਰਲੀਆਂ ਕੰਟਰੀਆਂ ਨੇ, ਕਿਸੇ ਦੇਸ਼ ਦੀ ਵੀ ਸਰਕਾਰ ਜਿਹੜੀ ਹੈ ਇਹ ਗਰੰਟੀ ਲੈਣ ਨੂੰ ਤਿਆਰ ਹੀ ਨਹੀਂ ਕਿ ਹਾਂ ਜਿਹੜੇ ਬੰਦੇ ਨੂੰ ਟੀਕਾ ਲੱਗਦਾ ਪਿਆ ਹੁਣ ਕਹਿੰਦੇ ਵੀ ਸਾਰੇ ਹੀ ਲਵਾ ਲਓ, ਵੱਡੇ ਲਵਾ ਲਓ, ਇਹਨੇ ਚਿਰ ਬਾਅਦ ਛੋਟੇ ਲਵਾ ਲਓ, ਦੂਜੇ ਲਵਾ ਲਓ, ਤੀਜੇ ਲਵਾ ਲਓ। ਲੇਕਿਨ ਜੇ ਉਹਨਾਂ ਨੂੰ ਇਹ ਪੁੱਛੋ ਵੀ ਇਹਦੇ ਨਾਲ ਮੁੜ ਕੇ ਕਿਸੇ ਨੂੰ ਹੋਏਗਾ ਕਿ ਤਾਂ ਨਹੀਂ, ਇਹ ਖੁੱਲੇ ਮੂੰਹ ਫਿਰ ਸਕਦਾ, ਇਹਨੂੰ ਕੋਈ ਡਰ ਤੇ ਨਹੀਂ, ਕਿਸੇ ਨੂੰ ਇਹਦਾ ਵਾਇਰਸ ਤੇ ਨਹੀਂ ਜਾਗਦਾ, ਇਹਦੀ ਗਰੰਟੀ ਕੋਈ ਨਹੀਂ। ਇਹਨਾਂ ਦਾ ਮਤਲਬ ਮੈਡੀਸਨ ਕਾਹਦੀ ਹੋਈ ਜਦੋਂ ਕੋਈ ਸਰਕਾਰ ਵੀ ਨਹੀਂ। ਮੈਂ ਇਸ ਕਰਕੇ ਕਹਿੰਦਾ ਵੀ ਇਹ ਸਾਰਾ ਕੁਝ ਸ਼ੱਕ ਦੇ ਘੇਰੇ ਹੈ। ਕੁਛ ਲੋਕ ਜਿਹੜੀਆਂ ਸਾਡੇ ਫੇਸਬੁੱਕ ਤੇ ਜਾਂ YouTube ਤੇ ਕਈਆਂ ਚੰਗੇ ਸੂਝਵਾਨ ਡਾਕਟਰਾਂ ਨੇ ਜਿਹੜੀਆਂ ਆਉਂਦੀਆਂ ਪਈਆਂ ਨੇ ਇੰਟਰਵਿਊ, ਜਾਂ ਉਹਨਾਂ ਦੀ ਕਰਦੇ ਪਏ ਨੇ, ਇਹਦੀ ਇੰਸਪੈਕਸ਼ਨ ਕਰਕੇ ਦੱਸਦੇ ਪਏ ਨੇ, ਉਹ ਬਹੁਤ ਸਾਰੇ ਕਹਿੰਦੇ ਪਏ ਨੇ ਵੀ ਇਹ ਕੁਝ ਵੀ ਨਹੀਂ ਗਾ, ਇਹ ਐਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਵੇਖੋ ਵੇਖੀ ਇੱਕ ਕੰਟਰੀ ਵੱਲੋਂ ਦੂਸਰੀ ਵੱਲੋਂ, ਆਪਾਂ ਇਹ ਨਹੀਂ ਕਹਿੰਦੇ ਵੀ ਗੁੰਮਰਾਹ ਕੀਤਾ ਜਾਏ। ਇਹਦਾ ਮਤਲਬ ਮੇਰਾ ਕਹਿਣ ਦਾ ਹੈ ਕਿ ਸਾਰਾ ਕੁਝ ਹੀ ਸ਼ੱਕ ਦੇ ਘੇਰੇ ਵਿੱਚ ਹੈ। ਇਹਦੀ ਭਾਵੇਂ ਲਵਾ ਲਓ ਤੇ ਭਾਵੇਂ ਨਾ ਲਵਾ ਲਓ, ਇਹਦੀ ਗਰੰਟੀ ਕੋਈ ਨਹੀਂ ਕਿ ਇਸ ਬੰਦੇ ਨੂੰ ਬਿਮਾਰੀ ਹੋ ਸਕਦੀ ਹੈ ਤੇ ਭਾਵੇਂ ਨਹੀਂ ਹੋ ਸਕਦੀ। ਸਰਕਾਰਾਂ ਕੋਈ ਸਰਕਾਰ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੀ, ਆਪਾਂ ਇੱਥੇ ਲੈਂਦੀ ਪਈ ਹੈ, ਨਹੀਂ ਨਾ ਲੈਂਦੀ। ਸਿਰਫ ਇਹ ਕਹੀ ਜਾਂਦੇ ਲਈ ਆਪਾਂ ਲਵਾ ਲਓ ਜੀ, ਤੁਸੀਂ ਲਵਾ ਲਓ ਜੀ, ਇੰਨੀ ਉਮਰ ਦਾ ਲਵਾ ਨਹੀਂ, ਇਹ ਕੋਈ ਨਾ ਜਿੱਦਾਂ ਕੋਈ ਬਣਾਇਆ ਜਿੱਦਾਂ ਮੈਂ ਡਾਕਟਰਾਂ ਦੀ ਗੱਲ ਕਰਨਾ ਵੀ ਜਿੱਦਾਂ ਹੁਣ ਕੁਛ ਡਾਕਟਰ ਕਹਿੰਦੇ ਨੇ ਵੀ ਚੰਗੀ ਹੈ ਤੇ ਕੁਛ ਕਹਿੰਦੇ ਵੀ ਨਾ ਲਵਾਇਓ, ਇੰਨੀ ਉਮਰ ਦਾ ਨਾ ਲਵਾਓ, ਇੰਨੀ ਉਮਰ, ਇਹ ਸਾਰਾ ਕੁਝ ਹੀ ਸ਼ੱਕ ਦੇ ਘੇਰੇ ਹੈ। ਮਤਲਬ ਕਹਿਣ ਦਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਨਾ, ਆਪਾਂ ਇੱਥੇ ਵੀ ਹੁਣ ਸਾਡੀਆਂ ਰੋਜ਼ ਇਹੋ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ ਸਾਰੇ ਪ੍ਰੋਗਰਾਮ ਚ। ਸਰਕਾਰਾਂ ਜਿਹੜੀਆਂ ਨੇ ਸ਼ੱਕ ਦੇ ਘੇਰੇ ਵਿੱਚ ਨੇ, ਸਿਰਫ ਇਹਨਾਂ ਨੂੰ ਵੋਟਾਂ ਦੇਦੀਆਂ, ਜਿਸ ਗੱਲ ਵਿੱਚ ਵੋਟਾਂ ਬਣਦੀਆਂ ਨੇ ਨਾ ਉਹ ਵੋਟਾਂ ਬਣਾਉਣ ਵੱਲ ਤੁਰੇ ਹੋਏ ਨੇ, ਭਾਵੇਂ ਕੋਈ ਮਰੇ ਤੇ ਭਾਵੇਂ ਕੋਈ ਜੀਵੇ। ਮੇਰਾ ਕਹਿਣ ਦਾ ਮਤਲਬ ਸਾਰਾ ਕੁਝ ਹੀ ਸ਼ੱਕ ਦੇ ਘੇਰੇ। ਜਿਹੜੀਆਂ ਪਹਿਲੀਆਂ ਮੈਡੀਸਨ ਬਣਦੀਆਂ ਸਨ ਤੇ ਲੋਕ ਸ਼ਹਿਰ ਸਨ, ਡਾਕਟਰ ਵੀ ਚੰਗੇ ਸੀ, ਸਾਰਾ ਕੁਝ ਸੀ, ਤੇ ਉਦੋਂ ਦਵਾਈਆਂ ਵੀ ਅਸਰ ਕਰਦੀਆਂ ਤੇ ਗਰੰਟੀ ਵੀ ਸੀ। ਹੁਣ ਗਰੰਟੀ ਕੋਈ ਨਹੀਂ, ਤੁਸੀਂ ਜੋ ਮਰਜ਼ੀ ਕਰ ਲਵੋ, ਨਾ ਕਿਸੇ ਉਮਰ ਦੀ ਤੇ ਨਾ ਕੋਈ ਡਾਕਟਰ ਹੀ ਲੈਂਦਾ ਤੇ ਨਾ ਕੋਈ ਸਰਕਾਰ ਹੀ ਲੈਂਦੀ ਗਰੰਟੀ ਹੈ ਜੀ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਬਾਜਵਾ ਸਾਹਿਬ, ਵਾਕਿਆ ਗੱਲ ਸਹੀ ਹੈ ਜੀ। ਇਹ ਮੈਡੀਸਨ ਨਹੀਂ, ਵੈਕਸੀਨ ਆ ਤੇ ਸਿਰਫ ਇਮਿਊਨ ਸਿਸਟਮ ਨੂੰ ਹੀ ਸਟਰੋਂਗ ਕਰਦੀ ਹੈ ਜੀ, ਹੋਰ ਕੁਛ ਨਹੀਂ ਕਰਦੀ। ਸਿਰਫ ਬੰਦੇ ਨੂੰ ਇੰਨੀ ਕੁ ਪਾਵਰ ਦੇ ਦਿੰਦੀ ਆ ਵੀ ਉਹ ਉਸ ਬਿਮਾਰੀ ਨਾਲ ਲੜ ਸਕੇ, ਉਹਦੀ ਸਿਹਤ ਜਿਹੜੀ ਆ ਉਹ ਸਿਹਤਯਾਬ ਰਵੇ, ਹੋਰ ਉਹਦੇ 'ਚ ਕੱਖ ਨਹੀਂ ਹੈਗਾ। ਇਹ ਮੈਡੀਸਨ ਨਹੀਂ ਗੀ, ਸਿਰਫ ਵੈਕਸੀਨ ਨਾਲ ਲੋੜ ਸੀਗੀ ਮੈਡੀਸਨ ਦੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰੀ ਗੱਲ ਹੈ ਯੁਵਰਾਜ ਗਿੱਲ ਜੀ। ਜੀ ਗੱਲ ਸਾਹਿਬ, ਸਵਾਗਤ ਹੈ ਜੀ। ਹਾਂਜੀ, ਮੈਂ ਈਵੀਐਮ ਮਸ਼ੀਨਾਂ ਬਾਰੇ ਗੱਲ ਕਰਨੀ ਚਾਹੁੰਦਾ ਸੀ ਵੀ ਫਿਰ ਉਹ ਕੰਵਰ ਸੰਧੂ ਜਿਹੜੇ ਖਰੜ ਵਾਲੇ ਐਮਐਲਏ ਸੀ, ਬਿਲਕੁਲ ਉਹਨਾਂ ਇੱਕ ਵਰਕਰ ਨਹੀਂ ਸੀ, ਮੈਂ ਉੱਥੇ ਸੀ ਉਦੋਂ 2 ਮਹੀਨੇ, ਤੇ ਉਹ ਕਿਵੇਂ ਜਿੱਤ ਗਏ? ਫਿਰ ਐਮਪੀ ਦੀਆਂ ਸੀਟਾਂ ਫਿਰ ਝਾੜੂ ਵਾਲੇ ਕਿਵੇਂ ਜਿੱਤ ਗਏ 3? ਤੇ ਮੈਂ ਇੱਕ ਹੋਰ ਗੱਲ ਤਸਵੀਰ ਦਾ ਦੂਜਾ ਰੁਖ ਤੁਹਾਨੂੰ ਦੱਸਣਾ ਚਾਹੁੰਦਾ ਵੀ ਜੋਰਾ ਸਿੰਘ ਮਾਨ ਇੱਕ ਬਾਹੂਬਲੀ ਐਮਪੀ ਜਿੱਤਿਆ ਸੀ, ਬਾਦਲ ਸਾਹਿਬ ਦਾ ਡਰਾਈਵਰ ਹੁੰਦਾ ਸੀ, ਤੇ ਉਹਨੇ ਅਬੋਹਰ ਤੋਂ ਉਹਨੇ
ਕੰਨ ਤੇ ਪਿਸਤੌਲ ਰੱਖ ਕੇ ਅਬੋਰ ਮੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਵੋਟਾਂ ਖੋ ਕੇ ਉਹਨਾਂ ਦੇ ਵਰਕਰਾਂ ਨੇ 300 400 ਵੋਟ ਇੱਕੇ ਦਾ ਮੋਹਰਾਂ ਲਾ ਕੇ ਪਾ ਕੇ ਫਿਰ ਉਹ ਤੋਂ ਬਾਅਦ ਫਾਜ਼ਿਲਕਾ ਗਏ, ਫਿਰ ਜਲਾਲਾਬਾਦ ਗਏ, ਜੀਰੇ ਫਿਰੋਜ਼ਪੁਰ ਤੱਕ ਮਤਲਬ 12-1 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਫਿਰੋਜ਼ਪੁਰ ਪਹੁੰਚ ਕੇ ਗੋਲੀ ਚਲਾਉਂਦੇ ਤੇ ਧੱਕੇ ਨਾਲ ਹੀ ਮਤਲਬ ਵੋਟਾਂ ਖੋ ਕੇ ਪਾਈ ਕੇ ਜਿੱਤ ਕੇ ਤੇ ਇਹ ਪਰਚੀ ਵਾਲਾ ਸਿਸਟਮ ਸੀ ਉਦੋਂ। ਉੱਥੇ ਤੁਸੀਂ ਕੀ ਕਹੋਗੇ? ਜੀ ਧੰਨਵਾਦ ਜੀ। ਜੀ ਢਿੱਲੋਂ ਸਾਹਿਬ। ਬਿਲਕੁਲ ਜੀ, ਬਿਲਕੁਲ ਉਦੋਂ ਇਹ ਦਿਖਦਾ ਹੁੰਦਾ ਹੈ ਗਿੱਲ ਸਾਹਿਬ ਵੀ ਕਿ ਹਾਂ ਆਹ ਧੱਕਾ ਹੋਈ ਜਾਂਦਾ ਹੈ। ਉਦੋਂ ਜਿਹੜੇ ਵੇਲੇ ਦੀ ਤੁਸੀਂ ਗੱਲ ਕਰਦੇ ਜੋਰਾ ਸਿੰਘ ਮਾਨ ਵੇਲੇ ਨਾ ਤਾਂ ਉਦੋਂ ਮੀਡੀਆ ਇੰਨਾ ਮਜ਼ਬੂਤ ਸੀ ਤੇ ਨਾ ਹੀ ਸੋਸ਼ਲ ਮੀਡੀਆ ਦਾ ਯੁੱਗ ਹੀ ਹੈ ਨਹੀਂ ਜੀ। ਅੱਜ ਜੇ ਥੋੜਾ ਜਿਹਾ ਧੱਕਾ ਹੁੰਦਾ ਸਾਹਮਣੇ ਦਿਖਦਾ ਤੇ ਨਾਲ ਦੀ ਨਾਲ ਸਾਰੀ ਦੁਨੀਆ 'ਚ ਪਤਾ ਲੱਗ ਜਾਂਦਾ ਹੈ। ਇਹ ਬਿਲਕੁਲ ਤੁਹਾਡੀ ਠੀਕ ਹੈ, ਤੁਸੀਂ ਜੋਰਾ ਸਿੰਘ ਮਾਨ ਦੀ ਮਿਸਾਲ ਦਿੱਤੀ ਹੈ ਤੇ ਅਸੀਂ ਮਿਸਾਲ ਜੇ ਯੂਪੀ ਦੀਆਂ ਜਾਂ ਆਪਾਂ ਬਿਹਾਰ 'ਚ ਦੇਖੀਏ, ਮੱਧ ਪ੍ਰਦੇਸ਼ ਦੇ ਵਿੱਚ ਦੇਖੀਏ, ਇਸ ਵੇਲੇ ਦੀ ਜਿਹੜੀ ਹਾਲਤ ਹੈ ਕਿ ਜਿਹੜੀਆਂ ਸਾਡੀ ਦੇਸ਼ ਦੀ ਪਾਰਲੀਮੈਂਟ ਹੈ ਜਾਂ ਅਸੈਂਬਲੀਆਂ ਹੈ, ਇਹਨਾਂ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਅਪਰਾਧੀ ਲੋਕ ਬੈਠੇ ਹੈ। ਅੰਕੜੇ ਗੱਲ ਦੱਸਦੇ ਆ ਕਿ ਤੀਜਾ ਹਿੱਸਾ ਜਿਹੜੇ ਹੈਗੇ ਆ ਸਾਡੇ MP ਤੇ MLA ਇਹ ਉਹ ਲੋਕ ਹੈ ਜਿਨ੍ਹਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਮੁਕੱਦਮੇ ਚੱਲਦੇ ਰਹੇ ਜਾਂ ਚੱਲੀ ਜਾਂਦੇ ਹੈ। ਕੁਛ ਲੋਕ ਉਹ ਹੈ ਜਿਹੜੇ ਅਜੇ ਵੀ ਜੇਲ੍ਹਾਂ 'ਚ ਬੈਠੇ ਹੈ। ਇਹ ਸਾਰੇ ਲੋਕ ਕੌਣ ਸੀ? ਇਹ ਸਾਰੇ ਲੋਕ ਉਹ ਸੀ ਜਿਹੜੇ ਕਿਸੇ ਜ਼ਮਾਨੇ 'ਚ ਬਾਹੂਬਲੀ ਹੁੰਦੇ ਸੀ ਤੇ ਇਹ ਸਿਆਸਤਦਾਨਾਂ ਵਾਸਤੇ ਬੂਥਾਂ ਦੇ ਉੱਤੇ ਕਬਜ਼ੇ ਕਰਦੇ ਹੁੰਦੇ ਸੀ। ਉਦੋਂ ਵਿਰੋਧੀ ਧਿਰ ਦੇ ਏਜੰਟਾਂ ਨੂੰ ਕੁੱਟ ਕੇ ਭਜਾ ਦਿੰਦੇ ਹੁੰਦੇ ਸੀ, ਪੋਲਿੰਗ ਸਟਾਫ ਨੂੰ ਬੰਦੀ ਬਣਾ ਲੈਂਦੇ ਸੀ ਤੇ ਆਪਣੀ ਮਰਜ਼ੀ ਦੇ ਨਾਲ ਹੀ ਉਹਨਾਂ ਤੋਂ ਖੋਹ ਕੇ ਪਰਚੀਆਂ ਉਹ ਪਾ ਦਿੰਦੇ ਸੀ। ਬਾਅਦ ਦੇ ਵਿੱਚ ਇਹਨਾਂ ਨੂੰ ਅਹਿਸਾਸ ਹੋਇਆ ਕਿ ਅਸੀਂ ਇਹਨਾਂ ਸਿਆਸਤਦਾਨਾਂ ਦੀ ਖਾਤਰ ਕੰਮ ਕਰਦੇ ਤੇ ਆਪਾਂ ਕਿਉਂ ਨਾ ਉੱਥੇ ਪਹੁੰਚੀਏ। ਔਰ ਇਹ ਲੋਕ ਪਾਰਲੀਮੈਂਟ ਅਸੈਂਬਲੀਆਂ ਤੇ ਪਹੁੰਚ ਗਏ ਤੇ ਅੱਜ ਹਾਲਤ ਇਹ ਬਣੀ ਹੈ ਕਿ ਸਾਡੇ ਦੇਸ਼ ਦੇ ਵਿੱਚ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਦੇਖੋ ਤੁਹਾਨੂੰ ਅਪਰਾਧੀ ਘੱਟ ਮਿਲ ਜਾਣਗੇ ਤੇ ਲੋਕ ਸਭਾ ਦੇ ਵਿੱਚ ਤੇ ਤੁਹਾਨੂੰ ਵਿਧਾਨ ਸਭਾਵਾਂ ਦੇ ਵਿੱਚ ਮਿਲ ਜਾਣਗੇ। ਫਰਕ ਬਸ ਇਹਨਾਂ ਕੀ ਹੈ ਕਿ EVM ਦੇ ਰਾਹੀਂ ਦਿਖਦਾ ਨਹੀਂ ਕਿ ਹੇਰਾ ਫੇਰੀ ਹੋਈ ਜਾਂਦੀ ਹੈ, ਰਿਜ਼ਲਟ ਆਉਂਦਾ ਤੇ ਉਦੋਂ ਪਤਾ ਲੱਗਦਾ ਹੈ। ਜਿਵੇਂ ਤੁਸੀਂ ਦੱਸਿਆ ਕਿ ਝਾੜੂ ਵਾਲੇ 3 ਨਹੀਂ ਉਦੋਂ 4 ਜਿੱਤ ਗਏ ਸੀ ਪੰਜਾਬ ਦੇ ਵਿੱਚ। ਬਹੁਤ ਸਾਰੀਆਂ ਹੋਰ ਵੀ ਆਪਾਂ ਦੇਖਦੇ ਸਟੇਟਾਂ ਉੱਥੇ ਵੀ ਲੋਕ ਜਿੱਤ ਜਾਂਦੇ ਹੈ। ਇਹ ਨਹੀਂ ਕਿ EVM ਦੇ ਰਾਹੀਂ ਸਾਰੇ ਦੇ ਸਾਰੇ ਰਿਜ਼ਲਟ ਨੂੰ ਹਾਈ ਚੈੱਕ ਕੀਤਾ ਜਾਂਦਾ ਹੈ। ਕੁਝ 94 ਹਲਕਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਹਾਂ ਆਪਾਂ ਨੂੰ ਇੰਨੀਆਂ ਸੀਟਾਂ ਚਾਹੀਦੀਆਂ, ਇੰਨਾ ਸਾਨੂੰ ਪ੍ਰਬੰਧ ਕਰਨਾ ਪੈਣਾ ਹੈ। ਦੇਖਣ ਨੂੰ ਇਹ ਵੀ ਲੱਗੇ ਦੁਨੀਆ ਨੂੰ ਕਿ ਹਾਂ ਇੱਥੇ ਲੋਕ ਰਾਜ ਹੈਗੇ ਜੀ, ਵਿਰੋਧੀ ਵੀ ਹੈਗੇ, ਵਿਰੋਧੀ ਵੀ ਜਿੱਤ ਰਹੇ ਹੈ। ਪਰ ਅਮਲ ਦੇ ਵਿੱਚ ਇਹ ਹੈ ਕਿ ਹਕੂਮਤ ਦੀ ਨਹੀਂ, ਉਹ ਜਿਨ੍ਹਾਂ ਦੀ ਹਕੂਮਤ ਹੁੰਦੀ ਹੈ ਜ਼ਿਆਦਾਤਰ ਰਿਜ਼ਲਟ ਉਹਨਾਂ ਦੇ ਹੱਕ ਵਿੱਚ ਜਾਂਦੇ ਹੈ। ਫਰਕ ਬਹੁਤਾ ਨਹੀਂ, ਬਸ ਫਰਕ ਇਹਨਾਂ ਕਿ ਇੱਕ ਚੋਰੀ ਹੁੰਦੀ ਜਾਂ ਡਾਕਾ ਵੱਜਦਾ ਦਿਖਦਾ ਹੁੰਦਾ ਹੈ ਤੇ ਇੱਕ ਥਾਂ ਦੇ ਉੱਤੇ ਡਾਕਾ ਵੱਜਦਾ ਦਿਖਦਾ ਨਹੀਂ, EVM ਦੇ ਰਾਹੀਂ ਦਿਖਦਾ ਨਹੀਂ। ਜੇ ਬਾਹੂਬਲੀ ਕਰਨਗੇ ਤੇ ਉਹਨਾਂ ਦਾ ਪਤਾ ਲੱਗ ਜਾਣਾ ਕਿ ਆਹ ਕਬਜ਼ਾ ਹੋ ਰਿਹਾ ਹੈ। ਫਿਰ ਉਹਦੇ ਉੱਤੇ ਦੁਨੀਆ ਦੇ ਵਿੱਚ ਵੀ ਰੌਲਾ ਪੈਂਦਾ ਹੈ, ਅਦਾਲਤਾਂ ਦੇ ਵਿੱਚ ਵੀ ਜਾਂਦੀ ਹੈ, ਬਹੁਤ ਸਾਰਾ ਕੁਛ ਮਤਲਬ ਬੰਦਾ ਆਪਣਾ ਚਾਰਾ ਜੋ ਹੀ ਕਰ ਲੈਂਦਾ ਹੈ। ਘੱਟੋ ਘੱਟ ਕਿਉਂਕਿ ਅੱਜ ਦੇ ਜ਼ਮਾਨੇ ਦੇ ਜੇ ਆਪਾਂ ਦੇਖੀਏ ਇੱਕ ਜ਼ਮਾਨਾ ਉਹ ਹੁੰਦਾ ਸੀ ਜਦੋਂ ਵਿਦੇਸ਼ ਦੇ ਵਿੱਚ ਬੈਠੇ ਤੁਸੀਂ ਚਿੱਠੀ ਪਾਉਂਦੇ ਹੁੰਦੇ ਸੀ ਤੇ ਸਾਡੇ ਕੋਲੇ ਮਹੀਨੇ ਬਾਅਦ ਚਿੱਠੀ ਆਉਂਦੀ ਹੁੰਦੀ ਸੀ ਤੇ ਸਾਰਾ ਪਿੰਡ ਖੁਸ਼ ਹੋ ਜਾਂਦਾ ਵੀ ਗਿੱਲ ਸਾਹਿਬ ਦੀ ਚਿੱਠੀ ਆਈ ਹੈ ਅਮਰੀਕਾ ਚੋਂ ਬੈਠੇ। ਹੁਣ ਮੈਂ ਬਠਿੰਡੇ ਬੈਠਾ, ਤੁਸੀਂ USA ਬੈਠੇ ਹੋ, ਮਾਧਿਅਮ ਆਪਣੇ ਕੋਲੇ PTN 24 ਹੈ, ਤੁਸੀਂ ਗੱਲਾਂ ਕਰੀ ਜਾਂਦੇ ਹੋ, ਮੈਂ ਗੱਲਾਂ ਕਰੀ ਜਾਂਦਾ, ਆਪਾਂ ਨੂੰ ਇੱਕ ਦੂਜੇ ਦੇ ਦੁੱਖ ਸੁੱਖ ਦਾ ਵੀ ਪਤਾ ਲੱਗ ਜਾਂਦਾ ਹੈ। ਸੋਸ਼ਲ ਮੀਡੀਆ ਤੇ ਵੀ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰ ਲੈਣੀ ਹੈ। ਬਸ ਇਹਨਾਂ ਕੀ ਫਰਕ ਆ, ਹੋਰ ਬੜਾ ਫਰਕ ਜੀ। ਬਿਲਕੁਲ ਜੀ। ਲਾਸਟ ਖਬਰ ਤੇ ਚੱਲਦੇ ਹਾਂ। ਲੋਕਡਾਊਨ ਹੋਣ ਤੋਂ ਪਹਿਲਾਂ ਦਿੱਲੀ ਦੀਆਂ ਸ਼ਰਾਬ ਦੀਆਂ ਦੁਕਾਨਾਂ ਤੇ ਕਹਿੰਦੇ ਭਾਰੀ ਭੀੜ ਆ ਜੀ। ਬਿਲਕੁਲ ਜੀ ਭਾਜੀ, ਜੋ ਵੀ ਲਾਕਡਾਊਨ ਲੱਗਦਾ ਸਭ ਤੋਂ ਵੱਧ ਜਿਹੜੇ ਹੈਗੇ ਆ ਲੋਕਾਂ ਨੂੰ ਹੁੰਦਾ ਕਿ ਆਪਾਂ ਆਪਣਾ ਜਿਹੜਾ ਹੈਗਾ ਖਾਣ ਪੀਣ ਵਾਲਾ ਸਮਾਨ ਇਕੱਠਾ ਕਰੀਏ। ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਜੀ ਉਹ ਇਸ ਗੱਲ ਨੂੰ ਪੈਂਦੇ ਹੁੰਦੇ ਆ ਕਿ ਘਰੇਲੂ ਸਮਾਨ, ਦੁੱਧ, ਪਾਣੀ, ਆਟਾ ਖੋਟਾ ਉਹ ਇਕੱਠਾ ਕਰ ਲਈਏ। ਲੇਕਿਨ ਇੱਥੇ ਸਾਡੇ ਇਸ ਕਿਸਮ ਦਾ ਵੀ ਵਰਗ ਹੈ ਜਿਹੜਾ ਵਰਗ ਖਾਣ ਦੇ ਵਿੱਚ ਵਿਸ਼ਵਾਸ ਕਰ ਰਿਹਾ। ਔਰ ਜਦੋਂ ਹੁਣ ਇਹ ਹੋਇਆ ਕਿ ਅੱਜ ਰਾਤ ਨੂੰ ਲਾਗੂ ਹੋ ਜਾਣਾ ਜੀ, ਕੱਲ ਰਾਤ ਤੋਂ 10 ਵਜੇ ਤੋਂ ਕਰਫਿਊ ਵਰਗੀ ਸਥਿਤੀ ਬਣ ਜਾਣੀ ਹੈ, ਇੱਕ ਹਫ਼ਤਾ ਦਿੱਲੀ ਨੇ ਲਾਕਡਾਊਨ ਰਹਿਣਾ ਹੈ ਤੇ ਉਦੋਂ ਫਿਰ ਸ਼ਰਾਬ ਦੀਆਂ ਜਿਹੜੀਆਂ ਦੁਕਾਨਾਂ ਸੀ ਉਹਨਾਂ ਦੇ ਸਾਹਮਣੇ ਭੀੜਾਂ ਲੱਗ ਗਈਆਂ, ਬਹੁਤ ਵੱਡੀਆਂ ਲਾਈਨਾਂ ਲੱਗ ਗਈਆਂ। ਔਰ ਜਿਹੜਾ COVID-19 ਦੇ ਜਿਹੜੀ ਸੋਸ਼ਲ ਡਿਸਟੈਂਸਿੰਗ ਵਾਲਾ ਫਾਰਮੂਲਾ ਉਹਦੀ ਵੀ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ। ਇੱਥੋਂ ਤੱਕ ਕਿ ਕੁਝ ਹਲਕਿਆਂ ਦੇ ਵਿੱਚ ਬੀਬੀਆਂ ਨੂੰ ਵੀ ਦੇਖਿਆ ਗਿਆ ਕਿ ਬੀਬੀਆਂ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਤੇ ਸ਼ਰਾਬ ਉਹ ਵੀ ਖਰੀਦੀਆਂ। ਤੁਹਾਡੇ ਸ਼ਾਇਦ ਇੱਧਰ ਨੇ ਇਹ ਤੁਹਾਨੂੰ ਗੱਲ ਕੋਈ ਓਪਰੀ ਨਹੀਂ ਲੱਗਦੀ, ਲੇਕਿਨ ਭਾਰਤ ਦੇ ਵਿੱਚ ਆਮ ਖਾਸ ਕਰਕੇ ਜਿਹੜੇ ਸਾਡਾ ਪੇਂਡੂ ਇਲਾਕੇ ਹੈ ਉੱਥੇ ਗੱਲ ਥੋੜੀ ਚੁਭਦੀ ਹੈ ਕਿ ਬੀਬੀਆਂ ਕਿਉਂ ਸ਼ਰਾਬ ਦੇ ਠੇਕਿਆਂ ਤੇ ਖਲੋਤੀਆਂ। ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਨੇ ਉੱਥੇ ਇੱਕ ਬੀਬੀ ਨਾਲ ਗੱਲਬਾਤ ਕੀਤੀ ਕਿ ਸ਼੍ਰੀਮਤੀ ਜੀ ਤੁਸੀਂ ਦੱਸੋ ਤੁਸੀਂ ਕਿਉਂ ਦਾਰੂ ਖਰੀਦਦੇ ਹੋ? ਤੇ ਉਸ ਬੀਬੀ ਨੇ ਉਹੀ ਗੱਲ ਕਹੀ ਜਿਹੜੀ ਬਾਜਵਾ ਸਾਹਿਬ ਕਹਿ ਗਈ। ਉਹ ਕਹਿੰਦੀ ਜੀ ਜਿਹੜਾ ਕੋਰੋਨਾ ਵਾਲਾ ਟੀਕਾ ਜੇ ਉਹਦਾ ਇੰਜੈਕਸ਼ਨ ਮੈਂ ਕਰਵਾ ਲਵਾਂ, ਵੈਕਸੀਨ ਲੈ ਲਵਾਂ
ਤੇ ਮੈਨੂੰ ਯਕੀਨ ਨਹੀਂ ਕਿ ਮੇਰਾ ਇਲਾਜ ਹੋ ਜਾਊਗਾ, ਇਹ ਮੈਨੂੰ ਇਸ ਬਿਮਾਰੀ ਤੋਂ COVID-19 ਤੋਂ ਬਚਾ ਲੂਗਾ। ਲੇਕਿਨ ਕਹਿੰਦੇ ਵੀ ਦਾਰੂ ਦੇ ਜੇ 2-3 ਪੈਗ ਲੱਗੇ ਹੋਣ ਇਹਦੇ ਨਾਲ ਜਿਹੜਾ ਹੈਗਾ ਕਰੋਨਾ ਭਜਾਇਆ ਜਾ ਸਕਦਾ, ਕਰੋਨਾ ਹੁੰਦਾ ਨਹੀਂ। ਇਸ ਕਰਕੇ ਇਸ ਤਰ੍ਹਾਂ ਦਾਰੂ ਖਰੀਦਦੇ ਆ। ਮਤਲਬ ਤੁਸੀਂ ਦੇਖੋ ਕਿ ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਕਿੰਨਾ ਉੱਠ ਚੱਲਿਆ ਹੈ ਕਿ ਉਹ ਆਪਣੀ ਜਿਹੜੀ ਹੈਗੀ ਹੈ ਮਨੋਰੰਜਨ ਵਾਸਤੇ ਜਾਂ ਆਪਣੀ ਜਿਹੜੀ ਤਸੱਲੀ ਵਾਸਤੇ ਜੇ ਕੋਈ ਇਸ ਕਿਸਮ ਦਾ ਅਲਕੋਹਲ ਵਗੈਰਾ ਇਸਤੇਮਾਲ ਕਰਦੇ ਆ ਤੇ ਨਾਲ ਇਹ ਵੀ ਉਹ ਗੱਲ ਕਹਿੰਦੇ ਆ ਕਿ ਜਿਹੜੇ ਸਰਕਾਰੀ ਟੀਕਿਆਂ ਦੇ ਨਾਲੋਂ ਇਹ ਕਿਤੇ ਵੱਧ ਹੈ। ਇਹ ਕਈ ਥਾਵਾਂ ਤੇ ਗੱਲਾਂ ਠੀਕ ਵੀ ਹੈ। ਆਪਾਂ ਆਫ ਦੀ ਏਅਰ ਵੀ ਗੱਲ ਕਰਦੇ ਸੀ। ਮੈਂ ਸੋਸ਼ਲ ਮੀਡੀਆ ਦੇ ਉੱਤੇ ਆਸਟ੍ਰੇਲੀਆ ਤੋਂ ਸਾਡੇ ਇੱਕ ਪੰਜਾਬੀ ਸੱਜਣ ਦੀ ਵੀਡੀਓ ਦੇਖੀ ਹੈ, ਉਹ ਵੀ ਇਹੋ ਜਿਹਾ ਫਾਰਮੂਲਾ ਪੇਸ਼ ਕਰੀ ਜਾਂਦਾ ਹੈ ਕਿ 37 ਡਿਗਰੀ ਅਲਕੋਹਲ ਹੋਵੇ, 37 ਡਿਗਰੀ ਜਾਂ ਉਹ ਤੋਂ ਵੱਧ, ਤੇ ਉਹਦੇ ਇੱਕ ਪੈਗ ਦੇ ਵਿੱਚ ਗਰਮ ਪਾਣੀ, ਪੂਰਾ ਗਰਮ ਪਾਣੀ ਪੀ ਕੇ ਤੁਸੀਂ ਪੀਓ ਤੇ ਪੌਣੇ ਘੰਟੇ ਬਾਅਦ ਫੇਰ ਪੀ ਲਓ, 2 ਪੀ ਲਓ ਰਾਤ ਨੂੰ ਠੰਡਾ ਪਾਣੀ, ਕੋਈ ਚੀਜ਼ ਨਾ ਪੀਓ ਤੇ ਤੁਹਾਨੂੰ ਜਿਹੜਾ ਹੈ COVID-19 ਤੋਂ ਛੁਟਕਾਰਾ ਮਿਲਦਾ ਹੈ, ਤੁਹਾਨੂੰ ਹੋਣਾ ਹੀ ਨਹੀਂ। ਇਸ ਜਦੋਂ ਮਹਾਮਾਰੀਆਂ ਫੈਲਦੀਆਂ ਜੀ ਫਿਰ ਇਸ ਕਿਸਮ ਦਾ ਪ੍ਰਚਾਰ ਪ੍ਰਸਾਰ ਵੀ ਹੁੰਦਾ ਹੈ। ਲੇਕਿਨ ਅਸੀਂ ਜੇ ਕਹੀਏ ਕਿ ਸ਼ਰਾਬ ਹੀ ਇਸ ਬਿਮਾਰੀ ਦਾ ਇਲਾਜ ਹੈ ਤਾਂ ਇਹਦੀ ਨਾ ਤਾਂ ਅਜੇ ਤੱਕ ਕਿਸੇ ਨੇ ਰਿਸਰਚ ਕੀਤੀ ਹੈ ਤੇ ਨਾ ਹੀ ਆਪਾਂ 100% ਜਾਂ ਕੁਝ % ਵੀ ਆਪਾਂ ਸਹੀ ਕਹਿ ਸਕਦੇ ਹਾਂ। ਪਰ ਹੁਣ ਕਿਉਂਕਿ ਲੋਕ ਖਰੀਦਦੇ ਆ, ਠੀਕ ਹੈ, ਕੀ ਆਪਾਂ ਸਰਕਾਰ ਵੀ ਇਹ ਕਹਿੰਦੀ, ਇੱਕ ਨੇ ਇੱਥੇ ਵੀ ਕਿਹਾ, ਉਹਨੂੰ ਪੁੱਛਿਆ ਕਿ ਕਾਹਦੀ ਖਾਤਰ ਸ਼ਰਾਬ ਖਰੀਦੋ ਤੁਸੀਂ, ਲਾਈਨਾਂ 'ਚ ਕਿਉਂ ਲੱਗਿਆ? ਕਹਿੰਦੇ ਜੀ ਸਰਕਾਰ ਦਾ ਫਿਕਰ ਹੈ ਸਾਨੂੰ, ਰੈਵਨਿਊ ਨੂੰ ਇਕੱਠਾ ਹੋਣਾ, ਇਸ ਕਰਕੇ ਅਸੀਂ ਰੈਵਨਿਊ, ਸਰਕਾਰ ਦਾ ਰੈਵਨਿਊ ਜਿਹੜਾ ਹੈਗਾ ਉਹਦੇ 'ਚ ਯੋਗਦਾਨ ਪਾ ਰਹੇ ਤਾਂ ਅਸੀਂ ਸ਼ਰਾਬ ਖਰੀਦ ਰਹੇ ਜੀ। ਹਾਂ ਢਿੱਲੋਂ ਸਾਹਿਬ, ਲਾਸਟ ਕਾਲ ਆਈ ਹੈ ਜੀ, ਕਾਲ ਲੈ ਲਈਏ ਤਾਂ ਪ੍ਰੋਗਰਾਮ ਸਮਾਪਤ ਆਪਣਾ। ਹਾਂਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸੌਰੀ ਮੈਂ ਥੋੜਾ ਲੇਟ ਜੁੜਿਆ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹੀ ਪਤਾ ਕਰਨਾ ਸੀਗਾ ਵੀ ਆਪਣੇ ਜਿਹੜੇ ਬਠਿੰਡੇ ਪੱਤਰਕਾਰ ਰਿਪੋਰਟਰ ਦੀ ਡੈਥ ਹੋਈ ਆ, ਸੁਸਾਈਡ ਹੈ ਕਿ ਪਤਾ ਨਹੀਂ ਕੀ, ਉਹਦੇ ਤੇ ਖਬਰ ਕੀਤੀ ਹੈ ਕਿ ਨਹੀਂ ਕੀਤੀ ਜੀ? ਮੈਂ ਇਹੀ ਪਤਾ ਕਰਨਾ ਸੀ, ਮੈਂ ਬਾਅਦ ਸੁਣ ਲੂੰਗਾ ਜੀ। ਧੰਨਵਾਦ ਜੀ। ਕੀਤੀ ਸੀ ਤਾਂ ਢਿੱਲੋਂ ਸਾਹਿਬ ਨੂੰ ਹੁਣੇ ਪੁੱਛ ਲੈਂਦੇ ਹਾਂ ਜੀ, ਹਲੇ ਕੀਤੀ ਨਹੀਂ ਗੀ ਤੇ ਬਾਅਦ ਹੁਣ ਪੁੱਛ ਲੈਂਦੇ ਜੀ ਢਿੱਲੋਂ ਸਾਹਿਬ। ਬਿਲਕੁਲ ਜੀ, ਕੱਲ ਸ਼ਾਮੀ ਅਸੀਂ ਡੈਡ ਬੋਡੀ ਉਹਦੀ ਰਿਕਵਰ ਕੀਤੀ ਹੈ, ਜਿਹੜੀ ਬਿਲਕੁਲ ਤੁਸੀਂ ਦੇਖਿਆ ਹੋਣਾ ਜਦੋਂ ਬਠਿੰਡੇ ਤੋਂ ਫਰੀਦਕੋਟ ਵਾਲੇ ਪਾਸੇ ਨੂੰ ਜਾਂਦੇ ਆ ਗੁਰਪ੍ਰੀਤ, ਤਾਂ ਡੇਰਾ ਟੱਪ ਦੇ ਸਾਹਮਣੇ NFL ਕਲੋਨੀ ਹੈ। NFL ਕਲੋਨੀ ਦੇ ਅੰਦਰ ਇੱਕ ਪਾਣੀ ਦਾ ਟੈਂਕ ਬਣਿਆ ਹੋਇਆ ਤੇ ਉਸ ਟੈਂਕ ਦੇ ਵਿੱਚ ਉਹਦੀ ਜਿਹੜੀ ਹੈ ਡੈਡ ਬੋਡੀ ਮਿਲੀ ਹੈ ਕੱਲ ਸ਼ਾਮੀ ਜੀ। ਉਹਨੂੰ ਮਤਲਬ ਜਿਹੜਾ ਹੈਗਾ ਮੋਰਚਰੀ 'ਚ ਰੱਖਿਆ ਹੋਇਆ, ਪੋਸਟਮਾਰਟਮ ਹੋਣਾ ਹੈ। ਫਿਲਹਾਲ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਮਰਡਰ ਹੈ ਜਾਂ ਆਤਮ ਹੱਤਿਆ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗਣਾ। ਵੈਸੇ ਇਹ ਤੋਂ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਸੀ, ਜ਼ਖਮੀ ਹੋ ਗਿਆ ਸੀ। ਅਜੀਤ ਦੇ ਰਿਪੋਰਟਰ ਕਮਲਜੀਤ ਸਿੰਘ ਸਿੱਧੂ ਬਹੁਤ ਸਾਊ ਮੁੰਡਾ, ਬਹੁਤ ਵਧੀਆ ਬੰਦਾ, ਜਿੰਨਾ ਵੀ ਆਪਾਂ ਕਹਿ ਦਈਏ, ਮੇਰੇ ਖਿਆਲ ਮੁਤਾਬਕ ਬਠਿੰਡੇ ਦੇ ਪੱਤਰਕਾਰ ਭਾਈਚਾਰੇ ਸਭ ਤੋਂ ਸ਼ਰੀਫ ਬੰਦਾ ਸੀ। ਲੇਕਿਨ ਕੁਝ ਪਰਿਵਾਰਕ ਕਈ ਵਾਰੀ ਕੁਝ ਪਤਾ ਨਹੀਂ ਕੀ ਕੁਝ ਹੋਇਆ ਵੈ। ਕੱਲ ਅਸੀਂ ਮੈਂ ਵਿਸਥਾਰ ਨਾਲ ਇਹ ਤੇ ਗੱਲ ਕਰੂੰਗਾ ਕਿਉਂਕਿ ਮੈਂ ਇਧਰੋਂ ਬਸ ਹੁਣ ਵਿਹਲਾ ਹੋ ਕੇ ਪ੍ਰੋਗਰਾਮ ਤੋਂ ਅਸੀਂ ਜਾ ਰਹੇ ਹਾਂ ਪੋਸਟਮਾਰਟਮ ਹੀ ਕਰਵਾਉਣਾ ਉਹਦਾ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੈਂ ਕੱਲ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਸ਼ੇਅਰ ਕਰੂੰ ਜੀ। ਧੰਨਵਾਦ ਢਿੱਲੋਂ ਸਾਹਿਬ, ਬਹੁਤ ਬਹੁਤ ਜੀ ਤੁਹਾਡਾ। ਹਾਂ ਜੀ ਦੋਸਤੋ, ਆਪਣਾ ਪ੍ਰੋਗਰਾਮ ਸਮਾਪਤ ਹੈ ਤੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਤੁਹਾਡੇ ਨਾਲ ਫੇਰ ਜੁੜਾਂਗੇ PGN 24 ਤੇ ਰੇਡੀਓ 1690 AM ਤੇ। ਮੈਨੂੰ ਵੀ ਇੱਥੇ ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿ ਸ਼੍ਰੀ ਅਕਾਲ।